ਕਹਿੰਦੇ ਜੀ ਆ ਗਏ ਹੋ। ਮੈਂ ਕਿਹਾ ਜੀ ਆ ਗਏ ਆ। ਸਮਾਂ ਉਨਾ ਹੀ ਜਿੰਨਾ ਹੁੰਦਾ ਜੀ ਹਰ ਰੋਜ਼, ਤੇ ਬੰਦੇ ਵੀ ਉਹੋ ਹੀ। ਹਾਂ ਇੰਨਾ ਜ਼ਰੂਰ ਆ ਵੀ ਖਬਰਾਂ ਵਾਲੇ ਬਦਲ ਗਏ, ਅਤੇ ਖਬਰਾਂ ਵਾਲਿਆਂ ਦੇ ਵਿੱਚੋਂ ਵੀ ਕਈ ਕੁਛ ਨਿਕਲਿਆ, ਅਤੇ ਜੋ ਕੁਛ ਨਿਕਲਿਆ ਆਪਾਂ ਆਪ ਜੀ ਦੇ ਨਾਲ ਸਾਂਝਾ ਕਰ ਲੈਣਾ। ਪ੍ਰਾਈਮ ਏਸ਼ੀਆ TV ਨੂੰ ਤੁਸੀਂ ਪਿਆਰ ਮੁਹੱਬਤ ਕਰਦੇ ਹੋ ਲਈ ਬੜਾ ਧੰਨਵਾਦ। ਅਤੇ ਅੱਜ ਮੈਂ ਸਟਾਰਟਿੰਗ 'ਚ ਹੀ ਕਹਿ ਦਿਆਂ ਵੀ ਜੇ YouTube 'ਤੇ ਦੇਖ ਰਿਹਾ ਹੋ ਤਾਂ ਉਹ ਲਾਈਕ ਵਾਲਾ ਬਟਨ ਹੁਣੇ ਹੀ ਦੱਬ ਲਓ, ਬਾਅਦ 'ਚ ਕਿਸੇ ਵੇਲੇ ਤੁਹਾਨੂੰ ਚੇਤਾ ਭੁੱਲ ਜਾਂਦਾ। ਨਾਲ ਵੀਰ ਪਰਮੀਰ ਬਾਠ ਹੋਈ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਆਪਣਾ ਸੁਣਾਓ? ਆਪਣੇ ਵਾਲਾ ਵੀ ਠੀਕ ਆ, ਠੀਕ ਹੈ ਜੀ। ਤੁਹਾਡੇ ਵਾਲਾ ਠੀਕ ਹੈ? ਨਹੀਂ, ਸਾਡੇ ਵਾਲਾ ਹਮੇਸ਼ਾ ਠੀਕ ਹੁੰਦਾ। ਬਸ ਐਦੋਂ ਬਾਅਦ ਕੀ ਚਾਹੀਦਾ? ਦੇਖੋ, ਚੰਗੀ ਖੁਰਾਕ ਦਈਦੀ ਆ, ਰੋਟੀ ਪਾਣੀ ਚੰਗਾ ਖਵਾਈਦਾ, ਸਾਫ਼ ਹਵਾ ਦੇ ਵਿੱਚ ਸਾਹ ਲੈਂਦਾ, ਵਰਜਿਸ਼ ਕਰਾਈਦੀ ਆ, ਆਹਾ ਟਾਈਮ ਨਾਲ ਤੋਰ ਦੀਦਾ ਪੱਠਿਆਂ ਨੂੰ। ਨਹੀਂ ਇਹ ਬਹੁਤ ਵਧੀਆ। ਦੇਖੋ ਕਾਰਨ ਪਤਾ ਕਿ ਕੰਮ ਹੀ ਜਾਣਾ, ਨਾਲ ਹੋਰ ਕੀ ਜਾਣਾ ਵੀਰ ਜੀ। ਵੈਸੇ ਮੈਂ ਇੱਕ ਸਵਾਲ ਪੁੱਛਣਾ ਜੀ। ਦੋ ਪੁੱਛੋ ਆਏ ਬਾਠ ਸਾਹਿਬ, ਬਹੁਤ ਖੁਸ਼ ਹਾਂ ਅਸੀਂ। ਤੈਨੂੰ ਵੀ ਪੁੱਛ ਸਕਦੇ ਕਿਉਂਕਿ ਜਵਾਬ ਦੇਣਾ ਨਾ ਦੇਣਾ ਉਹ ਸਾਡੇ ਤੇ ਆ। ਕਦੀ ਖੂਹ 'ਚ ਪਾਈ ਕੋਈ ਚੀਜ਼, ਕਹਿੰਦੇ ਨਾ ਤੂੰ ਤਾਂ ਖੂਹ 'ਚ ਹੀ ਪਾਤੀ। ਆਹੋ ਨਹੀਂ, ਆਪਣੇ ਦੇ ਇੱਥੇ ਅੱਜ ਕੱਲ੍ਹ ਹਿਸਾਬ ਲਾਇਆ ਜਾਵੇ ਤੇ ਕਈ ਪਾਉਂਦੇ ਆ, ਕਈ ਪਾਉਂਦੇ ਆ। ਹੈ ਨਾ। 2 ਮਹੀਨੇ ਪਹਿਲਾਂ ਇੱਕ ਚਰਚਾ ਛਿੜ ਲੱਗ ਪਈ ਸੀ, ਮੈਨੂੰ ਨਹੀਂ ਸੀ ਪਤਾ ਕਿ ਇਹਦੇ ਲਈ ਛਿੜਦੀ ਆ। ਮੰਗ ਹੁੰਦੀ ਸੀ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦੋ, ਅਸੀਂ ਚਰਚਾਵਾਂ ਕਰਾਉਣੀਆਂ ਚਾਹੁੰਦੇ ਹਾਂ। ਅਕਾਲੀ ਦਲ ਵਾਲੇ ਕਹਿੰਦੇ ਸੀ ਕਿਉਂ ਨਹੀਂ ਸੱਦਦੇ ਵਿਧਾਨ ਸਭਾ ਦਾ ਸੈਸ਼ਨ, ਬਹੁਤ ਜ਼ਰੂਰੀ ਹੈ। ਲੋਕ ਇਨਸਾਫ ਪਾਰਟੀ ਵਾਲੇ ਕਹਿੰਦੇ ਸੀ ਸੈਸ਼ਨ ਸੱਦੋ, ਸੈਸ਼ਨ ਚਾਹੀਦਾ। ਪਰਮਿੰਦਰ ਸਿੰਘ ਢੀਂਡਸਾ ਹੋਰੀ ਕਹਿੰਦੇ ਸੈਸ਼ਨ ਸੱਦਦੇ ਕਿਉਂ ਨਹੀਂ। ਭਾਜਪਾ ਵਾਲੇ ਕਹਿੰਦੇ ਸੀ ਸੈਸ਼ਨ ਬੁਲਾਓ ਯਾਰ। ਨਹੀਂ ਚਾਹੀਦਾ। ਦੇਖੋ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਵੀ ਡਿਮਾਂਡਾਂ ਆਈਆਂ ਵੀ ਇੱਕ ਦਿਨ ਦਾ ਹੀ, ਹਾਂ ਘੱਟੋ ਘੱਟ 10 ਦਿਨ ਦਾ ਚਾਹੀਦਾ ਵੀ 10 ਦਿਨ ਵਿਚਾਰਾਂ ਹੋਣ ਜੀ। ਗੱਲ ਇੱਧਰੋਂ ਆਵੇ, ਗੱਲ ਉੱਧਰੋਂ ਆਵੇ, ਉੱਥੇ ਬਹਿ ਕੇ ਅਸੀਂ ਵਿਚਾਰ ਕਰੀਏ ਪੰਜਾਬ ਨੂੰ ਕਿੱਧਰ ਲੈ ਕੇ ਜਾਣਾ। ਤੇ ਮੇਰਾ ਖਿਆਲ ਪੰਜਾਬ ਨੂੰ ਤਾਂ ਉਦੋਂ ਹੀ ਪਤਾ ਸੀ। ਉਹ ਕਹਿੰਦਾ ਨਾ ਰਹਿਣ ਦੇ ਭਰਾਵਾ, ਤੂੰ 10 ਦਿਨ ਦੇ ਬੜੀ ਦੂਰ, 10 ਘੰਟੇ ਕੱਢ ਲਓ, ਇੰਨਾ ਹੀ ਬੜਾ ਜੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ 2 ਮਹੀਨੇ ਦੀ ਚਰਚਾ ਤੋਂ ਬਾਅਦ, 2 ਮਹੀਨੇ ਦੇ ਇੰਤਜ਼ਾਰ ਤੋਂ ਬਾਅਦ, 2 ਮਹੀਨੇ ਦੀ ਮੰਗ ਤੋਂ ਬਾਅਦ ਸੈਸ਼ਨ ਹੋਇਆ। ਤੇ ਸੈਸ਼ਨ ਦੀਆਂ ਵੀਡੀਓਜ਼ ਜੇ ਪੰਜਾਬ ਦੇ ਲੋਕਾਂ ਨੇ ਵੇਖੀਆਂ ਤਾਂ ਲੋਕੋ ਇੱਕ ਗੱਲ ਆਪਣੇ ਮਨ 'ਚ ਸੋਚਣੀ ਹੈ, ਟਿੱਪਣੀ ਭਾਵੇਂ ਨਾ ਕਰਿਓ, ਕਿ ਤੁਸੀਂ ਉਹ ਬੰਦੇ ਚੁਣੇ ਸੀ ਪੰਜਾਬ ਦੇ ਵਿੱਚੋਂ 117, ਜਿਨ੍ਹਾਂ ਦੇ ਵਿੱਚੋਂ 114 ਆਉਂਦੇ ਆ, ਜਿਹੜੇ ਬੰਦਿਆਂ ਦੇ ਬਾਬਤ ਤੁਹਾਨੂੰ ਲੱਗਦਾ ਸੀ ਕਿ ਸਾਰੇ ਪੰਜਾਬ ਦੇ ਮਸਲਿਆਂ ਦੇ ਲਈ ਇੱਕ ਇਮਾਰਤ ਹੈ, ਇਹ ਬੰਦੇ ਉਸ ਇਮਾਰਤ 'ਚ ਜਾਣਗੇ, ਨਿਰਧਾਰਤ ਕੁਰਸੀ ਤੇ ਬੈਠਣਗੇ, ਉੱਥੇ ਚਰਚਾ ਕਰਨਗੇ ਕਿ ਪੰਜਾਬ ਦੀ ਆਹ ਮੁਸੀਬਤ ਹੈ, ਮੁਸੀਬਤ ਨੂੰ ਹੱਲ ਕਰਨ ਦੇ ਲਈ ਆਹ ਕਾਨੂੰਨ ਠੀਕ ਹੈ, ਇਹ 'ਚ ਸੋਧ ਦੀ ਲੋੜ ਹੈ, ਇਹਨੂੰ ਰੱਦ ਕਰਨਾ ਪੈਣਾ। ਐਨ ਵਧੀਆ ਤਰੀਕੇ ਦੇ ਨਾਲ ਗੱਲਬਾਤ ਕਰਕੇ ਪੰਜਾਬ ਦੇ ਲੋਕਾਂ ਨੂੰ ਕਹਿਣਗੇ ਕਿ ਅਸੀਂ ਆਹ ਕਰ ਆਏਂਗੇ, ਘਬਰਾਇਓ ਨਾ। ਪਰ ਇਹ ਹੁਣ ਪੰਜਾਬ ਦੇ ਲੋਕਾਂ ਸੋਚਣਾ ਹੈ ਕਿ ਕੀ ਉਹਨਾਂ ਨੇ ਉੱਦਾਂ ਦੇ ਸੰਜੀਦਾ ਬੰਦੇ, ਵਧੀਆ ਬੰਦੇ ਜਿਹੜੇ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀਆ ਬਣਾਉਣੀ ਸੀ, ਉਹ ਚੁਣੇ, ਜਾਂ ਇਹਨਾਂ ਨੇ ਭਲਵਾਨ ਚੁਣ ਲੈ, ਜਾਂ ਇਹਨਾਂ ਨੇ ਉਹ ਡਿਪਲੋਮਾ ਕੀਤਾ ਲੱਗਦਾ ਜਿਹੜੇ ਬੰਦਿਆਂ ਨੇ ਕਿ ਭਾਈ ਅਸੀਂ ਇੱਕ ਦੂਜੇ ਨੂੰ ਮਾੜੇ ਚੰਗੇ ਸ਼ਬਦ ਕਿੱਦਾਂ ਕਹਿਣੇ ਆ, ਜਾਂ ਜਿਨ੍ਹਾਂ ਨੇ ਉਹ ਡਿਗਰੀਆਂ ਲਈਆਂ ਕਿ ਭਾਈ ਅਸੀਂ ਦੂਜੇ ਦੀ ਗੱਲ ਸੁਣਨੀ ਨਹੀਂ। ਯਾਨੀ ਜੋ ਖੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਡੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਉਡਾਈ ਆ ਨਾ, ਜੇ ਤਾਂ ਆਹ ਕੁਛ ਹੀ ਹੋਣਾ ਸੀ ਤਾਂ ਫਿਰ 1.5 ਕਰੋੜ ਰੁਪਈਆ ਮੈਨੂੰ ਲੱਗਦਾ ਕਿ ਹੂਜ ਹੀ ਸਿੱਟਿਆ, ਜਿਹੜਾ ਮੈਂ ਤੋਂ ਪਹਿਲਾਂ ਪੁੱਛਿਆ ਸੀ। ਨਹੀਂ ਉਹ ਬਿਲਕੁਲ ਇੱਦਾਂ। ਦੇਖੋ ਕਾਰਨ ਇਹ ਹੈ WhatsApp, ਹੁਣ ਜਿੱਦਾਂ ਆਪਾਂ ਤੜਕੇ ਇਸ ਵਕਤ ਗੱਲ ਕਰਦੇ ਪਏ ਇੰਡੀਆ ਦੇ ਹਿਸਾਬ ਨਾਲ, ਹੁਣ ਕੱਲ੍ਹ ਜੋ ਹੋਣਾ ਸੀ ਉਹ ਹਟਿਆ। ਹੁਣ ਚੱਕਰ ਇਹ ਆ ਵੀ ਜਿਹੜੇ ਬੰਦੇ ਨੇ ਉਹ ਸਾਰਾ ਕੁਛ ਕੱਲ੍ਹ ਦੇਖਿਆ ਨਾ, ਪਲੱਸ ਆਪਣੀਆਂ ਗੱਲਾਂ ਬਾਤਾਂ ਸੁਣ ਲੈਣੀਆਂ, ਉਦੋਂ ਬਾਅਦ ਜਦੋਂ ਉਹਨੇ ਜਾਣਾ ਨਾ ਡੰਗਰਾਂ ਵਾਲੇ ਪਾਸੇ, ਇੱਕ ਮਾਰਨਖੰਡੀ ਜੀ ਮੱਝ ਹੁੰਦੀ ਹੈ, ਉਹਨੇ ਜਦੋਂ ਕਿੱਲੇ ਤੋਂ ਦੂਰੋਂ ਹੀ ਐਂ ਕਰਕੇ ਵੇਖੀ ਜਾਣਾ ਨਾ, ਤੇ ਪਹਿਲਾਂ ਤੇ ਆਮ ਤੌਰ 'ਤੇ ਬੰਦੇ ਨੂੰ ਉਹ ਮੱਝ ਹੀ ਲੱਗਦੀ ਸੀ। ਅੱਜ ਹੋ ਸਕਦਾ ਵੀ ਆਪਣੀਆਂ ਗੱਲਾਂ ਸੁਣਨ ਤੋਂ ਬਾਅਦ ਜਾਂ ਕੱਲ੍ਹ ਵਾਲਾ ਸਾਰਾ ਸੀਨ ਵੇਖਣ ਤੋਂ ਬਾਅਦ ਉਸ ਮੱਝ ਦੇ ਵਿੱਚ ਮੈਨੂੰ ਕਈ ਕੁਛ ਨਜ਼ਰ ਆਵੇ ਵੀ ਤੂੰ ਜਮਾ ਉਹਦੇ ਵਾਂਗੂ ਵੀ ਨਹੀਂ ਆ ਮੇਰੇ ਵੱਲੋਂ, ਹੈ ਨਾ। ਹੋ ਸਕਦਾ ਵੀ ਮਤਲਬ ਪੰਜਾਬੀਆਂ ਨੂੰ ਇਕੱਲੀ ਇਕੱਲੀ ਚੀਜ਼ ਦੇ ਵਿੱਚ ਅੱਜ ਉਹੀ ਚੀਜ਼ਾਂ ਯਾਦ ਆਉਣ ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਈਆਂ ਸੀ। ਮਤਲਬ ਹੁਣ ਤੱਕ ਤੇ ਇਹ ਉਡੀਕਦੇ ਸੀ ਵੀ ਉੱਥੇ ਵਿਧਾਨ ਸਭਾ 'ਚ ਸਾਡੇ ਸਿਆਣੇ ਸਿਰ ਜੁੜਨੇ ਆ, ਸਿਆਣਿਆਂ ਸਿਰਾਂ ਨੇ ਸਾਡੇ ਦੁੱਖਾਂ ਦਰਦਾਂ ਦਾ ਹੱਲ ਕਰਨਾ। ਪਰ ਹੁਣ ਇਕੱਲੀ ਇਕੱਲੀ ਚੀਜ਼ ਦੇ ਵਿੱਚ ਉਹਨਾਂ ਨੂੰ ਇਹ ਜਾਪੇ ਵੀ ਯਾਰ ਜੇ ਇਹੋ ਕੁਛ ਕਰਨਾ ਸੀ ਤਾਂ ਇਹਦੇ ਘਰੇ ਵੀ ਹੋਈ ਆਈ ਜਾਂਦਾ, ਏਡਾ ਵਿਧਾਨ ਸਭਾ 'ਚ ਕਰ ਲਈ ਗਏ ਆ। ਕਿਉਂਕਿ ਜਦੋਂ ਇਹ ਕੰਮ ਕਰਕੇ ਉਹਨੇ ਮੁੜਨਾ ਸੀ, ਪਿੱਛੋਂ ਆਵਾਜ਼ ਪਾ ਜਾਣੀ ਕਿੱਧਰ ਫਿਰਦਾ, ਘੰਟਾ ਹੋ ਗਿਆ ਤੈਨੂੰ ਲੱਭਣ ਡਈ ਆ, ਦੱਸ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਤੇ ਉਹਨੇ ਕਹਿਣਾ ਉੱਧਰ ਹੀ ਫਿਰਦਾ ਜਿੱਧਰ ਕੱਲ੍ਹ ਦੇ ਉਹ ਫਿਰਦੇ ਸੀ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਇੱਕ ਪਾਸੇ ਅਸੀਂ ਕਹਿੰਦੇ ਕਿ ਦੇਸ਼ ਵਧੀਆ ਹੈ, ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਜਿਨ੍ਹਾਂ ਨੇ ਸੰਵਿਧਾਨ ਲਿਖਿਆ ਲਿਖਾਇਆ ਸੀ ਉਹ ਵੀ ਉੱਪਰ ਬੈਠੇ ਸੋਚਦੇ ਵਿਚਾਰਦੇ ਹੋਣੇ ਕਿ ਆਹ ਕੀ ਹੋ ਗਿਆ। ਇੱਕ ਇਲਜ਼ਾਮ ਲੱਗਾ ਇੱਥੇ ਜਿਹਦੇ ਵੱਲ ਬਹੁਤ ਘੱਟ ਲੋਕਾਂ ਦਾ ਧਿਆਨ ਗਿਆ, ਪਰ ਅਸਲ ਦੇ ਵਿੱਚ ਉਹ ਚੂੜੀ ਕਸ ਬਿਆਨ ਹੈ। ਉਹ ਬਿਆਨ ਇਹ ਆਇਆ, ਕਹਿੰਦੇ ਜੀ ਉੱਥੇ ਇੱਕ ਬੰਦਾ ਹੈ ਡੌਲਿਆਂ ਜਿਹਾ ਵਾਲਾ,
ਉਸ ਬੰਦੇ ਨੂੰ ਮੁੱਖ ਮੰਤਰੀ ਸਾਹਿਬ ਨੇ ਇੱਕ ਪਰਚੀ ਦਿੱਤੀ ਕਿ ਉਹ ਇੱਕ ਬੰਦਾ, ਇੱਕ ਕਰਮਚਾਰੀ, ਇੱਕ ਆਫੀਸਰ ਵਿਧਾਨ ਸਭਾ ਦੇ ਅੰਦਰ, ਮਜੀਠੀਆ ਸਾਹਿਬ ਨੇ ਕਿਹਾ ਕਿ ਉਸ ਬੰਦੇ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਇੱਕ ਪਰਚੀ ਦਿੱਤੀ। ਉਹ ਪਰਚੀ ਉਹਨੇ ਸਪੀਕਰ ਨੂੰ ਫੜਾਈ ਤੇ ਉਸ ਤੋਂ ਬਾਅਦ ਸਪੀਕਰ ਸਾਹਿਬ ਨੇ ਕਹਿਤਾ ਕਿ ਮਾਫ ਕਰਨਾ, ਹੁਣ ਇਹਨਾਂ ਨੂੰ ਵਿਧਾਨ ਸਭਾ ਚੋਂ ਬਾਹਰ ਕਰਨਾ ਪਊਗਾ। ਉਹ ਕਹਿੰਦੇ ਸਪੀਕਰ ਮੁੱਖ ਮੰਤਰੀ ਦੇ ਕਹਿਣ ਤੇ ਚੱਲਦਾ ਹੈ। ਮੁੱਖ ਮੰਤਰੀ ਨੇ ਪਰਚੀ ਭੇਜੀ ਤਾਂ ਸਪੀਕਰ ਨੇ ਸਾਨੂੰ ਵਿਧਾਨ ਸਭਾ ਤੋਂ ਬਾਹਰ ਕਰਤਾ। ਇਹ ਬਹੁਤ ਛੋਟੀ ਗੱਲ ਲੱਗ ਸਕਦੀ ਹੈ, ਜਿੱਡੇ ਵੱਡੇ ਸ਼ਬਦ ਉੱਥੇ ਇੱਕ ਦੂਜੇ ਨੂੰ ਕਹੇ ਗਏ, ਪਰ ਅਸਲ 'ਚ ਜੇ ਇਦਾਂ ਹੋਇਆ, ਜੇ ਇਲਜ਼ਾਮ ਵੀ ਲੱਗਾ, ਤੇ ਲੋਕਤੰਤਰ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਸਾਡੀ ਲੀਡਰਸ਼ਿਪ ਨੇ ਲਾਤਾ। ਵੈਸੇ ਜਦੋਂ ਸਪੀਕਰ ਸਾਹਿਬ 4-4 ਸਾਲ ਅਸਤੀਫਾ ਆਪਣੇ ਕੋਲ ਰੱਖ ਛੱਡਦੇ ਆ, ਇੱਥੇ ਤਾਂ ਰਾਜਪਾਲ ਕੀ ਕੁਛ ਕਰਦੇ ਆ, ਉੱਪਰਲੇ ਪਾਸਿਓਂ ਜਿਹੜੇ ਬੰਦੇ ਇਦਾਂ ਦੀਆਂ ਪੋਸਟਾਂ ਦੇ ਉੱਤੇ ਬੈਠੇ ਹੁੰਦੇ ਆ, ਜਦੋਂ ਸਪੀਕਰ ਦੀ ਕੁਰਸੀ ਦੇ ਉੱਤੇ ਕੋਈ ਬੰਦਾ ਬਹਿ ਜਾਂਦਾ ਤੇ ਇਹਦਾ ਮਤਲਬ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਗਿਆ। ਪਰ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਕੈਮਰਿਆਂ ਦੇ ਸਾਹਮਣੇ ਇਲਜ਼ਾਮ ਲਾਇਆ, ਤਾਂ ਜੇ ਉਹਦੇ ਉੱਤੇ ਸਿਆਸਤਦਾਨ ਚੁੱਪ ਵੱਟ ਕੇ ਬਹਿੰਦੇ ਆ ਤਾਂ ਫਿਰ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਹਾਣੀ ਖਰਾਬ ਹੋ ਰਹੀ ਹੈ। ਤੇ ਕਹਾਣੀ ਨਹੀਂ, ਇਹ ਲੋਕਤੰਤਰ ਖਰਾਬ ਕਰ ਰਿਹਾ। ਜੇ ਲੋਕਤੰਤਰ ਖਰਾਬ ਹੋਇਆ ਤਾਂ ਆਮ ਲੋਕਾਂ ਨੂੰ ਫਿਰ ਹੱਕ ਹੁੱਕ ਨਹੀਂ ਜੇ ਮਿਲਣੇ। ਇਹ ਦੇਖੋ ਗੱਲ ਇਹ ਆ ਵੀ ਮਜੀਠੀਆ ਸਾਹਿਬ, ਦੇਖੋ ਆਹ ਦਿਨ ਵੀ ਆਉਣੇ ਸੀ, ਸੋਚਣ ਵਾਲੀ ਗੱਲ ਹੈ। ਮੇਰਾ ਖਿਆਲ ਅੱਗੇ ਵੀ ਸ਼ਾਇਦ ਆਪਾਂ ਗੱਲ ਕੀਤੀ ਕਿ ਨਹੀਂ ਕੀਤੀ, ਇੱਕ ਵਾਰ ਦੁਬਾਰਾ ਯਾਦ ਕਰਾ ਦਿੰਦੇ। ਜਦੋਂ ਅਕਾਲੀ ਭਾਜਪਾ ਸਰਕਾਰ ਸੀ, ਇੱਕ ਸਮਾਂ ਆਇਆ ਚੰਨੀ ਸਾਹਿਬ ਨੂੰ ਮੁੱਖ ਵਿਰੋਧੀ ਲੀਡਰ ਬਣਾਇਆ ਗਿਆ ਹੈ ਨਾ, ਵੀ ਕਾਂਗਰਸ ਪਾਰਟੀ ਵਾਲੇ ਪਾਸਿਓਂ। ਤੇ ਉਹ ਵੀਡੀਓ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣਦੇ ਬੜੀ ਵਾਇਰਲ ਹੋਈ ਵੀ ਆਹ ਲਓ ਜੀ, ਆਹ ਚੰਨੀ ਸਾਹਿਬ ਨੇ, ਨਾਲ ਇੱਕ ਬੰਦਾ ਹੋਰ ਅਤੇ ਬਾਕੀ ਡੈਸਕ ਖਾਲੀ ਨੇ। ਉਧਰੋਂ ਸੁਖਬੀਰ ਬਾਦਲ ਸਾਹਿਬ ਆ, ਮਜੀਠੀਆ ਸਾਹਿਬ ਆ, ਕੁਝ ਬੰਦੇ ਹੋਰ ਨੇ। ਉਹ ਸਵਾਲ ਪੁੱਛਦੇ ਨੇ, ਚੰਨੀ ਸਾਹਿਬ ਜਵਾਬ ਦੇ ਦਿਓ, ਫਿਰ ਉਦੋਂ ਬਾਅਦ ਬਹਿ ਜਾਂਦੇ ਆ, ਦੱਸੋ ਜੀ ਦੱਸੋ। ਉਹੀ ਗੱਲਾਂ ਜਦੋਂ ਮੇਰੇ ਖਿਆਲ ਨਾਲ ਅਸੀਂ ਉਹ ਸੜਕਾਂ ਦੇ ਉੱਪਰ ਪੈਚ ਲਾਏ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਚੰਨੀ ਸਾਹਿਬ ਨੇ ਉਹ ਗੱਲ ਦਿਲ 'ਚ ਰੱਖੀ ਵੀ ਕੋਈ ਗੱਲ ਨਹੀਂ, ਸਮਾਂ ਤੇ ਆਉਂਦਾ ਹੀ ਆ। ਤੇ ਜੇ ਆਪਾਂ ਕੱਲ੍ਹ ਦੇ ਉਸ ਵਿਧਾਨ ਸਭਾ ਸੈਸ਼ਨ ਦੀ ਦੇਖੀਏ, ਇਹ ਪੰਜਾਬ ਦੇ ਪੱਖ ਤੋਂ ਕੋਈ ਚੰਗਾ ਨਹੀਂ, ਮੈਂ ਵੀ ਕਹਿ ਦਿਆਂ ਪੰਜਾਬ ਦੀ ਰਾਜਨੀਤੀ ਦੇ ਹਿਸਾਬ ਨਾਲ ਵੀ ਕੋਈ ਚੰਗਾ ਨਹੀਂ, ਨਾ ਪਹਿਲਾਂ ਚੰਗਾ ਸੀ ਨਾ ਹੁਣ ਚੰਗਾ। ਪਰ ਜੇ ਆਪਾਂ ਪੰਜਾਬੀਆਂ ਦੀ ਉਹ ਨਹੀਂ ਹੁੰਦੀ ਵੀ ਲੜਾਈ ਵੀ ਕੋਈ ਗੱਲ ਨਹੀਂ, ਫਿਰ ਮੇਰਾ ਟਾਈਮ ਵੀ ਆਉਣ ਦੇ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਚੰਨੀ ਸਾਹਿਬ ਨੇ ਮਹਿਸੂਸ ਕੀਤਾ ਵੀ ਫਿਰ ਆਇਆ ਹੀ ਟਾਈਮ ਹੀ। ਹੁਣ ਦੱਸ। ਦੇਖੋ, ਪੈਚ ਅਤੇ ਪੱਚ 'ਚ ਬਹੁਤਾ ਫਰਕ ਨਹੀਂ ਲਿਖਣ ਦੇ ਵਿੱਚ। ਹੋ ਸਕਦਾ ਕਈ ਬੰਦੇ ਪੈਚ ਨੂੰ ਪੱਚ ਪੜ੍ਹ ਲੈਣ, ਕਈ ਪੱਚ ਨੂੰ ਪੈਚ ਪੜ੍ਹ ਲੈਣ। ਇੱਕ ਪੱਚ ਰੱਖੀ ਦਾ ਟਾਇਰ ਦੇ ਵਿੱਚ, ਉਹ ਕਹਿੰਦੇ ਟਾਇਰ ਦੇ ਵਿੱਚ ਇੱਕ ਹੋਰ ਟੋਟਾ ਜਿਹਾ ਟਾਇਰ ਦਾ ਰੱਖ ਲੈਣੇ ਕਿ ਭਾਈ ਇੱਥੋਂ ਦੁਬਾਰਾ ਪੈਂਚਰ ਨਾ ਹੋਵੇ। ਚੰਨੀ ਸਾਹਿਬ ਕਹਿੰਦੇ ਹੁਣ ਉਦੋਂ ਪੈਚ ਵਰਕ ਤੇ ਮੈਨੂੰ ਕਿ ਰਹੇ, ਮੈਂ ਤੁਹਾਡੇ ਪੱਚ ਅੱਜ ਮੈਂ ਰੱਖਦਾ ਉੱਥੇ ਲਾਉਣਾ ਜਿੱਥੇ ਟੂਬ ਫੁੱਲਦੀ ਹੈ, ਥੋੜੀ ਫੁੱਲਦੀ ਹੈ, ਤੇ ਨਾਲ ਮੁੜ ਕੇ ਐਂ ਥੁੱਕ ਲੱਗ ਦੇ ਦੇਣ, ਬੁੜਬੜਾਏ ਤਾਂ ਨਹੀਂ ਬਾਹਰ ਨੂੰ ਆਉਂਦਾ। ਚਲੋ, ਇਹ ਤਾਂ ਸਾਈਕਲ ਦੇ ਪੈਂਚਰ ਵਾਲੀ ਗੱਲ ਸੀ। ਸੰਧਾਲੀਆ ਸਾਹਿਬ ਇੱਥੇ ਬਹੁਤ ਧਿਆਨ ਦੇਣ ਵਾਲੀ ਗੱਲ ਕੀ ਹੈ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ, ਲੋਕਾਂ ਨੂੰ ਸੰਜੀਦਾ ਸਿਆਣੇ ਹੋਣਾ ਪਊਗਾ। 16 ਮਤੇ ਪਾਸ ਕੀਤੇ ਨੇ, 16 ਮਤੇ ਇੱਕ ਦਿਨ ਦੇ ਵਿੱਚ। ਮੈਂ ਕਹਿੰਦਾ ਕਿ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰਾਂ ਦਾ ਨਾਂ ਲਿਖਣਾ ਚਾਹੀਦਾ ਕਿ ਤੁਸੀਂ 117 ਜਣੇ ਆ, 113-14 ਹਾਜ਼ਰ ਹੋ, ਤੇ ਤੁਸੀਂ 16 ਮਤੇ ਇੱਕ ਦਿਨ ਦੇ ਵਿੱਚ ਪਾਸ ਕਰਤੇ। ਬਹਿਸ ਵੀ ਕਰਾ ਲਈ, ਚਰਚਾ ਵੀ ਕਰਾ ਲਈ, ਜ਼ੀਰੋ ਆਵਰ ਵੀ ਹੋ ਗਿਆ, ਸਿਫਰ ਕਾਲ ਜਿਹਨੂੰ ਕਹਿੰਦੇ ਆ। ਇਹਦਾ ਮਤਲਬ ਸਵਾਲ ਵੀ ਪੁੱਛ ਲਿਆ, ਸਾਰੀਆਂ ਵਿਰੋਧੀ ਧਿਰਾਂ ਦੀ, ਸੱਤਾਧਾਰੀ ਧਿਰ ਦੀ ਸਹਿਮਤੀ ਵੀ ਲੈ ਲਈ, 16 ਮਤੇ ਪਾਸ। ਜਾਨੀ ਕੈਲਕੂਲੇਸ਼ਨ ਕਰਕੇ ਦੇਖੀਏ ਕਿ ਜੇ ਹਰ ਮਤੇ ਤੇ ਹਰ ਪਾਰਟੀ ਨੂੰ ਸਮਾਂ ਦੇਣਾ ਹੋਵੇ ਤਾਂ ਕਿੰਨੇ ਸਕਿੰਟ ਦਾ ਸਮਾਂ ਆਉਂਦਾ ਹੈ। ਦੂਸਰੀ ਗੱਲ, ਇਹਦੇ ਨਾਲ ਇੱਕ BSF ਦਾ ਮੁੱਦਾ, ਖੇਤੀ ਕਾਨੂੰਨਾਂ ਦਾ ਮੁੱਦਾ, ਬਿਜਲੀ ਵਾਲਾ ਮੁੱਦਾ, ਇਹਦੇ ਵਿੱਚੋਂ ਆਪਾਂ ਖੇਤੀ ਕਾਨੂੰਨਾਂ ਤੇ ਆਉਨੇ ਆ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਉਹਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਪੰਜਾਬ ਵਿਧਾਨ ਸਭਾ ਨੇ ਕਰ ਦਿੱਤਾ ਕਿ ਭਾਈ ਆਹ ਲਓ, ਅਸੀਂ ਖੇਤੀ ਕਾਨੂੰਨ ਰੱਦ ਕਰਦੇ ਹਾਂ। ਪਹਿਲਾਂ ਉਹਦੇ ਵਿੱਚ ਸੋਧ ਹੀ ਕੀਤੀ ਸੀ ਕੈਪਟਨ ਸਾਹਿਬ ਦੇ ਸਮੇਂ। ਹੁਣ ਚਾਹੀਦਾ ਕੀ ਸੀ, ਜੇ ਤਾਂ ਸਾਡੀ ਲੀਡਰਸ਼ਿਪ ਸੰਜੀਦਾ ਹੁੰਦੀ। ਇਹ ਗੱਲ ਬੜੀ ਕਲੀਅਰ ਹੈ ਕਿ ਜਿਹੜੇ ਕਾਨੂੰਨ ਕੇਂਦਰ ਸਰਕਾਰ ਨੇ ਬਣਾਤੇ, ਤਾਂ ਜਿੰਨੀ ਉਹਨਾਂ ਦੀ ਤਾਕਤ ਹੈ, ਸੂਬਾ ਸਰਕਾਰਾਂ ਲੱਖ ਕਹੀ ਜਾਣ ਅਸੀਂ ਨਹੀਂ ਮੰਨਦੇ, ਜੇ ਅਸੀਂ ਨਹੀਂ ਮੰਨਦੇ ਉਹਨਾਂ ਦੇ ਕਾਨੂੰਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਤਾਂ ਇਹ ਸੱਚੀ ਮੁੱਚੀ ਕਿਸਾਨਾਂ ਦੇ, ਮਜ਼ਦੂਰਾਂ ਦੇ, ਛੋਟੇ ਦੁਕਾਨਦਾਰਾਂ ਦੇ ਹਮਦਰਦ ਨੇ ਜਾਂ ਹਮਦਰਦ ਹੁੰਦੇ, ਤਾਂ ਉੱਥੇ 5 ਮਿੰਟਾਂ ਦੇ ਵਿੱਚ ਮਤਾ ਪਾਸ ਕਰਕੇ ਕਿ ਸਾਡੀ ਸਹਿਮਤੀ ਹੈ, ਉਹਦੇ ਤੋਂ ਬਾਅਦ 2-3 ਘੰਟੇ ਇਸ ਮੁੱਦੇ ਤੇ ਚਰਚਾ ਕਰਦੇ ਕਿ ਭਾਈ ਮਤਾ ਪਾਸ ਕਰ ਦਿੱਤਾ, ਫਾਰਮੈਲਿਟੀ ਤਾਂ ਹੋ ਗਈ, ਪਰ ਫਰਕ ਤਾਂ ਕੋਈ ਵੀ ਨਾ ਪਿਆ। ਬਾਰਦਾਨਾ ਤਾਂ ਉਹਨਾਂ ਨੇ ਭੇਜਣਾ, ਸਾਰਾ ਕੁਝ ਤਾਂ ਉਹਨਾਂ ਨੇ ਕਰਨਾ। ਜੇ ਫਿਰ ਵੀ ਕਾਨੂੰਨ ਲਾਗੂ ਹੁੰਦੇ ਆ ਤੇ ਆਪਾਂ ਪੰਜਾਬ ਨੂੰ ਬਚਾਉਣਾ ਕਿੱਦਾਂ? ਸਾਡੇ ਕੋਲੇ ਕਾਨੂੰਨੀ ਅਲਟਰਨੇਟਿਵ ਕੀ ਹੈ, ਜ਼ਮੀਨੀ ਹਕੀਕਤ ਦੇ ਰੂਪ 'ਚ ਅਲਟਰਨੇਟਿਵ ਕੀ ਹੈ? ਇੱਕ MLA ਨਹੀਂ ਬੋਲਿਆ, ਇੱਕ ਵਿਧਾਇਕ ਨਹੀਂ ਬੋਲਿਆ, ਇੱਕ ਵੀ ਪਾਰਟੀ ਦੇ ਬੰਦੇ ਨੇ ਇਸ ਮੁੱਦੇ ਦੇ ਉੱਤੇ ਮੰਗ ਨਹੀਂ ਰੱਖੀ ਕਿ ਭਾਈ ਆਪਾਂ ਅੱਗਾ ਸਵਾਰੀਏ, ਕਿ ਜੇ ਆਪਾਂ ਸੂਬੇ ਪੱਧਰ ਦੇ ਉੱਤੇ ਇਹ ਗੱਲ ਕਹਿਣ ਜੋਗੇ ਹੋਗਾ ਲੋਕਾਂ ਜਾ ਕੇ, ਅਸੀਂ ਜੀ ਪਾਸ ਕਰ ਦਿੱਤਾ ਹੀ, ਅਸੀਂ ਕਾਨੂੰਨ ਨਹੀਂ ਲਾਗੂ ਹੋਣ ਦਿੰਦੇ। ਕਾਂਗਰਸੀ ਕਹਿਣਗੇ ਜੀ ਅਸੀਂ ਪਾਸ ਕੀਤਾ, ਅਕਾਲੀ ਕਹਿਣਗੇ ਜੀ ਸਾਡੀ ਸਰਕਾਰ ਲਿਆਓ, ਕੋਈ ਵੀ ਕੁਰਬਾਨੀ ਦੇਣੀ ਪੈ ਜਾਏ ਅਸੀਂ ਲਾਗੂ ਨਹੀਂ। ਪਰ ਜਿੰਨੀ ਦੇਰ ਸਾਡੇ ਲੀਡਰ ਇਸ ਮਸਲੇ ਦੇ ਉੱਤੇ ਸੰਜੀਦਗੀ ਦੇ ਨਾਲ ਚਰਚਾ ਹੀ ਨਹੀਂ ਕਰਦੇ,
ਕਿ ਜੇ ਅਗਲੇ ਫਿਰ ਵੀ ਕਹਿਣ ਕਿ ਅਸੀਂ ਲਾਗੂ ਕਰਨਾ ਹੈ, ਜੇ ਅਗਲੇ ਫਿਰ ਵੀ ਕਹਿਣ ਕਿ ਤੁਹਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ, ਤਾਂ ਸੂਬਾ ਕਰੂਗਾ ਕਿ ਇਸ ਮੁੱਦੇ ਤੇ ਕੋਈ ਵੀ ਵਿਧਾਇਕ ਇੱਕ ਸ਼ਬਦ ਨਹੀਂ ਫੁੱਟਿਆ। ਇੱਥੋਂ ਹੀ ਪਤਾ ਲੱਗਦਾ ਕਿ ਇਹਨਾਂ ਦੀ ਗੰਭੀਰਤਾ ਕਿੰਨੀ ਪੇਤਲੀ ਪੱਧਰ ਦੀ ਹੈ। ਨਹੀਂ ਪੇਤਲੀ ਪੱਧਰ ਦੀ ਹੈਗੀ ਹੈ। ਉਦਾਹਰਨ ਆਪਾਂ ਹੋਰ ਦੇ ਦਈਏ, ਕਈ ਬੰਦੇ ਹੁੰਦੇ ਯਾਰ ਵੀ ਥੋੜੀ ਜਿਹੀ ਗੱਲ ਸਮਝਾਓ, ਹੋਇਆ ਕੀ। ਦੇਖੋ ਜੀ, ਹੋਇਆ ਇਦਾਂ ਵੀ ਨਿਆਣਾ ਤਿਆਰ ਹੋਇਆ ਸਕੂਲੇ ਜਾਣ ਨੂੰ, ਘਰਦਿਆਂ ਕਿਹਾ ਵੀ ਤੈਨੂੰ ਪੁੱਤ ਸਕੂਲੇ ਘੱਲਣਾ, ਤੇ ਜਵਾਕ ਕਹਿੰਦਾ ਵੀ ਮੈਂ ਆਹ ਬੈਗ ਲਾ ਕੇ ਮਾਰਿਆ ਤੇ ਮੈਂ ਨਹੀਂ ਜਾਂਦਾ ਪਾਪਾ ਸਕੂਲੇ। ਹੁਣ ਇੱਥੋਂ ਆਪਾਂ ਇਹ ਕਹਿ ਲਈਏ ਵੀ ਪਾਪਾ ਕੇਂਦਰ ਸਰਕਾਰ ਹੈ, ਉਹ ਕਹਿੰਦਾ ਵੀ ਉਹ ਸਾਹਮਣੇ ਸਕੂਲ ਵਾਲੀ ਵੈਨ ਖੜੀ ਤੇ ਤੈਨੂੰ ਵਿੱਚ ਮੈਂ ਲੱਦਣਾ ਹੀ। ਇਹ ਹੋ ਗਿਆ ਵੀ ਕਾਨੂੰਨ, ਖੇਤੀ ਵਾਲਾ ਕਾਨੂੰਨ, ਵੀ ਨਿਆਣੇ ਨੂੰ ਬੱਸ 'ਚ ਲੱਦਣਾ ਹੀ, ਸਕੂਲੇ ਘੱਲਣਾ ਹੀ। ਤੇ ਨਿਆਣਾ ਹੋ ਗਿਆ ਸਰਕਾਰ ਪੰਜਾਬ ਵਾਲੀ, ਰਾਜ ਸਰਕਾਰ ਕਹਿੰਦੀ ਵੀ ਆਹ ਝੋਲਾ ਲਾ ਕੇ ਸੁੱਟਦਾ। ਉਹ ਕਹਿੰਦੇ ਵੀ ਇਹ ਤਾਂ ਤੂੰ ਪਹਿਲਾਂ ਵੀ ਲਾਇਆ ਹੈ। ਕਹਿੰਦਾ ਵੀ ਚੰਗਾ ਮੈਂ ਬੂਟ ਵੀ ਲਾਈ, ਹੁਣ ਨਹੀਂ ਮੈਂ ਚਾਹਣਾ ਉੱਥੇ। ਹੁਣ ਗੱਲ ਇਹ ਆ ਵੀ ਉਹ ਜਿਹੜਾ ਜਵਾਕ ਆ ਉਹਨੂੰ ਭਾਪੇ ਦੇ ਤਾਕਤ ਕਿੰਨੀ, ਉਹ ਤਾਂ ਆਪਾਂ ਨੂੰ ਪਹਿਲਾਂ ਪਤਾ ਵੀ ਉਹਨੇ ਸਣੇ ਬੂਟ ਤੇ ਸਣੇ ਝੋਲਾ ਤੇ ਕਲਾਵੇ 'ਚ ਜਵਾਕ ਲੈ ਲੈਣਾ, ਤੇ ਸਾਹਮਣੇ ਬਾਰੀ 'ਚੋਂ ਵੈਨ ਵਾਲਾ ਕੰਡਕਟਰ ਅੱਗੇ ਖਲੋਤਾ ਵੀ ਲੈ ਲਿਓ ਕੋਈ ਨਹੀਂ ਆ ਗਿਆ। ਤੁਸੀਂ ਇਹ ਕਹਿੰਦੇ ਹੋ ਵੀ ਜਦੋਂ ਜਵਾਕ ਨੂੰ ਵਧੋ ਵਧੀ ਉਹਨਾਂ ਨੇ ਵੈਨ 'ਚ ਲੱਦ ਕੇ ਤੇ ਟਾ ਬਾਏ ਬਾਏ ਪੁੱਤ ਮੇਰਾ ਇੱਦਾਂ ਕੀਤਾ, ਫਿਰ ਜਵਾਕ ਕੀ ਕਰੂਗਾ? ਇਹੀ ਗੱਲ ਆ। ਇਹ ਤੋਂ ਬਾਅਦ ਤੇ ਕੁਝ ਵੀ ਨਹੀਂ ਹੋਇਆ ਬਸ ਸਾਡਾ ਕੰਮ ਕਹਿੰਦੇ ਇੱਥੇ ਤੱਕ ਆਓ। ਇਹ ਤੋਂ ਬਾਅਦ ਤਾਂ ਫਿਰ ਹੁਣ ਜਵਾਕ ਜਿਹੜਾ ਰੋਂਦਾ ਕਰਲਾਉਂਦਾ ਥੋੜਾ ਚਿਰ ਗਲੇਡੂ ਸੁੱਟੂਗਾ। ਇਹ ਤੋਂ ਬਾਅਦ ਕਹਿੰਦੇ ਵੈਨ ਵਾਲੇ ਨਹੀਂ ਕਰਨਾ ਜੋ ਕਰਨਾ। ਜਾਂ ਫਿਰ ਜਦੋਂ ਸਕੂਲੇ ਚਲ ਗਿਆ ਫਿਰ ਮਾਸਟਰਨੀ ਜੀ ਨੇ ਕਰਨਾ ਵੀ ਆ ਮੇਰਾ ਪੁੱਤ ਆ ਮੈਂ ਪੜਾਵਾਂ। ਬਿਲਕੁਲ ਠੀਕ ਗੱਲ ਹੈ ਸੰਧਾਲੀਆ ਸਾਹਿਬ। ਹੋਰ ਦੇਖੋ ਤੁਸੀਂ ਕਮਾਲ ਦੀ ਗੱਲ, ਇਹ ਤੋਂ ਵੀ ਅੱਗੇ ਹੋ ਗਿਆ ਕਿ ਫਿਰ ਮੁੱਦਾ ਆ ਗਿਆ ਬਿਜਲੀ ਦਾ। ਬੜਾ ਰੌਲਾ ਪੈਂਦਾ ਸੀ ਬਿਜਲੀ ਸਮਝੌਤੇ ਰੱਦ ਕਰਨੇ ਆ, ਬਿਜਲੀ ਸਮਝੌਤੇ ਰੱਦ ਕਰਨੇ ਆ। ਆਮ ਬੰਦਾ ਇਦਾਂ ਨਾ ਸੋਚੇ ਕਿ ਭਾਈ ਇਹ ਗੱਲਾਂ ਤਾਂ ਅਸੀਂ ਸੁਣ ਲਈਆਂ, ਤੁਸੀਂ ਇਹ ਨਹੀਂ ਸੁਣੀਆਂ। ਤੁਸੀਂ ਇਹ ਸੁਣਿਆ ਕਿ ਕਿਹੜੇ ਲੀਡਰ ਨੇ ਕਿਹਨੂੰ ਕੀ ਕਿਹਾ। ਉਹਦੇ ਨਾਲ ਤੁਹਾਡੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਪੈਣਾ। ਤੁਹਾਡੀ ਜ਼ਿੰਦਗੀ ਤੇ, ਤੁਹਾਡੀ ਆਮਦਨ ਤੇ, ਤੁਹਾਡੀ ਸਿਹਤ ਤੇ, ਤੁਹਾਡੀ ਬਿਮਾਰੀ ਤੇ, ਤੁਹਾਡੇ ਸਕੂਲ ਦੇ ਮਾਸਟਰ ਤੇ, ਤੁਹਾਡੇ ਸਰਕਾਰੀ ਹਸਪਤਾਲ ਦੇ ਡਾਕਟਰ ਦੀ ਗਿਣਤੀ ਤੇ ਕੋਈ ਅਸਰ ਹੀ ਨਹੀਂ ਪੈਣਾ। ਉਹ ਤਾਂ ਸਵਾਦ ਲੈਂਦੇ ਸੀ ਨਾ ਲੀਡਰ ਉੱਥੇ, ਤੇ ਤੁਸੀਂ ਸਵਾਦ ਲੈ ਲਿਆ। 70 ਲੱਖ ਰੁਪਈਆ ਇੱਕ ਦਿਨ ਦਾ ਤੁਹਾਡੇ ਜੇਬ ਦੇ ਵਿੱਚੋਂ ਗਿਆ। ਹੁਣ ਬਿਜਲੀ ਸਮਝੌਤਿਆਂ ਦੇ ਮੁੱਦੇ ਤੇ ਰੌਲਾ ਇਹ ਪੈਂਦਾ ਸੀ ਕਿ ਇੱਕ ਧਿਰ ਕਹਿੰਦੀ ਸੀ ਰੱਦ ਹੋ ਹੀ ਨਹੀਂ ਸਕਦੇ, ਸਰਕਾਰੀ ਧਿਰ ਸੱਤਾਧਾਰੀ ਕਹਿੰਦੇ ਰੱਦ ਕਿੱਦਾਂ ਨਹੀਂ ਹੋ ਸਕਦੇ। ਹੁਣ ਉੱਥੇ ਮਤਾ ਕੀ ਲਿਆਂਦਾ ਗਿਆ ਕਿ ਭਾਈ ਬਿਜਲੀ ਸਮਝੌਤਿਆਂ ਦੇ ਵਿੱਚ ਜਿਹੜੀ ਬਿਜਲੀ ਦੀ ਕੀਮਤ ਦੀ ਦਰ, ਰੇਟ, ਕੀਮਤ ਤੈਅ ਕੀਤੀ ਗਈ ਹੈ, ਬਿਲਕੁਲ ਉਹਨੂੰ ਨਹੀਂ ਮੰਨਾਂਗੇ। ਕਿਉਂਕਿ ਜੇ ਸਿੱਧਾ ਕਹਿੰਦੇ ਸਮਝੌਤੇ ਰੱਦ ਤਾਂ ਮਸਲਾ ਟ੍ਰਿਬਿਊਨਲ ਦੇ ਕੋਲ ਆ ਤੇ ਕੁਝ ਹੋਣਾ ਨਹੀਂ ਸੀ। ਹੁਣ ਕਹਿੰਦੇ ਜੀ ਕੀਮਤ ਨਹੀਂ ਅਸੀਂ ਮੰਨਾਂਗੇ। ਠੀਕ ਹੈ ਭਾਈ, ਉਹੀ ਬਿਜਲੀ ਸਸਤੀ ਦੇਣ, ਪੰਜਾਬ ਦੇ ਲੋਕਾਂ ਨੂੰ ਕੀ ਇਤਰਾਜ਼ ਹੈ। ਪਰ ਇੱਥੇ ਸਭ ਤੋਂ ਵੱਡਾ ਕੰਡਾ ਜਿੱਥੇ ਫਸਿਆ, ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖਜ਼ਾਨਾ ਮੰਤਰੀ ਹੈ, ਉਹ ਕਹਿੰਦੇ ਜੀ 50,000 ਕਰੋੜ ਰੁਪਈਏ ਦਾ ਘਾਟਾ ਪੰਜਾਬ ਨੂੰ ਵਿੱਤੀ ਤੌਰ ਤੇ ਪੈ ਗਿਆ ਕਿਉਂਕਿ ਬਿਜਲੀ ਸਮਝੌਤੇ ਗਲਤ ਕੀਤੇ ਸੀ। ਕੰਵਰ ਸੰਧੂਰਾ ਨੇ ਉਂਗਲੀ ਖੜੀ ਕਰਤੀ, ਖਰੜ ਤੋਂ ਨੇ, ਆਮ ਆਦਮੀ ਪਾਰਟੀ ਦੇ ਨੇ ਕਾਗਜ਼ਾਂ 'ਚ। ਕੰਵਰ ਸੰਧੂਰੀ ਕਹਿੰਦੇ ਜੀ ਗੱਲ ਪਾਰਟੀ ਦੇ ਕਾਗਜ਼ਾਂ 'ਚ ਕਈ ਨੇ ਵਿਚਾਰੇ। ਹਾਂ, ਮੈਂ ਉਹੀ ਕਹਿੰਦਾ ਅਜੇ ਤੱਕ ਸ਼ਬਦ ਤੇ ਨਾ ਘੱਟੋ ਘੱਟ ਦਿਲ ਤੇ ਨਾ ਦਿਖਾਓ, ਕਿਉਂਕਿ ਕੇਜਰੀਵਾਲ ਸਾਹਿਬ ਵੀ ਹੋ ਸਕਦਾ ਆਪਾਂ ਨੂੰ ਸੁਣਦੇ ਵੇਖਦੇ ਹੁਣ, ਉਹਨਾਂ ਕਹਿਣਾ ਅਸੀਂ ਬਾਹਰ ਠੇਦਾਂ ਤੇ ਨਾ ਕਹਿੰਦਾ ਨਹੀਂ ਵੀ ਸੰਧਾਲੀਆ ਕਹਿ ਲੈਂਦਾ ਕੋਈ ਨਹੀਂ ਬੰਦਾ ਸਾਡਾ ਹੀ ਬਾਹਰ ਨਾ ਕਹਿੰਦਾ। ਚਲੋ ਹੁਣ ਅੱਛਾ, ਅੱਜ ਮੈਂ ਆਮ ਆਦਮੀ ਪਾਰਟੀ ਦਾ ਕਿਤੇ ਤਾਂ ਨਹੀਂ ਆਉਂਦੇ ਕਰੋ ਯਾਰ। ਅੱਛਾ, ਉਹਨਾਂ ਦੇ ਬੰਦੇ ਘੱਟ ਗਏ, ਉਧਰ ਮੈਨੂੰ ਪਾ ਦਿਓ। ਨਹੀਂ, ਕੋਰਮ ਤਾਂ ਪੂਰਾ ਕਰਨਾ ਨਾ, ਇਹ ਨਾ ਹੋਵੇ ਵਿਰੋਧੀ ਧਿਰ ਦਾ ਰੁਤਬਾ ਖੁੱਸ ਜਾਏ। ਤੁਹਾਡੇ ਮੈਨੂੰ ਬਿਠਾਓਗੇ ਤਾਂ ਉਹਨਾਂ ਨੇ ਕਹਿਣਾ ਇਹ ਯਾਰ ਐਮਐਲਏ ਨਹੀਂ ਹੋ ਸਕਦਾ, ਤੁਹਾਨੂੰ ਬਿਠਾਵਾਂਗੇ ਅਗਰ ਇਹਨੇ ਮੁੱਖ ਸੰਸਦੀ ਸਕੱਤਰ ਮੰਨ ਲੈਣਾ। ਚਲੋ ਠੀਕ ਹੈ, ਕੋਲ ਮਿਲਾ ਕੇ ਜਿੱਧਰ ਵੱਜਦੀਆਂ ਉਧਰ ਮੈਨੂੰ ਪਾ ਦਿਓ। 50,000 ਕਰੋੜ ਦਾ ਘਾਟਾ। ਕੰਵਰ ਸੰਧੂਰੀ ਕਹਿੰਦੇ ਜੀ ਇੱਕ ਮਿੰਟ ਮਿਲ ਜਾਏਗਾ, ਕੁਝ ਬੋਲਣਾ ਸੀ ਕਿਉਂਕਿ ਬੜੇ ਭਾਸ਼ਾ ਬੜੀ ਉਹ ਨਾਪ ਤੁਰ ਕੇ ਬੋਲਦੇ ਹੁੰਦੇ। ਉਹ ਕਹਿੰਦੇ ਮਨਪ੍ਰੀਤ ਸਿੰਘ ਬਾਦਲ ਜੀ, ਜੇ ਮੈਨੂੰ ਗਲਤੀ ਨਹੀਂ ਲੱਗਦੀ, ਜਿਹੜੇ ਸਮਝੌਤਿਆਂ ਦੇ ਕਰਕੇ ਤੁਸੀਂ ਕਹਿੰਦੇ 50,000 ਕਰੋੜ ਦਾ ਘਾਟਾ ਪਿਆ, ਉਦੋਂ ਵੀ ਸ਼ਾਇਦ ਤੁਸੀਂ ਵਿੱਤ ਮੰਤਰੀ ਸੀਗੇ, ਉਦੋਂ ਵੀ ਤੁਸੀਂ ਉਸ ਕੈਬਨਿਟ ਦੇ ਵਿੱਚ ਹੀ ਸੀਗੇ ਜਿਨ੍ਹਾਂ ਨੇ ਉਹ ਸਮਝੌਤੇ ਕੀਤੇ ਸੀ। ਮੈਨੂੰ ਮਾੜਾ ਜਿਹਾ ਦਰੁਸਤ ਕਰ ਦਿਓ ਜੇ ਮੈਂ ਠੀਕ ਨਹੀਂ ਹੈਗਾ ਤਾਂ। ਮਨਪ੍ਰੀਤ ਸਿੰਘ ਬਾਦਲ ਹੋਰੀ ਕਹਿੰਦੇ ਮੈਂ ਇਸੇ ਕਰਕੇ ਅਸਤੀਫਾ ਦਿੱਤਾ। ਕਹਿੰਦੇ ਨਹੀਂ, ਅਸਤੀਫਾ ਤੁਸੀਂ ਤਾਂ ਦਿੱਤਾ ਕਿਉਂਕਿ ਤੁਸੀਂ ਸਬਸਿਡੀਆਂ ਦੇ ਖਿਲਾਫ ਸੀ, ਤੁਸੀਂ ਸਮਝੌਤਿਆਂ ਦੇ ਖਿਲਾਫ ਨਹੀਂ ਸੀ। ਫਿਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਸ਼ਾਇਦ ਕਿਤੇ ਇੱਧਰ ਮੰਤਰੀ ਦੇ ਤੌਰ ਦੇ ਉੱਤੇ ਸਰਕਾਰੀ ਸਕੂਲ 'ਚ ਜਾਂਦਿਆਂ ਕੰਧ ਤੇ ਲਿਖਿਆ ਪੜ੍ਹਿਆ ਹੋਣਾ, ਇੱਕ ਚੁੱਪ ਤੇ 100 ਸੁੱਖ, ਫਿਰ ਉਹ ਚੁੱਪ ਕਰ ਗਏ ਸੀ। ਨਹੀਂ ਪ੍ਰਧਾਨ ਜੀ ਆਏ, ਪ੍ਰਧਾਨ ਜੀ ਨੂੰ ਪਤਾ ਸੀ ਭਾਈ ਸਾਹਿਬ ਇਹ ਵੇਲਾ ਸੰਭਾਲਣ ਦਾ। ਪ੍ਰਧਾਨ ਜੀ ਕਹਿੰਦੇ ਦੇਖੋ ਐਵੇਂ ਇਦਾਂ ਗੱਲਾਂ 'ਚ ਨਹੀਂ ਪੈਣ ਦੀ ਲੋੜ ਹੈਗੀ, ਤੁਹਾਨੂੰ ਬੜਾ ਕਲੀਅਰ ਕਰ ਦੇ ਵੀ ਟੈਰਿਫ ਜਿਹੜਾ ਉਹ ਰੱਦ ਕੀਤਾ ਹੈ। ਹੁਣ ਹੋ ਸਕਦਾ ਵੀ ਜਦੋਂ ਅਸੀਂ ਟੈਰਿਫ ਦੀ ਗੱਲ ਕਰਦੇ ਹਾਂ ਕਈਆਂ ਦੇ ਦਿਮਾਗ ਫਿਰ ਨਾ ਆਵੇ, ਫਿਰ ਆਪਾਂ ਦੇਸੀ ਉਦਾਹਰਨ ਦੇਣੀ ਪੈਣੀ। ਮਤਲਬ ਹੁਣ ਗੱਲ ਇਦਾਂ ਹੋ ਗਈ ਵੀ ਭਾਈ ਸਾਹਿਬ ਵੀ ਆਪਾਂ ਕਰ ਲਈ ਸਾਲਮ ਸੋਮੋ ਵਾਲਾ ਮੰਗਦਾ ਵੀ 1400 ਲੈਣਾ ਹੀ, ਇੱਧਰ ਘਰ ਵਾਲਿਆਂ ਦਾ ਰੇਟ ਕਾ ਲੈ 1400 ਕਾਹਦਾ ਯਾਰ, 6 ਸਵਾਰੀਆਂ ਤੂੰ 1400 ਮੰਗੀ ਜਾਂਦਾ। ਉਹ ਕਹਿੰਦਾ ਨਾ ਇਹਦੋਂ ਘੱਟ ਪੁੱਗਦਾ ਨਹੀਂ ਵੀ, ਡੀਜ਼ਲ ਕਿੰਨਾ ਮਹਿੰਗਾ ਤੂੰ ਇਹ ਦੇ। ਸੋਮੋ ਦੇ ਟਾਇਰ ਮੈਂ ਨਵੇਂ ਪਵਾਏ ਆ, ਵਿੱਚ ਜਿਹੜੀਆਂ ਉਹ ਲਾਲ ਨੀਲੀਆਂ ਪੀਲੀਆਂ ਬੱਤੀਆਂ ਵੱਖਰੀਆਂ ਲਵਾਈਆਂ ਨੇ, ਉਦੋਂ ਬਾਅਦ ਰਾਹ ਜੇ ਕੋਈ ਮਿਲ ਪਿਆ 150 ਉਹਨੂੰ ਵੀ ਦੇਣਾ ਪੈਣਾ,
ਚਾਹ ਮੈਂ ਆਪਣੇ ਪੱਲਿਓਂ ਪੀਣੀ, ਉਹ ਤੁਸੀਂ ਮੈਨੂੰ ਪੁੱਛਣੀ ਨਹੀਂ। ਹੁਣ ਉਹ ਸਾਰੇ ਰੌਲੇ ਦੇ ਵਿੱਚ ਰੌਲਾ ਇਹ ਪੈ ਗਿਆ, ਜਵਾਕ ਨੇ ਘਰੇ ਜਾ ਕੇ ਦੱਸਦਾ, ਉਹ ਕਹਿੰਦੇ ਸੁਮੋ ਮੋੜਤੀ ਯਾਰ, ਉਹ ਕਹਿੰਦੇ ਅਸੀਂ ਨਹੀਂ ਚੜ੍ਹਨਾ ਇਹ ਸੁਮੋ ਦੇ, ਅਸੀਂ ਗੱਡੀ ਹੋਰ ਕਰ ਲਾਂਗੇ, ਜਾਓ ਭਾਜੋ ਲੈ ਜਾਓ। ਫਿਰ ਹੌਲੀ ਹੌਲੀ ਧੁਖਦੀ ਗੱਲ ਇਹ ਪਈ ਕਿ ਵੀ ਯਾਰ ਬੀਬੀਆਂ ਤਿਆਰ ਹੋਈਆਂ ਬੈਠੀਆਂ, ਸੁਮੋ ਵਾਲਾ ਬਾਹਰ ਖਲੋਤਾ, ਜਿੱਥੇ ਪਹੁੰਚਣਾ ਉਹਦੇ ਬਿਨਾਂ ਗੁਜ਼ਾਰਾ ਨਹੀਂਗਾ, ਹੋਰ ਗੱਡੀ ਹੈ ਕੋਈ ਨਹੀਂ, ਕਰੀਏ ਕੀ। ਫਿਰ ਸਿਆਣੇ ਬੰਦੇ ਨੇ ਆ ਕੇ ਗੱਲ ਕਲੀਅਰ ਕੀਤੀ ਵੀ ਨਹੀਂ ਸੁਮੋ ਉਹ ਰਹਿਣੀਆਂ, ਸਵਾਰੀਆਂ ਵੀ ਉਹ ਰਹਿਣੀਆਂ, ਸਿਰਫ 1400 ਰੁਪਈਆ ਰੱਦ ਕੀਤਾ ਵੀ ਉਹ ਨਹੀਂ ਦੇਣਾ, ਥੋੜਾ ਦੇਣਾ ਹੀ, ਹਾਂ ਥੋੜਾ ਦੇਣਾ ਵੀ 400 ਚ ਨਿਬੜ ਗਈ, ਹਾਂ 1000 ਚ ਨਿਬੇੜ ਲਓ, 800 ਚ ਨਿਬੇੜ ਲਓ, 700 ਚ ਨਿਬੇੜ ਲਓ। ਸੋ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਉਹ ਜਿਹੜੀ ਸੁਮੋ ਉਹੀ ਹੈ, ਸਵਾਰੀਆਂ ਉਹੀ ਨੇ, ਯਾਨੀ ਕਿ ਬਿਜਲੀ ਕੰਪਨੀਆਂ ਉਹੀ ਨੇ, ਇੱਧਰੋਂ ਸਰਕਾਰ ਉਹੀ ਆ। ਹਾਂ ਉਹ ਜਿਹੜਾ 1400 ਦੇਣਾ ਕਿ 700 ਦੇਣਾ 800 ਦੇਣਾ, ਉਹ 'ਤੇ ਜੇ ਕਾਂਟਾ ਵੱਜਾ ਹੋ ਸਕਦਾ ਵੀ ਗਲਾਸ ਸਟੀਲ ਦੇ ਚਾਹ ਬਿਠਾ ਲੈ ਕੇ ਤੇ ਬਹਿ ਜਾਣ ਵੀ ਚੱਲ ਯਾਰ ਤੂੰ ਨਿਬੇੜ, ਫਿਰ ਅਸੀਂ 600 ਦਿੰਦੇ ਹਾਂ। ਉਹ ਕਹਿੰਦਾ ਨਹੀਂ 1300, ਚੱਲ 700, ਨਹੀਂ 1200, ਚੱਲ 800 ਕਰ ਲਈ, ਫਿਰ ਨਹੀਂ 1100। ਹੁਣ ਬਾਕੀ ਵੇਖੋ ਕਿੱਥੇ ਨਿਬੜਦੇ ਨਹੀਂ, ਇਸ ਕਰਕੇ ਮੈਂ ਨਿਬੇੜੀ ਨਹੀਂ 1000 ਰੁਪਈਏ ਦੇ ਨਿਬੇੜਦੀ। ਕਹਿੰਦੇ ਨੋਟ ਇੱਥੇ ਲਿਆ ਕੇ ਰੱਖ ਦਿਓ, ਰੁਪਈਆ 1000 ਲੈਣਾ ਐਡਵਾਂਸ ਹੈ, ਕਿਉਂਕਿ ਰਾਹ 'ਚੋਂ ਤੇਲ ਪਾਉਣਾ, 2 ਜਗ੍ਹਾ ਦੇ ਉੱਤੇ ਟੋਲ ਦੇਣਾ, ਪਹਿਲਾਂ ਦੇ ਦਿਓ। ਹਾਂ ਹੁਣ ਸੰਧਾਲੀਆ ਸਾਹਿਬ ਉਹਦੇ ਤੋਂ ਬਾਅਦ ਨਹੀਂ, ਇੱਕ ਪਰ ਲੜਾਈ ਜਿਹੜੀ ਉਹਦੀ ਐਗਜ਼ਾਮਪਲ ਰਹਿ ਗਈ, ਦੇ ਦਿਓ। ਉਹ ਮਤਲਬ ਵੱਡਾ ਮੁੰਡਾ ਜਿਹੜਾ ਸੀਗਾ, ਜਿਹਨੇ ਰੌਲਾ ਪਾਇਆ ਹਾਂ ਇੱਦਾਂ ਕਿੱਦਾਂ ਇਹ ਸੁਮੋ ਵਾਲਾ 1400 ਕਿੱਦਾਂ ਮੰਗ ਜਾਂਦਾ, ਉਹਨੂੰ ਗੁਆਂਢੀਆਂ ਦੇ ਉੱਤੋਂ ਦੂਰੋਂ ਆਵਾਜ਼ ਪਈ, ਲੈ ਜਦੋਂ ਤੂੰ ਅੱਡੇ ਤੋਂ ਲੈ ਕੇ ਆਇਆ ਉਦੋਂ 1400 ਤੂੰ ਆਪ ਮੰਨਿਆ ਉੱਥੇ ਮੇਰੇ ਸਾਹਮਣੇ। ਹੁਣ ਮੈਂ ਨਹੀਂ ਕਹਿੰਦਾ ਵੀ ਇਹਦੇ 'ਚ ਕਮਰ ਸੰਧੂ ਗੁਆਂਢੀ ਸੀ ਜਾਂ ਕੋਈ ਵੱਡਾ ਮੁੰਡਾ ਕੌਣ ਸੀ, ਮਤਲਬ ਨਹੀਂ ਗੱਲ ਤਾਂ ਠੀਕ ਹੈ ਤੁਹਾਡੀ, ਮੈਂ ਤਾਂ ਦੱਸਦੀ। ਉਹ ਕਹਿੰਦਾ ਮੈਂ ਕਦੋਂ ਕਿਹਾ ਸੀ, ਉਦੋਂ ਮੈਂ ਤਾਂ ਕੁਝ ਵੀ ਨਹੀਂ ਕਿਹਾ, ਹੁਣ ਮੇਰਾ ਨਾਂ ਲਈ ਜਾਂਦੇ, ਹੁਣ ਮੇਰਾ ਨਾਂ ਲਈ ਜਾਂਦਾ। ਬਾਕੀ ਸੰਧਾਲੀਆ ਸਾਹਿਬ ਉੱਥੇ ਬਹੁਤ ਕਮਾਲ ਦੀਆਂ ਗੱਲਾਂ ਹੋਈਆਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ, ਕਿਉਂਕਿ ਸਮਾਂ ਥੋੜਾ ਸੀ ਨਾ, ਬਹੁਤ ਕੰਮ ਕਾਹਲੀ 'ਚ ਕਰਨੇ ਪਏ। ਚੰਨੀ ਸਾਹਿਬ ਹੋਰਾਂ ਨੇ ਕਿਹਾ, ਉਹ ਕਹਿੰਦੇ ਜੀ ਦੇਖੋ ਬਹੁਤ ਕੁਝ ਗੰਦ ਦੇ ਰੂਪ 'ਚ ਪਿਆ, ਉਂਗਲੀਆਂ ਅਕਾਲੀਆਂ ਨੂੰ ਕਰੀ ਜਾਣ। ਉਹ ਫਿਰ ਔਖੇ ਭਾਰੇ ਹੋਏ ਕਿ ਤੁਸੀਂ ਐਂ ਕਿੱਦਾਂ ਬੋਲ ਸਕਦੇ ਆ। ਉਧਰੋਂ ਫਿਰ ਨਾਲ ਹੀ ਜਿਹੜੇ ਬੰਦੇ ਇੱਕ ਦੂਜੇ ਦੇ ਕੋਲ ਨਹੀਂ ਸੀ ਜਾਂਦੇ, ਫਿਰ ਨਵਜੋਤ ਸਿੰਘ ਸਿੱਧੂ ਹੋਰੀ ਵੀ ਚੰਨੀ ਸਾਹਿਬ ਦੇ ਕੋਲ ਆ ਗਏ, ਬਿਕਰਮ ਸਿੰਘ ਮਜੀਠੀਆ ਹੋਰੀ ਅਕਾਲੀ ਦਲ ਦੇ ਵਿਧਾਇਕਾਂ ਦੇ ਨਾਲ ਮੂਹਰੇ ਆ ਗਏ। ਉਹ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਜੀ ਤੁਸੀਂ ਭਾਜਪਾ 'ਚ ਹੁੰਦੇ ਸੀ। ਨਵਜੋਤ ਸਿੰਘ ਸਿੱਧੂ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਚੋਣ ਕਾਂਗਰਸ ਤੋਂ ਲੜੀ ਸੀ। ਉਹ ਕਹਿੰਦੇ ਜੀ ਤੁਸੀਂ ਫਲਾਨੀ ਜਗ੍ਹਾ ਤੇ ਜਾਂਦੇ ਆ, ਠੋਕੋ ਤਾਲੀ ਜਾਂਦੇ ਆ, ਇਦਾਂ ਕਰਦੇ ਆ, ਉਦਾਂ ਕਰਦੇ ਆ। ਉਹ ਤਸਕਰ ਸ਼ਬਦ ਤੱਕ ਵਰਤਿਆ ਨਵਜੋਤ ਸਿੰਘ ਸਿੱਧੂ ਹੋਰਾਂ ਨੇ। ਤੇ ਨਾਲ ਦੀ ਨਾਲ ਜਦੋਂ ਇਹ ਸਾਰਾ ਕੁਝ ਹੋ ਗਿਆ, ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਾਂ ਰਾਤ ਨੂੰ ਸੁਪਨੇ 'ਚ ਵੀ ਰਾਜਾ ਵੜਿੰਗ ਆਉਂਦਾ ਹੀ। ਉਹ ਮੋਰੇ ਉਹ ਕਹਿੰਦੇ ਅਸੀਂ ਜਾਣਦੇ ਹਾਂ ਤੁਹਾਨੂੰ ਕਿ ਤੁਸੀਂ ਸਾਰਾ ਕੁਝ ਜਿਹੜਾ ਸਾਡੇ ਤੇ ਲਾਉਨੇ ਉਦੋਂ ਤੁਸੀਂ ਵੀ ਸਾਡੇ ਨਾਲ ਹੀ ਹੁੰਦੇ ਸੀ। ਜਾਣੀ ਕਿ ਪੰਜਾਬ ਦੀ ਵਿਧਾਨ ਸਭਾ 'ਚ ਐਨ ਉਦਾਂ ਹੀ ਮਿਹਣੀ ਜਿੱਦਾਂ ਦੋ ਬੀਬੀਆਂ ਇਧਰਲੇ ਪਾਸੇ ਇਹਨਾਂ ਦੀ ਪੌੜੀ, ਉਧਰਲੇ ਪਾਸੇ ਉਹਨਾਂ ਦੀ ਪੌੜੀ ਤੇ ਕੰਧ ਦੇ ਉੱਪਰ ਦੀ ਇਹਦਾ ਕਿੱਦਾਂ ਹੋ ਸਕਦਾ? ਇਹ ਦੋ ਬੀਬੀਆਂ ਕੰਧ ਵਾਲੀਆਂ ਤੇ ਰੋਜ਼ ਹੁੰਦੇ ਆ। ਆਪਾਂ ਇਹੋ ਸੁਮੋ ਬਿਠਾ ਕੇ ਲੈ ਚੱਲਦੇ ਵੀ ਚਲੋ ਇਹਨਾਂ ਦਾ ਸੌਦਾ ਹੋ ਗਿਆ, ਹੁਣੇ ਚੱਲ ਗਏ ਵਿਆਹ ਤੇ, ਠੀਕ ਹੈ। ਉੱਥੇ ਲੜਾਈ ਹੋਈ ਪਕੌੜਿਆਂ ਤੋਂ ਵੀਰ ਜੀ। ਉਹ ਕਹਿੰਦਾ ਵੀ ਚਟਨੀ ਵਾਲੀ ਪਲੇਟ ਉੱਤੇ, ਕਹਿੰਦਾ ਉਧਰ ਭਾਪੇ ਵਾਲੇ ਪਾਸੇ ਰਸਗੁੱਲਾ ਗੁਲਾਬ ਜਾਮਨ। ਉਦਾਂ ਜਦੋਂ ਕੰਮ ਚੱਲਿਆ ਨਾ, ਫਿਰ ਜਦੋਂ ਥੋੜਾ ਬਹੁਤ ਠੰਡਾਲਾ ਜਿਹਾ ਤਾਂ ਕਹਿੰਦੇ ਬਾਕੀ ਦੇ ਸਾਰੇ ਲੱਭ ਗਏ, ਪਾਪਾ ਕਿੱਥੇ ਹੈ? ਕਹਿੰਦੇ ਉਹਨੇ ਕਿਤੇ ਪੀਤੀ, ਕਹਿੰਦੇ ਉਹ ਕੁਰਸੀ ਥੱਲੇ ਪਿਆ। ਸੋ ਉਹ ਹਾਲਾਤ ਇਹਨਾਂ ਕੀਤੇ। ਪਰ ਇੱਕ ਚੀਜ਼ ਹੈ, ਮੇਰੇ ਖਿਆਲ ਨਾਲ ਸਿੱਧੂ ਸਾਹਿਬ ਦੇ ਮਨ ਨੂੰ ਥੋੜੀ ਜਿਹੀ ਤਸੱਲੀ ਤੇ ਹੋਈ ਹੋਣੀ ਵੀ ਯਾਰ ਕੋਈ ਨਹੀਂ, ਫਿਰ ਵੀ ਚੰਨੀ ਬਾਈ ਖਲੋਤਾ ਤੇ ਹੈ ਨਾ ਮੇਰੇ ਨਾਲ। ਕਿਉਂਕਿ ਆਹ ਜਿਹੜੀ ਘਟਨਾ ਤੁਸੀਂ ਦੱਸੀ, ਜਦੋਂ ਇੱਧਰੋਂ ਮਜੀਠੀਆ ਸਾਹਿਬ ਵੀ ਆ ਗਏ, ਅਕਾਲੀ ਦਲ ਆ ਗਿਆ, ਉੱਧਰੋਂ ਆਪਣਾ ਸਿੱਧੂ ਸਾਹਿਬ ਆ ਗਏ, ਉਦੋਂ ਪਹਿਲਾਂ ਉਹ ਕਹਿੰਦੇ ਸੀ ਨਾ ਵੀ ਤੁਸੀਂ ਕਿੱਦਾਂ ਸਾਡੇ ਪ੍ਰਧਾਨ ਨੂੰ ਬੋਲ ਸਕਦੇ ਇੱਦਾਂ, ਬਈ ਸਾਡੇ ਪ੍ਰਧਾਨ ਨਾਲ ਇੱਦਾਂ ਕਿੱਦਾਂ ਤੁਸੀਂ ਗੱਲ ਕਰ ਸਕਦੇ ਆ? ਉਹ ਮੈਂ ਨਾ ਵੀ ਦੇਖੋ, ਜੇ ਇਹਦੋਂ ਪਹਿਲਾਂ ਵੀ ਤੂੰ ਤੜਾਕ ਹੁੰਦੀ ਰਹੀ ਆ, ਇਹਦੋਂ ਪਹਿਲਾਂ ਵੀ ਕਾਂਗਰਸ ਦੇ ਮੁੱਖ ਮੰਤਰੀ ਹੁੰਦੇ ਰਹੇ ਕੈਪਟਨ ਸਾਹਿਬ, ਕਦੀ ਇੱਦਾਂ ਨਹੀਂ ਕਦੀ ਕਿਸੇ ਨੇ ਕਿਹਾ ਵੀ ਹਾਂ। ਕਿਉਂਕਿ ਜੇ ਪੇਚੇ ਦੀ ਗੱਲ ਕਰੀਏ ਤਾਂ ਪਿਛਲੀ ਵੀਡੀਓ ਕੱਢ ਕੇ ਵੇਖ ਲਈਏ, ਉਦੋਂ ਵੀ ਸਿੱਧੂ ਸਾਹਿਬ ਤੇ ਮਜੀਠੀਆ ਸਾਹਿਬ ਦਾ ਪੇਚਾ ਪਿਆ ਸੀ। ਕੈਪਟਨ ਸਾਹਿਬ ਨੇ ਕਦੀ ਨਹੀਂ ਕਿਹਾ ਵੀ ਹਾਂ ਵੀ ਤੁਸੀਂ ਕਿੱਦਾਂ ਵੀ ਇੱਦਾਂ ਸਾਡੇ ਬੰਦੇ ਨੂੰ ਬੋਲਦੇ। ਬਹੁਤ ਹੀ ਜ਼ਿਆਦਾ ਆਸਬੰਦ ਹੋਣ ਦੀ ਲੋੜ ਨਹੀਂ। ਤੁਹਾਨੂੰ ਯਾਦ ਹੋਣਾ ਜਦੋਂ ਪਿਛਲੀ ਵਾਰੀ ਮਜੀਠੀਆ ਸਾਹਿਬ ਨਾਲ ਪੰਗਾ ਪਿਆ ਸੀ ਤਾਂ ਕਾਂਗਰਸ ਵੱਲੋਂ ਦੋ ਬੰਦੇ ਇੱਕ ਦੂਜੇ ਦੇ ਨਾਲ ਲੱਗ ਕੇ ਉਹਨਾਂ ਨੂੰ ਮਿਹਣੇ ਦਿੰਦੇ ਸੀ। ਇੱਕ ਇਹੀ ਨਵਜੋਤ ਸਿੰਘ ਸਿੱਧੂ ਸੀ ਤੇ ਦੂਜੇ ਸੁਖਜਿੰਦਰ ਸਿੰਘ ਰੰਧਾਵਾ। ਤੇ ਅੱਜ ਰੰਧਾਵਾ ਸਾਹਿਬ ਹੈ ਨਹੀਂ। ਹਾਂ, ਮੈਂ ਵੈਸੇ ਗੱਲ ਕਰ ਰਿਹਾ। ਚਲੋ ਮੈਂ ਨਾ ਤੁਸੀਂ ਨਹੀਂ ਬਹਿਣ ਦੇਣੇ ਸੁਮੋ 'ਚ ਇਕੱਠੇ ਹੋ ਗਏ ਬੰਦੇ। ਮੈਂ ਤਾਂ ਕਹਿੰਦਾ ਮੋੜਦੀ ਹੈ ਸੁਮੋ। ਨਹੀਂ ਬੱਸ ਆਉਂਦੀ ਹੈ, ਸੁਮੋ ਮੋੜਦੀ ਹੈ ਦੀ ਗੱਲ ਨਹੀਂ। ਪੈਂਚਰ ਹੋ ਜਾਏ ਤਾਂ ਬੱਸ 'ਚ ਹੀ ਆਉਣਾ ਪੈਂਦਾ ਜਾਂ ਅਗਲਾ ਬੰਦਾ ਹੋਰ ਗੱਡੀ ਕਰਕੇ ਦਿੰਦਾ ਜੀ, ਕੋਈ ਗੱਲ ਨਹੀਂ, ਸਵਾਰੀ ਥੋੜੀ ਖਰਾਬ ਕਰਨੀ ਹੈ। ਫਿਰ ਇੱਕ ਬੰਦਾ ਪਿਛਲੀ ਵਾਰ ਵਾਲਾ ਸੀ। ਮੇਰੀ ਬੇਨਤੀ ਸੁਣਿਓ, ਮੈਂ ਬੇਨਤੀ ਤੁਹਾਨੂੰ ਇਹ ਕਰਨੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹਦੇ ਵਿੱਚੋਂ ਲੱਭਾ ਕੀ, ਕਿਉਂਕਿ ਸੁਮੋ ਵਾਲੇ ਨੇ ਆਪਣੇ ਪੈਸੇ ਲੈ ਜਾਣੇ ਆ, ਤੁਸੀਂ ਪਕੌੜੇ ਖਾ ਕੇ ਆਪਣੇ ਘਰ ਨੂੰ ਜਾਣਾ। ਰੌਲਾ ਤੇ ਹੈ ਕਿ ਜਿਨ੍ਹਾਂ ਦਾ 70 ਲੱਖ ਲੱਗਾ ਵਿਧਾਨ ਸਭਾ ਦੇ ਸੈਸ਼ਨ ਦੇ ਇਸ ਦਿਨ, ਉਹਨਾਂ ਨੂੰ ਕੀ ਲੱਭਾ? ਸਿੱਧੂ ਸਾਹਿਬ ਨੇ ਮਜੀਠੀਆ ਸਾਹਿਬ ਨੂੰ ਕੀ ਕਹਿਤਾ, ਮਜੀਠੀਆ ਸਾਹਿਬ ਨੇ ਇੱਧਰ ਕੀ ਕਹਿਤਾ, ਉਹਨਾਂ ਨੇ ਚੰਨੀ ਸਾਹਿਬ ਨੂੰ ਕੀ ਕਹਿਤਾ, ਚੰਨੀ ਸਾਹਿਬ ਨੇ ਉਹਨੂੰ ਕੀਤਾ। ਇਸ ਗੱਲ ਦੇ ਵਿੱਚੋਂ ਕੁਛ ਨਹੀਂ। ਕਿਹਦੇ ਸ਼ਬਦ ਵਾਪਸ ਲੈ ਲਿਆ, ਕਿਹਨੇ ਕਹਿਤੇ, ਉਸ ਗੱਲ ਦਾ ਵੀ ਕੁਛ ਨਹੀਂ।
ਕੁਲਵੀਰ ਸਿੰਘ ਜੀਰਾ ਹੋਰਾਂ ਦੇ ਬਾਬਤ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਜੀ ਕੁਲਵੀਰ ਸਿੰਘ ਜੀਰਾ ਨੇ ਸਾਡੇ ਪਵਨ ਕੁਮਾਰ ਟੀਨੂ ਨੂੰ ਕਿਹਾ ਕਿ ਮੈਂ ਤੈਨੂੰ ਘਰੇ ਆ ਕੁੱਟਣਾ। ਇੱਥੋਂ ਤੱਕ ਗੱਲ। ਬਾਹਰ ਆ ਤੂੰ ਉੱਥੇ ਆ ਕੇ। ਹੁਣ ਵਿਧਾਨ ਸਭਾ ਦੇ ਵਿੱਚ ਤੁਸੀਂ ਬੰਦੇ ਉਹ ਭੇਜੇ ਨੇ ਜਿਹੜੇ ਕਿਸੇ ਨੂੰ ਕਹਿੰਦੇ ਆ ਘਰੋਂ ਆ ਕੇ ਕੁੱਟਣਾ ਤੇ ਕਿਸੇ ਨੂੰ ਕੁਛ ਹੋਰ। ਬਿਕਰਮ ਸਿੰਘ ਮਜੀਠੀਆ ਨੇ ਇੱਕ ਦਾਅਵਾ ਕਰਤਾ, ਸਿੱਧੂ ਸਾਹਿਬ ਨੇ ਅੰਦਰ ਤਸਕਰ ਸ਼ਬਦ ਵਰਤਿਆ। ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਜੀ ਗੱਲ ਮੈਂ ਅੱਜ ਕਲੀਅਰ ਕਰਦਾ ਕਿ ਜੇ ਕਾਂਗਰਸ ਪਾਰਟੀ ਦੇ ਕਿਸੇ ਵੀ ਬੰਦੇ ਦੇ ਕੋਲ ਇੱਕ ਵੀ ਕੋਈ ਕਾਨੂੰਨੀ ਸਬੂਤ ਹੈਗਾ ਕਿ ਮੇਰਾ ਨਸ਼ੇ ਦੇ ਮਾਮਲੇ 'ਚ ਕੋਈ ਲੈਣਾ ਦੇਣਾ ਤਾਂ ਪਬਲਿਕ ਡੋਮੇਨ 'ਚ ਰੱਖ ਦੇਵੇ, ਜਨਤਕ ਕਰ ਦੇਵੇ। ਜੇ ਤਾਂ ਇਹ ਕਹਿੰਦੇ ਜੀ ਕੇਸ ਕਰ ਦਿਓ, ਅਦਾਲਤ 'ਚ ਲੈ ਜਾਓ, ਫਿਰ ਗੱਲ ਹੋਰ ਹੋਣੀ ਸੀ। ਅਗਲਾ ਬੰਦਾ ਕਹਿੰਦਾ ਜੀ ਪਬਲਿਕ ਡੋਮੇਨ 'ਚ ਰੱਖ ਦਿਓ। ਹੁਣ ਇਹ ਚੁਣੌਤੀ ਹੈ ਕਿ ਇੱਕ ਪਾਸੇ ਤੁਸੀਂ ਫਿਰ ਹੋਰ ਕਹਿਤਾ। ਉਹ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਜੇ ਭਗਵੰਤ ਸਿੰਘ ਦਾ ਮੁੰਡਾ ਤਾਂ 18/11 ਨੂੰ ਜਾਣੀ ਐਸੇ ਮਹੀਨੇ ਦੀ 18 ਤਰੀਕ ਨੂੰ ਹਾਈ ਕੋਰਟ ਆ ਜਾਵੇ, ਕਿਉਂਕਿ ਉਸ ਦਿਨ STF ਦੀ ਰਿਪੋਰਟ ਵਾਲੇ ਮੁੱਦੇ ਤੇ ਸੁਣਵਾਈ ਹੈ। ਹੁਣ ਉਹ ਕਹਿੰਦੇ ਕਿ ਸਾਨੂੰ ਪੱਕਾ ਹੀ ਪਤਾ ਨਸ਼ਿਆਂ ਦਾ ਕੰਮ ਕਿਹਨੇ ਕੀਤਾ। ਇਹ ਕਹਿੰਦੇ ਮੈਨੂੰ ਪੱਕਾ ਹੀ ਪਤਾ, ਮੇਰਾ ਨਾਂ ਹੈ ਨਹੀਂ, ਰਿਪੋਰਟ ਸੀਲ ਬੰਦ ਆ। ਨਹੀਂ, ਉਹ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ, ਉਹ ਕਹਿੰਦੇ ਵੀ ਜੇ ਅਦਾਲਤ ਨੇ ਚਾਹਿਆ ਇਹ 18 ਤਰੀਕ ਨੂੰ ਸਾਹਮਣੇ ਆ ਜਾਣੀ ਹੈ ਗੱਲ ਸਾਰੀ, ਪਹਿਲਾਂ ਹੁਣ ਕਹਿਣ ਦੀ ਕੋਈ ਲੋੜ ਨਹੀਂ। ਨਹੀਂ ਤਾਂ ਨਵਜੋਤ ਸਿੰਘ ਸਿੱਧੂ 3 ਦਿਨ ਪਹਿਲਾਂ ਕਹਿੰਦੇ ਸੀ ਕਿ ਉਹਨੇ ਰੋਕਿਆ ਹੀ ਨਹੀਂ। ਦੇਖੋ ਗੱਲ ਨਹੀਂ ਸਮਝੇ ਤੁਸੀਂ, ਜ਼ਰੂਰ ਲੜਾਉਣੇ ਯਾਰ। ਨਹੀਂ ਮੈਂ ਨਹੀਂ ਲੜਾਉਂਦਾ, ਦੇ ਵਿਚਾਰੇ ਇਕੱਠੇ ਹੋਏ। ਮੈਂ ਨਹੀਂ ਲੜਾਉਂਦਾ ਉਧਰਲੇ ਪਾਸਿਓਂ, ਕਦੇ ਤਿਵਾੜੀ ਸਾਹਿਬ ਤੇ ਕਦੇ ਬਿੱਟੂ ਸਾਹਿਬ ਤੇ ਕਦੇ ਉਧਰਲੇ ਪਾਸੇ ਜਾਖੜ ਸਾਹਿਬ। ਉਹ ਤਿੰਨੋਂ ਬੰਦੇ ਜਿਹੜੇ ਆ ਸੀਨੀਅਰ ਨੇ, ਇੱਕ 3 ਵਾਰੀ ਦੇ MP ਨੇ ਤੇ ਉਧਰਲੇ ਪਾਸੇ ਤਿਵਾੜੀ ਸਾਹਿਬ ਤਾਂ ਰਹੇ ਹੀ ਸਾਰੀ ਉਮਰ ਹਾਈ ਕਮਾਂਡ ਨਾਲ, ਤੇ ਜਾਖੜ ਸਾਹਿਬ ਅੱਜ ਤੱਕ ਬਹੁਤ ਚੰਗੇ ਤਰੀਕੇ ਅਨੁਸ਼ਾਸਨ ਦੇ ਵਿੱਚ ਰਹਿੰਦੇ ਸੀ। ਪਰ ਅੱਜ ਕੱਲ ਟਵੀਟ ਉਹ ਵੀ ਠੋਕ ਕੇ ਇਦਾਂ ਕਰਦੇ ਆ ਕਿ ਕਦੇ ਚੰਨੀ ਸਾਹਿਬ ਐਂ ਦੇਖਦੇ ਤੇ ਕਦੇ ਸਿੱਧੂ ਸਾਹਿਬ ਦੇਖਦੇ ਕਿ ਭਾਈ ਹੋਈ ਕੀ ਜਾਂਦਾ। ਪਰ ਕੁੱਲ ਮਿਲਾ ਕੇ ਸੰਧਾਲੀਆ ਸਾਹਿਬ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜੋ ਆਸਾਂ ਉਮੀਦਾਂ ਸੀ ਉਸ ਦੇ ਮੁਤਾਬਕ ਪੂਰਾ ਕੰਮ ਨਹੀਂ ਹੋਇਆ। ਕਦੇ ਅਕਾਲੀ ਬਾਹਰ ਚਲੇ ਗਏ, ਆਮ ਆਦਮੀ ਪਾਰਟੀ ਵਾਲੇ ਕਦੇ ਬਾਹਰ ਚਲੇ ਗਏ, ਪਰ ਪੰਜਾਬ ਦੇ ਆਮ ਲੋਕਾਂ ਨੂੰ ਜੋ ਆਸ ਸੀ ਉਧਰਲੇ ਬਾਬਤ ਕੁਝ ਨਹੀਂ ਹੋਇਆ। BSF ਵਾਲੇ ਮੁੱਦੇ ਤੇ ਵੀ ਹੋ ਗਿਆ, ਪੰਜਾਬੀ ਭਾਸ਼ਾ ਵਾਲੇ ਮੁੱਦੇ ਤੇ ਵੀ। ਭਾਸ਼ਾ ਦਾ ਐਕਟ ਤਾਂ ਪਹਿਲਾਂ ਵੀ ਬਣਿਆ, ਲਾਗੂ ਨਹੀਂ ਸੀ ਹੋ ਸਕਿਆ। ਖੇਤੀਬਾੜੀ ਕਾਨੂੰਨਾਂ ਦੇ ਵਿੱਚ ਸੋਧ ਦਾ ਮੁੱਦਾ ਪਹਿਲਾਂ ਵੀ ਸੀ ਹੋਇਆ, ਲਾਗੂ ਨਹੀਂ ਸੀ ਹੋ ਸਕਿਆ। ਕੁੱਲ ਮਿਲਾ ਕੇ ਸ਼ਬਦੀ ਗੱਲਾਂ ਬਹੁਤੀਆਂ, ਜ਼ਮੀਨੀ ਪੱਧਰ ਤੇ ਕੀ ਹੋ ਸਕੂਗਾ ਕੁਝ ਨਹੀਂ ਸਮਝ। ਨਹੀਂ, ਜ਼ਮੀਨੀ ਪੱਧਰ ਤੇ ਹੋਇਆ ਤਾਂ ਦੋ ਘਟਨਾਵਾਂ ਉਹਨਾਂ ਦਾ ਜ਼ਿਕਰ ਕਰੀਏ ਜਿਹੜੀਆਂ ਪੰਜਾਬ ਵਿਧਾਨ ਸਭਾ 'ਚ ਹੋਈਆਂ। ਇੱਕ ਤੇ ਕਮਾਲੂ ਸਾਹਿਬ ਬੋਲੇ ਨੇ ਜੀ, ਕਮਾਲੂ ਸਾਹਿਬ ਦੀ ਵੀਡੀਓ ਹੁਣ ਵੀ ਤੁਸੀਂ ਦੇਖ ਲਿਓ। ਕਮਾਲੂ ਸਾਹਿਬ ਬੈਠੇ ਉਧਰ ਨੇ, ਕਿਉਂਕਿ ਬਹਿਣਾ ਆਮ ਆਦਮੀ ਪਾਰਟੀ ਦੇ ਬੈਂਚਾਂ ਤੇ ਪੈਣਾ। ਤਾਰੀਫ ਰਾਜੇ ਵੜਿੰਗ ਦੀ ਕਰੀ ਜਾਂਦੇ ਨੇ। ਉਹ ਤਾਂ ਆਪ ਦੇਖਿਆ ਵੱਟ ਕੱਢੇ, ਫਿਰ ਇਹਨੂੰ ਕਹਿੰਦੇ ਵੱਟ ਕੱਢਣੇ, ਐਦਾਂ ਕੱਢੀ ਦੇ ਫਿਰ ਵੱਟ ਤੇ ਸ਼ਾਬਾਸ਼, ਮੈਂ ਕਹਿੰਦਾ ਵੱਟ ਕੱਢੇ, ਗਾਂ ਵੀ ਇਹ ਵੱਟ ਕੱਢਾਂਗੇ। ਹੁਣ ਇਹ ਸਵਾਲ ਜਗਤਾਰ ਸਿੰਘ ਜੱਗਾ ਰਾਏਕੋਟ ਵਾਲੇ, ਮੈਂ ਇੱਥੇ ਤੁਹਾਡੇ ਨਾਲ ਸਹਿਮਤ ਨਹੀਂ। ਕਿਉਂ ਜੀ? ਤੁਸੀਂ ਕਹਿੰਦੇ ਕਿ ਕਮਾਲੂ ਸਾਹਿਬ ਬੰਦੇ ਇਹਨਾਂ ਦੇ ਬੈਠੇ ਉਧਰ, ਸੋਆ ਸਾਹਿਬ ਦਾ ਬੈਠ ਹੀ ਕਾਂਗਰਸੀਆਂ ਨਾਲ ਗਏ। ਨਹੀਂ, ਉਹ ਪਹਿਲਾਂ ਉਧਰ ਸੀ, ਕਮਾਲੂ ਸਾਹਿਬ ਤੇ ਬਿਲਕੁਲ ਪਿੱਛੇ ਬੈਠੇ। ਹਾਂ, ਮੁੜ ਕੇ ਤਾਂ ਆ ਗਿਆ ਨਾ। ਜਦੋਂ ਉਹਨਾਂ ਨੇ ਵੇਖਿਆ ਤੇਰਾ ਭਲਾ ਯਾਰ, ਕਮਾਲੂ ਸਾਹਿਬ ਬੰਦੇ ਉਧਰਲੇ ਨੇ, ਬੋਲ ਇਧਰੋਂ ਰਹੇ ਨੇ, ਪਰ ਬੋਲਦੇ ਫਿਰ ਉਹਨਾਂ ਦੇ ਹੱਕ 'ਚ ਨੇ। ਫਿਰ ਅਚਾਨਕ ਉਹਨਾਂ ਦੇ ਦਿਮਾਗ 'ਚ ਆਣਾ, ਲੈ ਭੈਣ ਰੂਪੀ ਤੇ ਜੇ ਕੱਲ ਗਈ ਉਹਨਾਂ ਦੇ ਵਿੱਚ, ਤੇ ਫਿਰ ਉਹਨਾਂ ਨੇ ਦਿਓ ਗੇੜੇ ਤੇ ਗੇੜਾ। ਫਿਰ ਉੱਠ ਕੇ ਗਏ ਨੇ ਜਾ ਕੇ, ਜਿੱਦਾਂ ਉਹਨਾਂ ਨੇ ਫਿਰ ਜੱਫੀ ਪਾਈ ਹੈ ਨਾ ਚੰਨੀ ਸਾਹਿਬ ਨੂੰ, ਉਦੋਂ ਹੀ ਰੌਲਾ ਪੈ ਗਿਆ। ਕਹਿੰਦੇ ਆਹ ਲਓ ਜੀ, ਇੱਕ MLA ਹੋਰ ਆ ਗਿਆ ਜੀ। ਦੇਖੋ, ਰਾਏਕੋਟ ਤੋਂ MLA ਨੇ, ਹੁਣ ਰਾਏਕੋਟ ਤੋਂ MLA ਆ, ਤੇ ਜਿੱਦਾਂ ਉਹਨਾਂ ਨੇ ਜੇ ਤਾਂ ਜਾ ਕੇ ਕੱਲੀ ਜੱਫੀ ਪਾਈ ਹੁੰਦੀ ਕੋਈ ਦਿੱਕਤ ਨਹੀਂ ਸੀ। ਜੱਫੀ ਤਾਂ ਰਾਹੁਲ ਗਾਂਧੀ ਮੋਦੀ ਸਾਹਿਬ ਨੂੰ ਵੀ ਪਾ ਲੈਂਦੇ ਆ ਪਾਰਲੀਮੈਂਟ 'ਚ। ਪਰ ਜਿਹੜਾ ਉਹਨਾਂ ਨੇ ਕਿਹਾ ਕਿ ਹੁਣ ਬਣਿਆ ਹੀ ਆਮ ਆਦਮੀ ਪਾਰਟੀ ਦਾ ਬੰਦਾ ਲੀਡਰ, ਸਾਡੇ ਵਾਲੇ ਤਾਂ ਉਦੋਂ ਹੀ ਗੱਲਾਂ ਹੀ ਕਰਦੇ ਆ। ਜਾਣੀ ਤੁਸੀਂ ਇਹ ਦੇਖੋ ਕਿ ਇਲਹਾਮ ਜਿਹੜਾ ਹੁੰਦਾ ਨਾ, ਅਚਾਨਕ ਪੌਣੇ 5 ਸਾਲ ਬਾਅਦ ਜਦੋਂ ਚਾਨਣ ਹੁੰਦਾ, ਉਹ ਚਾਨਣ ਦੇ ਵਿੱਚ ਉਹ ਕਹਿੰਦੇ ਜੀ ਤੂੰ ਨਹੀਂ ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਸੀ ਤਾਂ ਮੈਂ ਰਾਏਕੋਟ ਤੋਂ MLA ਬਣਿਆ। ਆਹ ਬੰਦੇ ਨੇ ਅਸਲੀ ਚੰਨੀ ਸਾਹਿਬ, ਤੇ ਇੱਥੇ ਗੱਲ ਕਰਨੀ ਬਣਦੀ ਹੈ। ਫੇਰ ਕਹਿੰਦੇ ਮਾੜਾ ਜਿਹਾ ਪਰੇ ਨੂੰ ਹੋਇਓ, ਇੱਥੇ ਬਹਿ ਜਾਣਾ, ਜਿਹੜੇ 5-7 ਮਿੰਟ ਹੋਰ ਹੈਗੇ ਆ ਉਹ ਕਾਂਗਰਸੀਆਂ ਨੇ ਜਾ ਕੇ ਬਹਿ ਗਏ। ਇਹ ਤੇ ਹੁਣ ਗੱਲ ਤੇ ਕਲੀਅਰ ਹੀ ਹੈ ਨਾ। ਹੁਣ ਜਿੰਨੇ ਕੁ ਬੰਦੇ ਤੁਸੀਂ ਇਹ ਦੇਖੋ ਵੀ ਆਮ ਆਦਮੀ ਪਾਰਟੀ ਦੇ ਡੈਸਕਾਂ ਤੇ ਬੈਠੇ ਸੀ, ਉਹਨਾਂ ਜਿਵੇਂ ਬਹੁਤੇ ਬੰਦੇ ਤੇ ਕਾਂਗਰਸ 'ਚ ਨੇ, ਬਹਿਣਾ ਉਹਨਾਂ ਨੂੰ ਇੱਧਰਲੇ ਪਾਸੇ ਪੈਂਦਾ ਹੈ। ਮੇਰਾ ਖਿਆਲ 2 ਦਿਨ ਪਹਿਲਾਂ ਚੰਨੀ ਸਾਹਿਬ ਨੇ ਵੀ ਤੇ ਕਹਿ ਦਿੱਤਾ ਹੈ ਨਾ, ਉਹ ਆਹੋ ਹੁਣ ਆਮ ਆਦਮੀ ਪਾਰਟੀ ਵੀ ਨਾਂ ਦੀ ਪਾਰਟੀ ਰਹਿ ਗਈ, ਵਿਰੋਧ ਵਿਰਾਦ ਦੇ ਵਿੱਚ ਹੈ ਤੇ ਹੈ ਨਹੀਂ ਉਹਨਾਂ ਦੇ ਵਿੱਚ ਬੰਦੇ। ਤੇ ਹੋ ਸਕਦਾ ਵੀ ਸਵਾਲ ਸਾਹਿਬ ਨੇ ਵੀ ਸੋਚਿਆ ਵੀ ਯਾਰ ਇਸ ਤੋਂ ਪਹਿਲਾਂ ਵੀ ਐਵੇਂ ਹੋਰ ਆਪਣੀ ਹੋਵੇ, ਚੰਗਾ ਨਹੀਂ ਵੀ ਆਪਾਂ ਜਿੱਧਰ ਭਾਰੀ ਟਰਾਲੀ ਹੋਏ ਉਧਰਲੇ ਪਾਸੇ ਚੱਲਦੇ। ਪਰ ਜਿਹੜੀ ਗੱਲ ਉਹਨਾਂ ਨੇ ਉੱਥੇ ਜਾ ਕੇ ਫਿਰ ਗਈ, ਮੀਡੀਆ ਨੂੰ ਬਾਹਰ ਆ ਕੇ ਕਹਿੰਦੇ ਵੀ ਦੇਖੋ ਮੈਂ ਅਜੇ ਸ਼ਾਮਲ ਨਹੀਂ ਆਇਆ ਕਾਂਗਰਸ ਦੇ ਵਿੱਚ, ਇਹ ਗੱਲ ਮੈਂ ਬਾਅਦ ਦੱਸੂਗਾ, ਪਰ ਮੁੱਖ ਮੰਤਰੀ ਜਿਹੜਾ ਉਹ ਭਾਈ ਸਾਹਿਬ ਚੰਨੀ ਸਾਹਿਬ ਵਰਗਾ ਚਾਹੀਦਾ। ਕਹਿੰਦੇ ਸਾਡੇ ਨਾਲ ਕੋਈ ਮੁੱਖ ਮੰਤਰੀ ਦਾ ਚਿਹਰਾ ਵੀ ਹੈ ਨਹੀਂਗਾ, ਨਾ ਇਹਨਾਂ ਨੇ 17 'ਚ ਦਿੱਤਾ, ਨਾ ਇਹ 22 ਲਈ ਦੇ ਰਹੇ। ਮੈਨੂੰ ਇਹ ਨਹੀਂ ਸਮਝ ਲੱਗੀ ਵੀ ਅਜੇ ਮੁੱਖ ਮੰਤਰੀ ਦੀ ਕੋਈ ਗੱਲ ਹੀ ਹੈ ਨਹੀਂ ਗੀ। ਉਹ ਰੂਬੀ ਹੋਰੀ ਵੀ ਇਹੀ ਗੱਲ ਕਹਿ ਕੇ ਗਏ ਸੀ, ਇਹ ਹਿੱਸਵਾਲ ਸਾਹਿਬ ਨੇ ਜੱਫੀ ਇਸੇ ਮਾਮਲੇ ਦੇ ਉੱਪਰ ਜਾ ਕੇ ਪਾ ਲਈ ਵੀ ਮੁੱਖ ਮੰਤਰੀ ਦਾ ਚਿਹਰਾ, ਇਹ ਮੁੱਖ ਮੰਤਰੀ ਦੇ ਇਕੱਲੇ ਚਿਹਰੇ ਦੇ ਉੱਪਰ ਹੀ ਪਾਰਟੀ ਬਦਲ ਜਾਂਦੀ ਹੈ। ਉਹ ਤੇ ਗੱਲ ਬਾਅਦ ਦੀ। ਸੰਧਾਲੀਆ ਸਾਹਿਬ ਬਹੁਤ ਕੈਲਕੂਲੇਟ ਜਿਹਾ ਹੋ ਕੇ ਕੰਮ ਚੱਲ ਰਿਹਾ।
ਪਹਿਲਾਂ ਬੀਬੀ ਰੂਬੀ ਹੋਰੀ ਜਿਹੜੇ ਬਠਿੰਡਾ ਦਿਹਾਤੀ ਹਲਕੇ ਤੋਂ ਨੇ, ਉਹ ਬਠਿੰਡਾ ਦਿਹਾਤੀ ਹਲਕੇ ਤੋਂ ਐਵੇਂ ਨਹੀਂ ਉਹ ਸ਼ਾਮਲ ਹੋ ਗਏ। ਤੇ ਕਈ ਵਾਰੀ ਹੁੰਦਾ ਜੀ ਉੱਥੋਂ ਦੇ ਪੁਰਾਣੇ ਬੰਦੇ ਕੀ ਕਰਨਗੇ। ਉੱਥੋਂ ਹਰਵਿੰਦਰ ਸਿੰਘ ਲਾਡੀ ਕਾਂਗਰਸ ਪਾਰਟੀ ਦੇ ਪਿਛਲੀ ਵਾਰ ਕੈਂਡੀਡੇਟ ਸੀਗੇ ਬੀਬੀ ਰੂਬੀ ਦੇ ਹਲਕੇ ਤੋਂ। ਮੈਂ ਥੋੜ੍ਹਾ ਜਿਹਾ ਸਮੀਕਰਨ ਦੱਸਦਾ ਕਿ ਇਹ ਗੱਲ ਕਿੱਥੋਂ ਚੱਲਦੀ ਹੈ। ਉਹਨਾਂ ਨੂੰ 29,000 ਵੋਟਾਂ ਮਿਲੀਆਂ ਸੀ, ਤੀਸਰੇ ਨੰਬਰ ਤੇ ਆਏ ਸੀ। ਬੰਦੇ ਉਹ ਮਨਪ੍ਰੀਤ ਸਿੰਘ ਬਾਦਲ ਦੇ ਸੀ, ਪਰ ਬਾਅਦ ਵਿੱਚ ਉਹਨਾਂ ਦੀ ਸੁਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਜ਼ਿਆਦਾ ਮਿਲਣ ਲੱਗ ਪਈ ਤੇ ਬੀਬੀ ਰੂਬੀ ਨੂੰ ਅਚਾਨਕ ਬਠਿੰਡਾ ਦਿਹਾਤੀ ਹਲਕੇ ਤੋਂ ਮੌਜੂਦਾ ਵਿਧਾਇਕਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਕਰਕੇ, ਇਹ ਨਹੀਂ ਕਿ ਅਚਾਨਕ ਸਾਰਾ ਕੁਝ ਹੋ ਗਿਆ, ਇਹ ਕਾਂਗਰਸ ਪਾਰਟੀ ਦੇ ਅੰਦਰ ਜਿਹੜੇ ਸਮੀਕਰਨ ਬਦਲੇ ਜਾ ਰਿਹਾ। ਹੋ ਸਕਦਾ ਕਿ ਹੁਣ ਇਹ ਕਿਹਾ ਹੋਵੇ ਲਾਡੀ ਸਾਹਿਬ ਫਿਰ ਹੁਣ ਜਿਹੜਾ ਕੋਈ ਗੱਲ ਨਹੀਂ ਵੜਿੰਗ ਸਾਹਿਬ ਦੇ ਕੋਲੇ ਜਾ ਕੇ ਉਹਨਾਂ ਦੀ ਬੱਸ 'ਚ ਤੁਸੀਂ ਚੜ ਜਾਓ, ਟਿਕਟ ਇੱਥੋਂ ਐਤਕੀ ਬੀਬੀ ਰੂਬੀ ਨੂੰ ਦਵਾਉਣੀ ਹੈ। ਜਾਣੀ ਕਾਂਗਰਸ ਦੇ ਅੰਦਰ ਬਹੁਤ ਕੁਝ ਚੱਲਦਾ ਹੈ। ਇੱਧਰ ਹਿੱਸੋਵਾਲ ਵਾਲੇ ਪਾਸੇ ਇਹ ਰਾਏਕੋਟ ਤੋਂ ਇਹਨਾਂ ਨੂੰ ਜਦੋਂ ਪਿਛਲੀ ਵਾਰੀ ਵੋਟਾਂ ਮਿਲੀਆਂ ਤੇ 10,000 ਵੋਟਾਂ ਦੇ ਫਰਕ ਦੇ ਨਾਲ ਡਾਕਟਰ ਅਮਰ ਸਿੰਘ ਹੋਰਾਂ ਤੋਂ ਜਿੱਤ ਗਏ ਸੀ। ਹੁਣ ਉੱਥੋਂ ਕਾਂਗਰਸੀ ਉਹ ਉੱਪਰਲੇ ਪਾਸੇ ਜਾ ਚੁੱਕੇ ਆ, ਵੱਡੀ ਚੋਣ ਜਿੱਤ ਚੁੱਕੇ ਆ, ਉੱਥੇ ਕੋਈ ਬਹੁਤੀ ਦਿੱਕਤ ਨਹੀਂ ਆਉਣੀ। ਇੰਦਰ ਇਕਬਾਲ ਸਿੰਘ ਅਟਵਾਲ ਹੋਰੀ ਅਕਾਲੀ ਦਲ ਦੇ ਕੈਂਡੀਡੇਟ ਐਤਕੀ ਵੀ ਹੋਣਗੇ, ਬਹੁਤੀ ਆਸ ਹੈ। ਹੁਣ ਉੱਥੋਂ ਵੀ ਜੇ ਹਿੱਸੋਵਾਲ ਹੋਰਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇਣੀ ਹੋਵੇ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਕਿ ਰਾਹ ਦੇ ਵਿੱਚ ਕੋਈ ਦਿੱਕਤ ਆਉਣੀ ਹੈ। ਇਸ ਕਰਕੇ ਉਹਨਾਂ ਹਲਕਿਆਂ ਤੋਂ ਚੁਣ ਕੇ ਬੰਦੇ ਲਿਆ ਕੇ ਫਿੱਟ ਕੀਤੇ ਜਾ ਰਹੇ ਹੈ, ਜਿਨ੍ਹਾਂ ਹਲਕਿਆਂ ਤੋਂ ਲੱਗਦਾ ਹੈ ਕਿ ਕੋਈ ਬਹੁਤੀ ਵੱਡੀ ਬਗਾਵਤ ਵੀ ਨਹੀਂ ਹੋਊਗੀ, ਬੰਦਿਆਂ ਨੂੰ ਟਿਕਟ ਵੀ ਮਿਲ ਸਕਦੀ ਹੈ। ਤੇ ਤੀਸਰੀ ਗੱਲ, ਕਾਂਗਰਸ ਪਾਰਟੀ ਇੱਕ ਬਹੁਤ ਚੰਗੇ ਤਰੀਕੇ ਦੇ ਨਾਲ ਇਹ ਗੱਲ ਸਮਝਣ ਲੱਗ ਪਈ ਸੀ ਕਿ ਅਸੀਂ ਲੜੀ ਜਾਂਦੇ ਹਾਂ। 3 ਦਿਨਾਂ 'ਚ ਤਸਵੀਰ ਕਿੰਨੀ ਬਦਲੀ ਹੈ ਕਿ ਅਸੀਂ ਆਪਸ ਦੇ ਵਿੱਚ ਲੜੀ ਜਾਂਦੇ ਹਾਂ ਤੇ ਅਕਾਲੀ ਦਲ ਕੈਂਡੀਡੇਟ ਵੀ ਕਲੀਅਰ ਕਰੀ ਜਾਂਦਾ, ਅਕਾਲੀ ਦਲ ਰੈਲੀਆਂ ਵੀ ਕਰੀ ਜਾਂਦਾ ਤੇ ਐਂ ਲੱਗਦਾ ਕਿ ਅਕਾਲੀ ਦਲ ਨੇ ਹੂੰਝ ਲੈਣਾ ਕੰਮ। ਪਰ ਇੱਕ ਦਿਨ ਦੇ ਵਿੱਚ ਹੀ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਇਕੱਠੇ ਹੁੰਦੇ ਆ। 2 ਦਿਨਾਂ ਦੇ ਵਿੱਚ ਤਕਰੀਬਨ ਮੰਨ ਕੇ ਚੱਲੋ ਕਿ 2 ਵਿਧਾਇਕ ਇਧਰਲੇ ਪਾਸੇ ਆ ਜਾਂਦੇ ਆ। ਲੋਕਾਂ ਦੇ ਮਨ 'ਚ ਹੋਊਗਾ ਯਾਰ ਇਹ ਬੰਦੇ ਉਧਰ ਜਾ ਰਹੇ, ਇਹਦਾ ਮਤਲਬ ਇਹ ਜਿੱਤ ਸਕਦੇ ਨੇ। ਯਾਨੀ ਇੱਕ ਲੋਕਾਂ ਦੇ ਵਿੱਚ ਮਨੋਵਿਗਿਆਨਕ ਤੌਰ ਦੇ ਉੱਤੇ ਜਿਹੜਾ ਪ੍ਰਭਾਵ ਬਣਾਉਣਾ ਹੁੰਦਾ, ਲੱਗਦਾ ਕਾਂਗਰਸ ਪਾਰਟੀ ਉਧਰ ਨੂੰ ਤੁਰ ਪਈ। ਨਹੀਂ ਬਿਲਕੁਲ। ਇੱਕ ਤਸਵੀਰ ਆਪਾਂ ਹੋਰ ਜਿਹੜੀ ਕਿ ਵਿਧਾਨ ਸਭਾ ਦੇ ਵਿੱਚ ਹੀ ਸੀ, ਜਦੋਂ ਤੁਸੀਂ ਰਾਜਾ ਵੜਿੰਗ ਹੋਰਾਂ ਦਾ ਨਾਂ ਲਿਆ ਨਾ, ਦੇਖੋ ਰਾਜਾ ਵੜਿੰਗ ਹੋਰੀ ਇਸ ਵਕਤ ਖਬਰਾਂ 'ਚ ਸਿਰਫ ਇਸ ਕਰਕੇ ਨੇ ਵੀ ਕਿਉਂਕਿ ਉਹ ਬੱਸਾਂ ਦੇ ਦੁਆਲੇ ਹੋਏ ਆ ਜੀ। ਪਰ ਮੈਨੂੰ ਲੱਗਦਾ ਵੀ ਇਕੱਲੇ ਬੱਸਾਂ ਦੁਆਲੇ ਨਹੀਂ ਹੋਏ, ਉਹ ਬੱਸ ਕਰਾਉਣ ਦੇ ਚੱਕਰ 'ਚ ਵੀ ਹੈਗੇ ਆ। ਇੱਕ ਤਾਂ ਚਲੋ ਰੂਬੀ ਹੋਰਾਂ ਦੀ ਗੱਲ ਤੁਸੀਂ ਕਰਤੀ, ਦੂਜਾ 2-3 ਦਿਨ ਪਹਿਲਾਂ ਕਾਂਗੜ ਸਾਹਿਬ ਵਾਵਾ ਗਰਮ ਸੀ ਕਿ ਗੁਰਪ੍ਰੀਤ ਕਾਂਗੜ ਸਾਹਿਬ ਇਦਾਂ ਕਿੱਦਾਂ, ਉਦਾਂ ਕਿੱਦਾਂ, ਆ ਕਿੱਦਾਂ, ਉਹ ਕਿੱਦਾਂ ਨਾ, ਉਹਨਾਂ ਨੇ ਕਿਸੇ ਦਾ ਨਹੀਂ ਲਿਆ ਉਦੋਂ, ਪਰ ਜਿਹਦਾ ਬਾਰੇ ਗੱਲ ਕਰਦੇ ਸੀ ਉਹ ਲੋਕਾਂ ਨੂੰ ਕਲੀਅਰ ਹੋ ਗਿਆ ਸੀ ਵੀ ਕਿੱਧਰ ਗੱਲ ਕਰਦੇ। ਉਹ ਵੀ ਕਹਿੰਦੇ ਵਿਧਾਨ ਸਭਾ ਦੇ ਵਿੱਚ ਸਲਾਹਾਂ ਕਰਦੇ ਸੀ ਰਾਜੇ ਵੜਿੰਗ ਹੋਰਾਂ ਨਾਲ ਬਹਿ ਕੇ। ਹੁਣ ਜਿਸ ਹਿਸਾਬ ਨਾਲ ਉਹਨਾਂ ਨੇ ਸਲਾਹਾਂ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਚੰਨੀ ਸਾਹਿਬ ਦੀ ਤਾਰੀਫ ਕੀਤੀ। ਹੁਣ ਚੰਨੀ ਸਾਹਿਬ ਦੀ ਤਾਰੀਫ ਕਰਨੀ ਦਾ ਮਤਲਬ ਕੈਪਟਨ ਸਾਹਿਬ ਤੋਂ ਤੋੜ ਵਿਛੋੜਾ, ਤੇ ਰਾਜੇ ਵੜਿੰਗ ਹੋਰਾਂ ਨਾਲ ਬਹਿ ਕੇ ਸਲਾਹਾਂ ਕਰਨੀਆਂ ਦਾ ਮਤਲਬ ਜਿਹੜਾ ਬਿਆਨ ਉਹਨਾਂ 2-3 ਦਿਨ ਪਹਿਲਾਂ ਦਿੱਤਾ ਸੀਗਾ ਉਸੇ ਧਿਰ ਦੇ ਨਾਲ ਰਾਜੇ ਵੜਿੰਗ ਹੋਰਾਂ ਨਾਲ ਮਿਲ ਕੇ ਨਿਸ਼ਾਨਾ ਫਿਰ ਘੁੰਮਾ ਕੇ ਉਸੇ ਪਾਰਟੀ ਵਾਲੇ ਪਾਸੇ ਹੋ ਗਿਆ, ਜਦੋਂ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਬੰਦਾ ਅੱਜ ਨਹੀਂ ਤੇ ਕੱਲ੍ਹ ਆਪਾਂ ਨੂੰ ਤੰਗ ਕਰੂ, ਨਹੀਂ ਤੇ ਫਿਰ ਆਪਾਂ ਖੱਗਾ ਕੱਢਣਾ ਹੀ ਲੱਗਦਾ ਜੀ। ਹੈ ਨਾ, ਜਾਪਦੀ ਹੈ ਗੱਲ। ਇਹਦੇ ਨਾਲ ਇੱਕ ਹੋਰ ਤੁਹਾਨੂੰ ਗੱਲ ਚੇਤੇ ਕਰਾਦੇ ਆ। ਮੇਰਾ ਖਿਆਲ ਬੰਦਾ ਸਮਝ ਗਏ ਹੋਣਗੇ ਲੋਕ। ਨਹੀਂ ਤਾਂ ਸਮਝਾ ਦਿਓ। ਨਹੀਂ ਆਪਾਂ ਨਾ ਕਰਨਾ, ਅਗਲੇ ਨਹੀਂ ਲੈਂਦੇ, ਅਸੀਂ ਕੋ ਲਈਏ। ਆਪਾਂ ਨੂੰ ਲੋੜ ਹੀ ਕੋਈ ਨਹੀਂ ਭਾ। ਕੀ ਲੋੜ ਆ ਬਈ ਵੀਰ? ਨਹੀਂ ਆਪਣੇ ਘਰੇ ਉਹ ਸੁਖੀ, ਆਪਣੇ ਘਰੇ ਆਪਾਂ ਸੁਖੀ। ਹਨਾ, ਰੋਟੀ ਪਕਾਵਾਂਗੇ, ਖਾਵਾਂਗੇ, ਆਟਾ ਤੁਸੀਂ ਮਰੋੜ ਲੈਣਾ ਹੀ, ਪੇੜੇ ਮੈਂ ਕਰ ਦੇਣੇ, ਮੁੜ ਕੇ ਰੋਟੀ ਤੁਸੀਂ ਵੇਲ ਦੇਣੀ ਆ, ਤਵੇ ਤੇ ਮੈਂ ਲਾ ਦੇਣੀ ਆ। ਆਹਾ, ਗੱਲ ਤਾਂ ਇੰਨੀ ਕੀ ਹੁੰਦੀ ਆ। ਦਾਲ ਕੱਲ ਦੀ ਹੈਗੀ ਆਪਣੇ ਕੋਲ, ਦਾਲ ਕੱਲ ਦੀ ਹੈਗੀ ਆ, ਉਹਨੂੰ ਪਰ ਤੜਕਾ ਲਾ ਲੈਣਾ। ਕੱਲ ਮੈਂ ਦੇਖਿਆ ਲੂਣ ਘੱਟ ਸੀ ਥੋੜਾ ਜਿਹਾ। ਦੂਸਰੀ ਗੱਲ ਸੰਧਾ, ਇਹ ਸਭ ਇੱਕ ਪੁਆਇੰਟ ਜਿਹੜਾ ਕਿ ਬਹੁਤ ਕਮਾਲ ਦਾ, ਮਜੀਠੀਆ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ, ਮੈਨੂੰ ਲੱਗਦਾ ਚੰਨੀ ਸਾਹਿਬ ਮੁੱਖ ਮੰਤਰੀ ਨੇ, ਸਤਿਕਾਰਯੋਗ ਨੇ, ਸਾਰੇ ਹੀ ਵੈਸੇ ਤਾਂ ਸਤਿਕਾਰਯੋਗ, ਜਿੰਨੇ ਵਿਧਾਨ ਸਭਾ ਸੀ ਕੰਮ ਵੀ ਸਤਿਕਾਰਯੋਗ ਕਰਦੇ ਆ। ਮਜੀਠੀਆ ਸਾਹਿਬ ਕਹਿੰਦੇ ਜੀ ਜਿੰਨੀ ਵਾਰੀ ਮੈਂ ਐਮਐਲਏ ਬਣਿਆ ਉਨੀ ਵਾਰੀ ਚੰਨੀ ਸਾਹਿਬ ਐਮਐਲਏ ਬਣੇ ਆ। ਇਹਦੇ ਬਾਵਜੂਦ ਵੀ ਕਹਿੰਦੇ ਚੰਨੀ ਸਾਹਿਬ ਤੁਹਾਨੂੰ ਚੇਤਾ ਹੋਣਾ ਕਿ ਕਰੀ ਮੀ ਟੂ ਵਾਲੀ ਗੱਲ ਕੋਈ ਚੱਲੀ ਸੀ, ਇੱਕ ਬਹੁਤ ਵੱਡੀ ਅਧਿਕਾਰੀ ਕਹਿੰਦੇ ਅਸੀਂ ਉਦਾਂ ਦੀਆਂ ਗੱਲਾਂ ਕਰਨਾ ਨਹੀਂ ਚਾਹੁੰਦੇ, ਨਾਲੇ ਤੁਹਾਡੇ ਨੂੰ ਦੱਸੀ ਜਾਣੀਆਂ। ਕਹਿੰਦੇ ਅਸੀਂ ਗੱਲ ਨਹੀਂ ਕਰਨੀ ਚਾਹੁੰਦੇ ਉਹ ਵੱਡੀ ਅਧਿਕਾਰੀ ਦੇ ਨਾਲ, ਕੀ ਉਹ ਮੈਂ ਮੁਸਮ ਦੀ ਗੱਲ ਨਾ। ਫਿਰ ਕਹਿੰਦੇ ਚੰਨੀ ਸਾਹਿਬ ਚੇਤਾ ਹੀ ਜਦੋਂ ਤੁਹਾਡੇ ਭਰਾ ਵਾਲਾ ਮਸਲਾ ਜਿਹਾ ਹੋਇਆ ਸੀ, ਤੁਸੀਂ ਮੇਰੇ ਨਾਲ ਹੀ ਸੁਖਬੀਰ ਸਿੰਘ ਬਾਦਲ ਸਾਹਿਬ ਕੋਲ ਜਾਂਦੇ ਹੁੰਦੇ ਸੀ। ਯਾਨੀ ਇਹ ਛੋਟੀ ਗੱਲ ਨਹੀਂ ਹੈ। ਕਹਿੰਦੇ ਆਪਾਂ ਇਕੱਠੇ ਮੈਨੂੰ ਹੀ ਲੈ ਕੇ ਜਾਂਦੇ ਹੁੰਦੇ ਤੁਸੀਂ ਉਦੋਂ। ਫਿਰ ਆਹੋ, ਹੁਣ ਇਹਦਾ ਕੀ ਮਤਲਬ ਹੋਇਆ? ਯਾਨੀ ਇੱਕ ਆਹ ਮਸਲਾ, ਦੂਸਰਾ ਸਪੀਕਰ ਸਾਹਿਬ ਵਾਲਾ ਮਸਲਾ, ਤੀਸਰਾ ਕਿ ਕਾਨੂੰਨ ਬਿੱਲ ਤੁਸੀਂ ਪਾਸ ਕਰਤੇ, ਮਤੇ ਪਾਸ ਕਰ ਦਿੱਤੇ ਹੈ, ਪਰ ਜੇ ਫਿਰ ਵੀ ਕੇਂਦਰ ਨਾਲ ਹਟਿਆ ਫਿਰ ਕਰਨਾ ਕੀ ਹੈ, ਉਧਰਲੇ ਪਾਸੇ ਧਿਆਨ ਨਾ ਦੇਣਾ। ਇਹ ਦੱਸਦਾ ਹੈ ਕਿ ਪੰਜਾਬ ਦੇ ਲੋਕੋ ਕਿਤੇ ਇਸ ਗੱਲ ਦੇ ਵਿੱਚ ਹੀ ਨਾ ਚੁਟਕਲਿਆਂ ਵਾਂਗੂ ਰਹਿ ਜਿਓ ਕਿ ਭਾਈ ਸਿੱਧੂ ਨੇ ਕੀ ਕਹਿ ਦਿੱਤਾ, ਚੰਨੀ ਨੇ ਕੀ ਕਹਿ ਦਿੱਤਾ, ਮਜੀਠੀਏ ਨੇ ਕੀ ਕਹਿ ਦਿੱਤਾ, ਜ਼ੀਰੇ ਨੇ ਕੀ ਕਹਿ ਦਿੱਤਾ। ਨਾ, ਤੁਹਾਡੇ ਲਈ ਇਸ ਵਿਧਾਨ ਸਭਾ ਦੇ ਸੈਸ਼ਨ 'ਚ ਕੀ ਨਿਕਲਿਆ ਤੁਸੀਂ ਇਹ ਦੇਖਿਓ। ਨਹੀਂ ਵਿਧਾਨ ਸਭਾ ਦੇ ਸੈਸ਼ਨ ਨਿਕਲਿਆ ਦੇਗਾ ਜਿੰਨੇ ਜਿਹੜਾ ਲੱਖ ਰੁਪਇਆ ਖਰਚਾ ਆ ਗਿਆ ਭਾਈ ਸਾਹਿਬ, ਲੋਕਾਂ ਨੇ ਦੇਣਾ, ਹੋਰ ਕਿਹਨੇ ਦੇਣਾ? ਵਾਹ ਜੀ। ਉਹ ਕਹਿੰਦੇ ਵੀ 20 ਰਹਾਈ ਹੋਣ ਵੇ, ਅਸੀਂ ਨਹੀਂ ਬਹੁਤੇ ਪੈਸੇ ਦੇਣੇ, ਅਸੀਂ ਪੰਪ ਤੇ ਜਾ ਕੇ ਤੇਲ 10 ਦਾ ਹੀ ਪਾਉਣਾ ਹੈ, ਪਵਾਈ ਜਾਓ, ਉਹਦੇ ਜਿਵੇਂ ਕੱਟ ਅਗਲੇ ਨੇ ਲੈਣੇ ਆਪਣੇ।
ਚਲੋ ਇੱਕ ਚੀਜ਼ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਸੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਉਹਨਾਂ ਕਹਿੰਦੇ 14 ਨੂੰ ਆਉਣਾ ਸੀ ਮੌਕੇ, ਹੁਣ ਕਹਿੰਦੇ ਨਹੀਂ ਆ ਰਹੇ। ਆਉਣਾ ਕਿਹੜੇ ਹਿਸਾਬ ਨਾਲ ਹੈ ਭਾਈ ਸਾਹਿਬ? ਕਿਉਂਕਿ ਜਦੋਂ ਆਉਣਾ ਸੀਗਾ ਉਦੋਂ ਤੇ ਸੀਗਾ ਵੀ ਦੇਖਿਓ ਮਜ਼ਬੂਤੀ, ਤੇ ਮਜ਼ਬੂਤੀ ਪਹਿਲਾਂ ਇੱਕ ਟਾਇਰ ਰੂਬੀ ਹੋਰਾਂ ਦੇ ਨਾਂ ਦਾ ਨਿਕਲ ਗਿਆ ਤੇ ਦੂਜਾ ਹਿਸਵਾਲ ਸਾਹਿਬ ਨੇ ਟਾਇਰ ਅਜੇ ਕੱਢਿਆ ਨਹੀਂ, ਪਰ ਬੈਰਿੰਗ ਉਹਨਾਂ ਨੇ ਵੀ ਢਿੱਲਾ ਕਰ ਲਿਆ ਕੱਲ ਦਾ। ਨਹੀਂ ਉਹ ਦੇਖੋ, ਉਹ ਤਾਂ ਉਹ ਬੰਦੇ ਨੇ ਨਾ ਜਿਹੜੇ ਜਾ ਰਹੇ ਆ ਜਿਨ੍ਹਾਂ ਨੂੰ ਟਿਕਟਾਂ ਨਹੀਂ ਦੇਣੀਆਂ, ਉਹਨਾਂ ਨੂੰ ਟਿਕਟਾਂ ਮਿਲਣੀਆਂ ਹੀ ਨਹੀਂ ਸੀਗੀਆਂ। ਓਕੇ, ਮੈਂ ਕਹਿੰਦਾ 5-4 ਹੋਰ ਦੱਸ ਦੇਣ ਜਿਨ੍ਹਾਂ ਨੂੰ ਟਿਕਟਾਂ ਨਹੀਂ ਦੇਣੀਆਂ ਪਾਰਟੀ ਨੇ। ਨਹੀਂ ਤੇ ਪਰ ਉਹ ਫਿਰ ਵੀ ਇਕੱਲੇ ਬੰਦੇ ਨੂੰ ਇੱਕ ਹੀ ਮਿਲਣੀ। ਹੁਣ ਇਹ ਤਾਂ ਨਹੀਂ ਨਾ ਹੈਗਾ ਵੀ ਹਰਪਾਲ ਚੀਮਾ ਸਾਹਿਬ ਨੂੰ ਕਹਿਣ 15 ਤੁਸੀਂ ਲੈ ਲਓ ਯਾਰ, ਨਿਬੜੋ ਕੰਮ। ਭਗਵੰਤ ਮਾਨ ਸਾਹਿਬ 25 ਤੁਸੀਂ ਲੜ ਲਓ। ਆਹੋ, ਫਿਰ ਇਦਾਂ ਹੀ ਹੋਈ ਗੱਲ। ਫਿਰ ਤਾਂ ਇਦਾਂ ਹੋਣੀ ਗੱਲ। ਇੱਕ ਸੰਧਾਲੀਆ ਸਾਹਿਬ ਥੋੜਾ ਜਿਹਾ ਆਪਾਂ ਸਿੱਧੇ ਫਿਰੋਜ਼ਪੁਰ ਚੱਲਣਾ ਹੈ। ਵਿਧਾਨ ਸਭਾ ਵਾਲੇ ਸੈਸ਼ਨ ਦੇ ਵਿੱਚੋਂ ਤਾਂ ਨਿਕਲ ਆਇਆ ਜੋ ਨਿਕਲਣਾ ਸੀ। ਇੱਕ ਇਹਦੇ 'ਚ ਮੈਂ ਐਡ ਕਰਦਾ, ਆਪਾਂ ਫਿਰੋਜ਼ਪੁਰ ਜਾਣ ਤੋਂ ਪਹਿਲਾਂ ਵੀ 14 ਨੂੰ ਨਹੀਂ ਆ ਰਹੇ, 18 ਨੂੰ ਆਉਣਾ। ਤੇ ਰੌਲਾ ਫਿਰ ਇਹ ਸੀ ਵੀ ਸ਼ਾਇਦ ਸੋਨੂ ਸੂਦ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਨਾ, ਪਰ ਹੁਣ ਸੋਨੂ ਸੂਦ ਨੇ ਕਹਿਤਾ ਵੀ ਮੈਂ ਸਿਆਸਤ 'ਚ ਨਹੀਂ ਆ ਰਿਹਾ। ਇਹ ਅਜੇ ਬਿਆਨ ਆਇਆ। 4 ਦਿਨ ਪਹਿਲਾਂ ਗੱਲ ਕਰ ਲੈਂਦੇ ਸ਼ਾਇਦ ਗੱਲ ਹੋਰ ਹੁੰਦੀ। ਆਹੋ, ਹੁਣ ਅਗਲੇ ਇਕੱਲੇ ਨੇ ਥੋੜ੍ਹਾ ਪਾਰਟੀ ਚਲਾਉਣੀ ਆਹੋ ਆਪਾਂ ਦੱਸ ਦਈਏ ਤੁਹਾਨੂੰ। ਮੇਰਾ ਖਿਆਲ ਸਾਡੇ ਵੀ 3-4 ਦਿਨ ਪਹਿਲਾਂ ਵਾਲੇ ਪ੍ਰੋਗਰਾਮ 'ਚ ਜ਼ਿਕਰ ਸੀਗਾ ਆਪਾਂ ਵੀ ਸੋਨੂ ਸੂਦ ਨੇ 3.5 ਮਿੰਟਾਂ ਦੀ ਇੱਕ ਪੰਜਾਬੀ 'ਚ ਵੀਡੀਓ ਜਾਰੀ ਕੀਤੀ ਜਿਹਦੇ ਵਿੱਚ ਪੰਜਾਬ ਦੀ ਸਿਆਸਤ ਨਾਲ ਰਿਲੇਟਡ ਗੱਲਾਂ, ਤੇ ਉਦੋਂ ਕੈਫੇ ਲੱਗਣ ਲੱਗ ਪਏ ਸੀ ਵੀ ਸ਼ਾਇਦ ਸੋਨੂ ਸੂਦ ਆਮ ਆਦਮੀ ਪਾਰਟੀ ਜਾ ਰਿਹਾ। ਤੇ ਜਦੋਂ ਇਹ ਚਰਚਾ ਚੱਲਦੀ ਸੀ ਵੀ ਹੁਣ ਅਗਲੀ ਫੇਰੀ ਕੇਜਰੀਵਾਲ ਸਾਹਿਬ ਦੀ ਮੋਗੇ ਦੀ ਆ ਤੇ ਮੋਗੇ ਸ਼ਾਇਦ ਗੱਲਬਾਤ ਬਣ ਜੇ, ਇਹਦਾ ਮਤਲਬ ਇਹ ਹੋ ਗਿਆ ਵੀ ਉਦਣ ਦਾ ਬੈਰਿੰਗ ਢਿੱਲਾ ਸੀਗਾ ਤੇ ਹੌਲੀ ਹੌਲੀ ਹੁਣ ਜਦੋਂ ਵਿੱਚੋਂ ਪੁਰਜੇ ਨਿਕਲਣ ਲੱਗ ਪਿਆ ਫਿਰ ਸੋਨੂ ਸੂਦ ਸਾਹਿਬ ਤੱਕ ਵੀ ਗੱਲ ਪਹੁੰਚ ਗਈ ਨਹੀਂ ਵੀ ਛੱਡੋ ਖੜਾ ਕੋਈ ਨਹੀਂ। ਇਹ ਹੁਣ ਦੇਖੋ ਅਗਲੇ ਬੰਦੇ ਨੇ ਇੱਕ ਵਾਰੀ ਵੀ ਨਹੀਂ ਅੱਜ ਤੱਕ ਕਿਹਾ ਸੀ। ਉਹਦਾ ਬਿਆਨ ਜਿਹੜਾ ਅੱਜ ਹੈ ਉਹੀ ਹਮੇਸ਼ਾ ਰਿਹਾ ਕਿ ਮੇਰਾ ਸਿਆਸਤ 'ਚ ਆਉਣ ਦਾ ਕੋਈ ਇਰਾਦਾ ਨਹੀਂ, ਮੈਂ ਫਿਲਮਾਂ ਤੇ ਧਿਆਨ ਦੇ ਰਿਹਾ। ਜੇ ਆਪਾਂ ਕਹੀਏ ਕਿ ਉਹਦਾ ਪਿਛਲਾ ਟਵੀਟ ਜਾਂ ਹੁਣ ਦੇ ਟਵੀਟ 'ਚ ਇੱਕ ਅੱਖਰ ਦਾ ਇੱਕ ਸ਼ਬਦ ਦਾ ਫਰਕ ਨਹੀਂ ਹੈਗਾ। ਨਹੀਂ ਮੈਂ ਤਾਂ ਸਿਰਫ ਇਹ ਗੱਲ ਕੀਤੀ ਵੀ ਜਿਹੜੇ ਕਿਆਫੇ ਲੱਗਦੇ ਸੀ ਉਹ ਨਿਸ਼ਾਨ ਕੀਤੇ ਵੀ ਭਾਈ ਇਦਾਂ ਨਹੀਂ। ਦੂਸਰੀ ਗੱਲ, ਅਜੇ ਅਫੀਸ਼ੀਅਲ ਤੌਰ ਤੇ ਇਸ ਗੱਲ ਦਾ ਵੀ ਐਲਾਨ ਨਹੀਂ ਹੋਇਆ ਕਿ ਕੇਜਰੀਵਾਲ ਸਾਹਿਬ ਨਹੀਂ ਆਉਣਾ। ਹਾਂ ਇੰਨੀ ਗੱਲ ਜ਼ਰੂਰ ਹੈ ਕਿ ਜਿੰਨੇ ਦਿਨ ਕੇਜਰੀਵਾਲ ਸਾਹਿਬ ਲੇਟ ਹੁੰਦੇ ਗਏ ਹੋ ਸਕਦਾ ਉਨੀਆਂ ਵਿਕਟਾਂ ਡਿੱਗੀਆਂ ਜਾਣ। ਜਿੰਨੀ ਛੇਤੀ ਆ ਕੇ ਸਾਂਭ ਲੈਣਗੇ ਉਨਾ ਚੰਗਾ। ਆਮ ਆਦਮੀ ਪਾਰਟੀ ਦੇ ਵਰਕਰ ਤੇ ਕੀ ਪ੍ਰਭਾਵ ਪੈਂਦਾ, ਇਹ ਬਹੁਤ ਉੱਚੀ ਗੱਲ ਹੋ ਗਈ ਹੈ, ਬਹੁਤ ਵੱਡੀ ਗੱਲ ਹੋ ਗਈ ਕਿ ਜਦੋਂ ਤੁਹਾਡੇ ਸਾਹਮਣੇ ਬੰਦੇ ਛੱਡ ਕੇ ਜਾਣ ਲੱਗ ਪੈਣ ਤੇ ਇਹ ਕਹਿਣ ਜੀ ਫੈਸਲੇ ਹੀ ਨਹੀਂ ਹੋ ਰਿਹਾ ਜਿਨ੍ਹਾਂ ਮੁੱਦਿਆਂ ਦੇ ਉੱਤੇ ਫੈਸਲਾ ਕਰਨਾ, ਫਿਰ ਵਰਕਰ ਦਾ ਮਨੋਬਲ ਡਿੱਗਦਾ ਹੈ। ਹੁਣ ਸੰਧਾਲੀਆ ਸਾਹਿਬ ਜਿਹੜੀ ਫਿਰੋਜ਼ਪੁਰ ਵਾਲੀ ਘਟਨਾ ਹੈ, ਕਿਉਂਕਿ ਉੱਥੇ ਲੋਕਾਂ ਨੇ ਵੀਡੀਓ ਦੇਖੀ ਸੀ ਕਿ ਇੱਕ ਕਾਰ ਦੇ ਉੱਤੇ ਜਿਹੜਾ ਉਹ ਬੰਦਾ ਬੋਨਟ ਤੇ ਚੜਿਆ, ਕਾਰ ਚੱਲ ਰਹੀ ਹੈ। ਬਹੁਤ ਸਾਰੇ ਸੱਜਣਾ ਦੇ ਸੁਨੇਹੇ ਆਏ ਜੀ ਇਹਨੂੰ ਲਖੀਮਪੁਰ ਵਾਲੀ ਘਟਨਾ ਦੇ ਨਾਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਉੱਥੇ ਤਾਂ ਗੱਡੀ ਚੜ੍ਹਾਤੀ ਗਈ ਸੀ। ਆ ਦੇਖੋ ਵੀਡੀਓ, ਖੜੀ ਗੱਡੀ ਦੇ ਬੋਨਟ ਦੇ ਉੱਤੇ ਚੜਿਆ। ਠੀਕ ਹੈ, ਦੋਨੋਂ ਪਾਸਿਆਂ ਦੀਆਂ ਗੱਲਾਂ ਨੇ। ਪਰ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੈਸ ਨੋਟ ਸੀ, ਉਹ ਕਹਿੰਦੇ ਜੀ ਉਸ ਤਰ੍ਹਾਂ ਦੀ ਘਟਨਾ ਨੂੰ ਜਿਹੜਾ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੇ ਬੀਤੇ ਕੱਲ 11 ਵਜੇ ਤੱਕ ਦਾ ਟਾਈਮ ਤੁਸੀਂ ਪਰਚਾ ਕਰਦੇ ਹੋ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਗੁਰੂ ਹਰਸਹਾਏ ਵਿਧਾਨ ਸਭਾ ਹਲਕੇ ਤੋਂ ਕੈਂਡੀਡੇਟ ਜ਼ਿਲ੍ਹੇ ਦੇ ਜਥੇਦਾਰ ਵਰਦੇਵ ਸਿੰਘ ਨੂਨੀਮਾਨ ਦੇ ਉੱਤੇ ਇਰਾਦਾ ਕਤਲ ਦਾ ਪਰਚਾ ਹੋ ਗਿਆ ਤੇ ਉਹਨਾਂ ਦੇ ਡਰਾਈਵਰ ਦੇ ਉੱਤੇ ਵੀ ਹੋ ਗਿਆ, ਕਿਉਂਕਿ ਇੱਕ ਸੀ ਕਿ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ, ਦੂਸਰਾ ਕਿ ਗੋਲੀਆਂ ਚਲਾਈਆਂ ਗਈਆਂ। ਹੁਣ ਅਕਾਲੀ ਦਲ ਵਾਲੇ ਕਹਿੰਦੇ ਆ ਜੀ ਅਸੀਂ ਸੰਘਰਸ਼ ਕਰਨਾ ਹੈ ਕਿਉਂਕਿ ਇਹਨਾਂ ਨੇ ਕਾਂਗਰਸੀਆਂ ਦੇ ਖਿਲਾਫ ਕੰਪਲੇਂਟ ਦਿੱਤੀ ਸੀ ਕਿ ਪਰਮਿੰਦਰ ਸਿੰਘ ਪਿੰਕੀ ਜਿਹੜੇ ਕਿ ਵਿਧਾਇਕ ਨੇ ਉਹਨਾਂ ਦੇ ਬੰਦਿਆਂ ਨੇ ਇਹ ਸਾਰਾ ਕੁਝ ਕੀਤਾ, ਸਾਡੇ ਉੱਤੇ ਹਮਲਾ ਕੀਤਾ ਹੈ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠਿਆ। ਹੁਣ ਸੰਧਾਲੀਆ ਸਾਹਿਬ ਇੱਕ ਬਹੁਤ ਵੱਡੀ ਪੱਧਰ ਦੇ ਉੱਤੇ ਵਿਚਾਰਨ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੁਣ ਕਹਿੰਦੇ ਆ ਜੀ ਨਹੀਂ ਇਦਾਂ ਥੋੜੀ ਹੈ, ਰੁਕਿਆ ਨਹੀਂ ਜਾ ਸਕਦਾ। ਪਰ ਸੰਯੁਕਤ ਕਿਸਾਨ ਮੋਰਚੇ ਇੱਕ ਪਾਸੇ ਤਾਂ ਕਿਸਾਨਾਂ ਦੇ ਨਾਲ ਹੈ, ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਕੱਠ ਨਾ ਕਰਿਓ। ਇਧਰਲੇ ਪਾਸੇ ਇਕੱਠ ਹੋ ਰਿਹਾ। ਬੀਬੀ ਬਾਦਲ ਹੋਰਾਂ ਨੇ ਮਾਨਸੇ ਆਉਣਾ ਸੀ ਪਰ ਉਹਨਾਂ ਨੇ ਆਪਣੀ ਫੇਰੀ ਜਿਹੜੀ ਹੈ ਉਹ ਦੌਰਾ ਰੱਦ ਕਰ ਦਿੱਤਾ। ਹੋ ਸਕਦਾ ਕਿ ਅਕਾਲੀ ਦਲ ਵਾਲੇ ਕਹਿਣ ਕਿ ਪੋਸਟਪੋਨ ਕੀਤਾ, ਪਰ ਜਿਸ ਤਰੀਕੇ ਪਰਚਾ ਹੋਇਆ ਤੇ ਅਕਾਲੀ ਦਲ ਦੀ ਸ਼ਿਕਾਇਤ ਦੇ ਉੱਤੇ ਪਰਚਾ ਜੇ ਨਹੀਂ ਹੋਇਆ, ਜੇ ਭੜਕ ਨੂੰ ਜਾ ਕੇ ਉੱਥੇ ਕੋਈ ਸੰਘਰਸ਼ ਕਰਨ ਦਾ, ਇਕੱਠ ਕਰਨ ਦਾ ਯਤਨ ਕੀਤਾ ਜਾਊਗਾ ਤੇ ਟਕਰਾਅ ਦੇ ਵਧਣ ਦੇ ਅਸਾਰ ਜਿਹੜੇ ਉਹ ਹੈਗੇ ਆ। ਬਿਲਕੁਲ ਸਹੀ ਗੱਲ। ਪਰ ਕੁੱਲ ਮਿਲਾ ਕੇ ਗੱਲ ਤੇ ਹੈ ਨਾ WhatsApp ਕਿ ਵੀ ਜਿਹੜੀ ਚੀਜ਼ ਤੋਂ ਬਚਿਆ ਜਾ ਸਕਦਾ ਸੀ ਉਹ ਹੋ ਗਈ ਜੀ। ਤੇ ਜੇ ਹੁਣ ਉਹ ਇੱਥੇ ਨਹੀਂ ਨਿਬੜਦੀ ਕਿਸੇ ਤਰ੍ਹਾਂ ਵੀ, ਮਤਲਬ ਹੁਣ ਵੀ ਜੇ ਕੋਈ ਸਿਆਣਪ ਨਹੀਂ ਵਿਖਾਈ ਜਾਂਦੀ, ਭਾਵੇਂ ਦੋਹਾਂ ਤਰ੍ਹਾਂ ਤੋਂ ਆਪਾਂ ਗੱਲ ਕਰ ਲਈਏ, ਤੇ ਫਿਰ ਇਹਦੇ ਵਧਣ ਦੇ ਅਸਾਰ ਹੈਗੇ ਜਿਹੜੀ ਕਿ ਨਹੀਂ ਵਧਣੀ ਚਾਹੀਦੀ। ਕਿਉਂਕਿ ਅੱਗੇ ਆਪਾਂ ਆਲਰੇਡੀ ਦੇਖ ਲਿਆ ਵੀ ਹਰਿਆਣੇ 'ਚ ਕੀ ਕੁਛ ਆਇਆ ਤੇ ਮੇਰੇ ਖਿਆਲ ਨਾਲ ਕਈ ਬੰਦੇ ਨੇ ਜਿਨ੍ਹਾਂ ਦੇ ਉੱਪਰ ਪਰਚੇ ਸੀਗੇ ਰੱਦ ਹੋਏ, ਕਈਆਂ ਦੇ ਉੱਪਰ ਸਟਿਲ ਚੱਲੀ ਜਾਂਦੇ। ਜੇ ਆਪਾਂ ਯੂਪੀ ਦੀ ਗੱਲ ਕਰੀਏ ਤਾਂ ਉੱਥੇ ਵੀ ਇਹੋ ਕੁਛ ਚੱਲੀ ਜਾਂਦਾ। ਹੁਣ ਜੇ ਉਹ ਕੁਛ ਆਪਾਂ ਲੜਾਈ ਵਾਲਾ ਮੁੱਦਾ ਤੇ ਇਹ ਸੀ ਵੀ ਯਾਰ ਪੰਜਾਬ ਹੈ, ਪੰਜਾਬ ਦੀ ਖੇਤੀ ਇੱਕ ਆਰਥਿਕਤਾ ਦੇ ਨਾਲ ਜੁੜੀ ਚੀਜ਼ ਹੈ, ਤੇ ਜੇ ਇੱਥੇ ਆ ਕੁਛ ਹੋ ਗਿਆ ਤੇ ਲੋਕ ਮਰ ਜਾਣਗੇ। ਉਹਨਾਂ ਦੀ ਰੋਟੀ ਦੇ ਮਸਲੇ ਨੂੰ ਆਪਾਂ ਲੜਾਈ ਦੇ ਉੱਪਰ ਲੈ ਆਈਏ, ਉਹ ਵੀ ਸਿਰਫ ਤੇ ਸਿਰਫ ਇਸ ਕਰਕੇ ਵੀ ਹਾਂ ਭਾਈ ਵੋਟਾਂ ਨੇ ਤੇ ਅਸੀਂ ਵੋਟਾਂ ਲੈਣੀਆਂ ਨੇ, ਉਹ ਗੱਲ ਮਾੜੀ। ਕਿਉਂਕਿ ਵੋਟਾਂ ਵੀ ਤਾਂ ਲੈਣੀਆਂ ਨਾ ਵੀ ਆਪਾਂ ਇਹਨਾਂ ਲੋਕਾਂ ਨੂੰ ਚੰਗਾ ਸ਼ਾਸਨ ਦੇਣਾ, ਤੇ ਜੇ ਲੋਕ ਹੀ ਨਾ ਰਹੇ ਤੇ ਸ਼ਾਸਨ ਕਿਹਨੂੰ ਦੇਣਾ। ਸੰਧਾਲੀਆ ਸਾਹਿਬ ਬੜੀ ਇੱਕ ਕਲੀਅਰ ਗੱਲ ਹੈ ਹਰ ਇੱਕ ਸਿਆਸੀ ਪਾਰਟੀ ਦੇ ਵਰਕਰ ਦੇ ਲਈ। ਹਰ ਸਿਆਸੀ ਪਾਰਟੀ ਚਾਹੇ ਆਮ ਹੈ, ਚਾਹੇ ਭਾਜਪਾ ਹੈ, ਚਾਹੇ ਕਾਂਗਰਸ ਹੈ ਤੇ ਚਾਹੇ ਅਕਾਲੀ ਨੇ,
ਡੀਏਪੀ ਦੀ ਘਾਟ ਹੈ ਨਾ, ਜੇ ਕਿਸਾਨੀ ਦੇ ਮੁੱਦੇ ਤੇ ਉਹ ਸਿਰਦਾ ਹੈ। ਇੱਕ ਕੋਆਪਰੇਟਿਵ ਸੁਸਾਇਟੀ ਦੇ ਮੂਹਰੇ ਬਹਿ ਜਾਓ ਕਿ ਭਾਈ ਜਿੰਨੀ ਦੇਰ ਇੱਥੇ ਖਾਦ ਨਹੀਂ ਆਉਂਦੀ ਅਸੀਂ ਨਹੀਂ ਉੱਠਣਾ। ਤੁਸੀਂ 5 ਮਿੰਟ ਜਾਂਦੇ ਹੋ ਉੱਥੇ ਧਰਨਾ ਲਾ ਕੇ, ਪ੍ਰੈਸ ਕਾਨਫਰੰਸ ਕਰਕੇ, ਪ੍ਰੈਸ ਨੋਟ ਦੇ ਕੇ ਉੱਥੋਂ ਮੁੜੇ ਆਉਂਦੇ ਹੋ। ਉੱਥੇ ਡੀਏਪੀ ਥੋੜੀ ਆ ਜਾਂਦੀ ਹੈ ਵੀ ਅਸੀਂ ਜੀ ਇਸ ਮੁੱਦੇ ਤੇ ਆਵਾਜ਼ ਚੱਕੀ ਨਾ। ਜਿਨ੍ਹਾਂ ਨੇ ਆਵਾਜ਼ ਚੁੱਕਣੀ ਉਹ ਤਾਂ ਸਾਲ ਹੋ ਗਿਆ ਦਿੱਲੀ ਬੈਠੇ ਆ। ਜੇ ਆਵਾਜ਼ ਚੁੱਕਣ ਦਾ ਢੰਗ ਤਰੀਕਾ ਦੇਖੀਏ, ਤੁਸੀਂ 10 ਮਿੰਟ ਬਾਅਦ ਜੀ ਗੁਲਾਬੀ ਸੁੰਡੀ ਦਾ ਮੁਆਵਜ਼ਾ ਨਹੀਂ ਮਿਲਿਆ, ਅਸੀਂ ਲੈ ਕੇ ਰਹਿਣਾ ਜੀ 12,000 ਘਟਿਆ, ਬਿਲਕੁਲ ਘਟਿਆ। ਪਰ ਜੇ ਵਧਾਉਣਾ ਤਾਂ ਤੁਸੀਂ ਬਹਿ ਜਾਓ, ਮੁੜ ਕੇ ਉੱਠੋ ਨਾ ਕਿ ਭਾਈ ਨਾ, ਸਾਡੇ ਲਈ ਕਿਸਾਨ ਪਹਿਲਾਂ, ਸਾਡੇ ਲਈ ਮਜ਼ਦੂਰ ਪਹਿਲਾਂ, ਸਾਡੇ ਲਈ ਇਲੈਕਸ਼ਨ ਉਮੀਦਵਾਰ ਪ੍ਰਚਾਰ ਬਾਅਦ ਚ। ਅਸੀਂ ਦੇਖ ਲਾਂਗੇ ਬਾਅਦ ਚ ਕੀ ਹੋਣਾ। ਅਸੀਂ ਆਹ ਦੇਖੋ ਮੋਰਚਾ ਸ਼ੁਰੂ ਕਰਦੇ ਹਾਂ ਕਿ ਭਾਈ ਇਹਨਾਂ ਨੂੰ ਪਹਿਲਾਂ ਪੂਰੇ ਪੈਸੇ ਦਿਓ। ਹਾਂ, ਇਦਾਂ ਵੀ ਕਹਿ ਸਕਦੇ ਕਿ ਅਸੀਂ ਜੀ ਆਉਣ ਵਾਲੇ 15 ਦਿਨਾਂ 'ਚ ਇੰਨੀਆਂ ਰੈਲੀਆਂ ਕਰਨੀਆਂ ਸੀ, ਇੰਨੇ ਇਕੱਠ ਕਰਨੇ ਸੀ, ਇੰਨੇ ਲੱਖ ਰੁਪਈਆ ਲੱਗਣਾ ਸੀ, ਉਹੀ ਕਿਸਾਨਾਂ ਨੂੰ ਦਿੱਤਾ, ਉਹ ਅਸੀਂ ਮਜ਼ਦੂਰਾਂ ਨੂੰ ਦਿੱਤਾ। ਜਾਣੀ ਇਹਦੀ ਥਾਂ ਦੇ ਉੱਤੇ 5 ਮਿੰਟ ਪ੍ਰੈਸ ਕਾਨਫਰੰਸ ਕਰਕੇ, 5 ਮਿੰਟ ਦਾ ਪ੍ਰੈਸ ਨੋਟ ਦੇ ਕੇ, ਉਸ ਮੁੱਦੇ ਦੇ ਉੱਤੇ ਇੱਕ ਬਿਆਨ ਦੇ ਕੇ, ਤਾਂ ਫਿਰ ਮੁੜ ਕੇ ਆਪਾਂ ਸਿਆਸੀ ਪ੍ਰਚਾਰ ਕਰੀ ਜਾਣਾ। ਕਿਤੇ ਨਾ ਕਿਤੇ ਕਿਸਾਨ ਧਿਰਾਂ ਦੇ ਵਿੱਚ ਗੁੱਸਾ ਤਾਂ ਵਧੂਗਾ। ਜਿਹੜੇ ਗੁੱਸਾ ਵਧੂਗਾ, ਪਰ ਦੇਖੋ ਗੁੱਸਾ ਉਹ ਨਾ ਕਰਨ, ਕਿਉਂਕਿ ਆਫਟਰ ਆਲ ਯਾਰ ਜਿਹੜੇ ਮੇਰੇ ਵਾਲੇ ਬੰਦੇ ਆ, ਜਦੋਂ ਮੈਂ ਆਪਣੇ ਬੰਦੇ ਦੀ ਗੱਲ ਕਰਦਾ, ਫਿਰ ਮੈਂ ਗੱਲ ਕਰਦਾ ਲੀਡਰਾਂ ਦੀ ਜੀ, ਸਾਰੀਆਂ ਪਾਰਟੀਆਂ ਦੇ। ਉਹਨਾਂ ਨੂੰ ਫਿਕਰ ਹੈ ਯਾਰ ਸਾਡੇ ਇੱਕ ਬੰਦੇ ਨੇ ਪਬਲਿਕਲੀ ਦੁਨੀਆ ਭਰ ਦੇ ਵਿੱਚ $5 ਦੀ ਸ਼ਰਤ ਲਾਈ ਹੈ ਜੀ ਕਿ ਉਹਦੀ ਪਿੱਠ ਨਹੀਂ ਲੱਗਣ ਦੇਣੀ। ਫਿਰ ਇਸ ਕਰਕੇ ਹੁਣ ਤੁਸੀਂ ਕਹਿੰਦੇ ਵੀ ਉਹ ਡੀਏਪੀ ਮਗਰ ਤੁਰੇ ਫਿਰਨ, ਉਹ ਗੁਲਾਬੀ ਸੁੰਡੀ ਦਾ ਮੁਆਵਜ਼ਾ ਦਿਵਾਉਂਦੇ ਫਿਰਨ, ਉਹ ਰੈਲੀ ਨਾ ਕਰਨ, ਉਹ ਆਖਣ ਵੀ ਅਸੀਂ ਘਰੋਂ ਨਹੀਂ ਨਿਕਲਣਾ, ਅਸੀਂ ਕਿਸਾਨਾਂ ਦੇ ਮਗਰ ਤੁਰੇ ਫਿਰਨਾ, ਉਹ ਦਿੱਲੀ ਧੱਕੇ ਖਾਂਦੇ ਫਿਰਨ। ਤੁਹਾਨੂੰ ਪਤਾ ਕਿੰਨਾ ਮਤਲਬ ਥੱਲੇ ਤਪਦਾ ਥਾਂ ਹੁੰਦਾ ਕਿ ਵੇਲੇ ਦਰੀ 'ਤੇ ਬਹਿਣਾ ਪੈਂਦਾ। 5-7 ਮਿੰਟ ਵੀ ਅਗਲੇ ਬਹਿ ਜਾਂਦੇ, ਤੁਸੀਂ ਕਹਿੰਦੇ 2-2 ਦਿਨ ਇੱਦਾਂ ਕਿੱਦਾਂ ਯਾਰ। ਉਹਨਾਂ ਨੂੰ ਫਿਕਰ ਹੈ ਮੇਰਾ ਵੀ ਗੁਰਪ੍ਰੀਤ ਉਹਨੂੰ ਐਂ ਜਿਤਾਉਣਾ। ਵਾਹ। ਇਸ ਕਰਕੇ ਉਹ ਆਪਣੀਆਂ ਕੋਸ਼ਿਸ਼ਾਂ ਉਸੇ ਤਰ੍ਹਾਂ ਜਾਰੀ ਰੱਖ ਰਿਹਾ। ਸੋ ਮੈਂ ਇੱਥੇ ਉਹਨਾਂ ਦੇ ਹੱਕ 'ਚ ਹਾਂ। ਨਹੀਂ, ਤੁਸੀਂ ਹੱਕ 'ਚ ਹੋਵੋਗੇ ਤੇ ਫਿਰ ਜਦੋਂ ਅਗਲੇ ਡੱਕਦੇ ਆ ਤੇ ਫਿਰ ਉਹ ਕਹਿੰਦੇ ਜੀ $5 ਅਸੀਂ ਦੂਜੇ ਬੰਦੇ ਨੂੰ ਹਾਰ ਨਹੀਂ ਦੇਣੇ, ਉਹ ਫਿਰ ਡੱਕ ਲੈਂਦੇ ਆ। ਠੀਕ ਹੈ ਗੱਲ, ਇਹ ਤਾਂ ਟਾਈਮ ਆ ਉਹਦੇ। ਮੈਂ ਕਰਾਂ ਫਿਰ ਕਲੀਅਰ ਕਰਦਾ, ਕਈ ਬੰਦੇ ਪਿਛਲੇ ਦਿਨੀ ਮੈਸੇਜ ਕੀਤਾ, ਲੈ ਵੀ ਗੁਰਪ੍ਰੀਤ ਸਿੰਘ ਰੇਟ ਦੇ ਰੇਟ ਘਟ ਗਏ, ਹੁਣ ਤੂੰ $5 ਹਾਰ ਗਿਆ। ਰੇਟ ਦੇ ਰੇਟਾਂ ਨਾਲ $5 ਦੀ ਕੋਈ ਸ਼ਰਤ ਨਹੀਂ। ਕਿ ਸ਼ਰਤ ਇੱਕ ਫਿਰ ਕਲੀਅਰ ਕਰਦੀ ਆਪਾਂ ਜੀ। ਸ਼ਰਤ ਇਹ ਹੈ ਜੀ ਕਿ ਵੀ ਵੀਰ ਮੇਰੇ ਪਰਮਵੀਰ ਬਾਠ ਹੋਣੀ ਕਹਿੰਦੇ ਆ ਕਿ ਵੀ ਪੰਜਾਬ ਦੇ ਵਿੱਚ ਬਹੁਤ ਚੇਂਜ ਆ ਗਈ, ਬੜੀ ਕ੍ਰਾਂਤੀ ਆ ਗਈ। ਲੋਕਾਂ ਨੇ ਐਤਕੀ ਵੇਖੀ ਲੀਡਰ ਅੱਗੇ ਲਾ ਲੈਣੇ ਤੇ ਲੋਕਾਂ ਦੇ ਹਿਸਾਬ ਨਾਲ ਸਰਕਾਰ ਬਣਨੀ। ਤੇ ਮੈਂ ਇਹ ਕਹਿਣਾ ਵੀ ਲੋਕ ਜੋ ਮਰਜ਼ੀ ਕਰ ਲੈਣ, ਲੀਡਰਾਂ ਨੂੰ ਪਤਾ ਵੀ ਅਸੀਂ ਕੀ ਕਰਨਾ। ਸੋ ਉਹਨਾਂ ਨੇ ਆਪਣੀ ਸਕੀਮ ਦੇ ਹਿਸਾਬ ਨਾਲ ਸਾਰੀ ਸਕੀਮ ਲਾ ਲੈਣੀ ਹੈ। ਜੇ ਅਜੇ ਵੀ ਗੁਰਪ੍ਰੀਤ ਸੰਧੇ ਵਾਲੇ ਨੂੰ ਇਸ ਗੱਲ ਦੇ ਵਿੱਚ ਸ਼ੱਕ ਆ ਕਿ ਲੀਡਰ ਅੱਗੇ ਨਹੀਂ ਲਾਏ, ਤਾਂ ਫਿਰ ਤੁਹਾਡਾ ਕੁਝ ਨਹੀਂ ਕੀਤਾ ਜਾ ਸਕਦਾ। ਤੁਸੀਂ ਜੇ ਐਨਕਾਂ ਹੀ ਦੂਜੀਆਂ ਲਾ ਰੱਖਣ, ਨਹੀਂ, ਮੇਰੀ ਗੱਲ ਸੁਣੋ ਪਹਿਲਾਂ। ਸੁਣੋ, ਉਹ ਲੀਡਰ ਕੀ ਪਤਾ ਅੱਗੇ ਲਾਏ ਕਿ ਜਾਣ-ਬੁੱਝ ਕੇ ਅਸੀਂ ਅੱਗੇ ਲੱਗੇ ਆ। ਐਤਕੀ ਤੁਸੀਂ ਇਹ ਨਹੀਂ ਕਹਿ ਸਕਦੇ। ਐਤਕੀ ਲੋਕਾਂ ਨੇ ਭੁਲੇਖੇ ਤੁਹਾਡੇ ਕੱਢ ਦਿੱਤੇ ਆ। ਐਤਕੀ ਤਾਂ ਜਦੋਂ ਗੱਡੀਆਂ ਸਟਾਰਟ ਕਰਕੇ ਤੇ ਪਿੱਛੇ ਨੂੰ ਰੱਖੀਆਂ ਜਾਂਦੀਆਂ, ਤੁਸੀਂ ਦੇਖੋ ਕਦੀ ਲੋਕਾਂ ਤੋਂ ਸਵੈ ਰੱਖਿਆ ਕਰਨੀ ਪਈ ਸੀ ਅੱਜ ਤੱਕ। ਲੋਕ ਤਾਂ ਤੁਹਾਨੂੰ ਬੋਰੀਆਂ ਦਿੰਦੇ ਹੁੰਦੇ ਸੀ ਨੋਟਾਂ ਦੀਆਂ, ਤੁਹਾਨੂੰ ਥੈਲੀਆਂ ਮਿਲਦੀਆਂ ਹੁੰਦੀਆਂ ਸੀ। ਹੁਣ ਵੀ ਦੇਣਗੇ? ਹਾਂ, ਨਹੀਂ ਦੇਣਗੇ। ਤੁਹਾਨੂੰ ਲੱਗਦਾ ਹੈ ਲੈ ਲਿਓ ਜਿਹੜੇ ਦਿੰਦੇ ਆ, ਤੇ ਮੁੜ ਕੇ ਉਹਨਾਂ ਨੂੰ ਪਿੰਡਾਂ ਵਾਲੇ ਕੀ ਦਿੰਦੇ ਆ ਤੁਸੀਂ ਉਹ ਵੀ ਦੇਖ ਲਿਓ। ਚਲੋ ਸੰਧਾ ਵਾਲੀਆ ਸਭ ਹੋਰ ਸੁਣਿਓ। ਇੱਕ ਮੁਹਾਲੀ ਵਾਲੇ ਪਾਸਿਓਂ ਚਰਚਾ ਚੱਲਦੀ ਹੈ ਕਿ ਬੀਬੀ ਸੋਨੀਆ ਮਾਨ, ਅਜੇ ਬਿਲਕੁਲ ਉਸ ਬੀਬੀ ਨੇ ਆਪਣੇ ਤੌਰ ਦੇ ਉੱਤੇ ਕਲੀਅਰ ਨਹੀਂ ਕੀਤਾ, ਇਹ ਚਰਚਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਤੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਸਕਦਾ ਹੈ। ਹਾਂ, ਮਤਲਬ ਇਹ ਆਪਾਂ ਉਦੋਂ ਗੱਲ ਕਰ ਰਹੇ ਹਾਂ ਜਦੋਂ ਇਹ ਅੱਜ ਦਿਨ ਚੜ ਗਿਆ, ਜਿਹੜੇ ਦਿਨ ਦੀ ਚਰਚਾ। ਤੇ ਹੋ ਸਕਦਾ ਵੀ ਸਾਡੀ ਇਹ ਗੱਲਬਾਤ ਨੂੰ ਜੇ ਤੁਸੀਂ ਉਦੋਂ ਸੁਣ ਰਹੇ ਹੋ ਜਦੋਂ ਇਹ ਘਟਨਾ ਵਾਪਰ ਗਈ ਹੋਵੇ, ਤੇ ਫਿਰ ਤੁਸੀਂ ਇਹਨੂੰ ਮੰਨਫੀ ਕਰ ਦਿਓ। ਅਸੀਂ ਉਦੋਂ ਗੱਲ ਕਰ ਰਹੇ ਹਾਂ ਜਦੋਂ ਇਹ ਘਟਨਾ ਵਾਪਰਨੀ ਹੈ ਜੀ। ਇਹਦੀ ਬਹੁਤ ਵੱਡੀ ਪੱਧਰ ਦੇ ਉੱਤੇ ਚਰਚਾ ਹੈ ਕਿ ਅੱਜ ਐਲਾਨ ਹੋ ਸਕਦਾ ਹੈ। ਮੈਂ ਫਿਰ ਕਹਿਣਾ ਕਿ ਦੋਨਾਂ ਧਿਰਾਂ ਦੇ ਵਿੱਚੋਂ ਕਿਸੇ ਨੇ ਵੀ ਕਲੀਅਰ ਨਹੀਂ ਕੀਤਾ, ਪਰ ਚਰਚਾ ਐਵੇਂ ਨਹੀਂ ਹੁੰਦੀ। ਹੁਣ ਸੰਧਾ ਵਾਲੀਆ ਸਾਹਿਬ, ਇੱਕ ਬਹੁਤ ਵੱਡਾ ਜਿਹਾ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਲੋੜ ਪਈ ਹੈ। ਪਹਿਲੀ ਗੱਲ, ਮੁਹਾਲੀ ਵਿਧਾਨ ਸਭਾ ਹਲਕਾ ਵੈਸੇ ਵੀ ਉਹ ਬਹੁਜਨ ਸਮਾਜ ਪਾਰਟੀ ਨੂੰ ਦੇ ਚੁੱਕੇ ਆ, ਪਰ ਦੇ ਤਾਂ ਉਹ ਅੰਮ੍ਰਿਤਸਰ ਉੱਤਰੀ ਤੇ ਸੁਜਾਨਪੁਰ ਵੀ ਚੁੱਕੇ ਸੀ, ਉਹ ਵੀ ਮੁੜ ਕੇ ਬਦਲ ਲਿਆ ਸੀ। ਬਹੁਜਨ ਸਮਾਜ ਪਾਰਟੀ ਦੇ ਨਾਲ ਇੱਕ ਕਪੂਰਥਲਾ ਦੇ ਦਿੱਤਾ ਸੀ, ਦੂਜਾ ਸ਼ਾਮ 'ਚ ਸੀ। ਹੋ ਸਕਦਾ ਹੈ ਜੇ ਅਕਾਲੀ ਦਲ ਨੂੰ ਸੂਤ ਲੱਗਦਾ ਹੋਇਆ ਤੇ ਉਹ ਮੁਹਾਲੀ ਵਾਲਾ ਹਲਕਾ ਜਿਹੜਾ ਉਹ ਲੈ ਕੇ ਤਾਂ ਬਸਪਾ ਨੂੰ ਕੋਈ ਹੋਰ ਦੇ ਸਕਦੇ ਆ, ਕਿਉਂਕਿ ਸੁਖਬੀਰ ਸਿੰਘ ਬਾਦਲ ਹੁਣ ਚੁਟਕੀਆਂ 'ਚ ਬਦਲ ਦਿੰਦੇ ਸਭ ਕੁਝ। ਹੁਣ ਮੁਹਾਲੀ ਤੋਂ ਅਕਾਲੀ ਦਲ ਨੂੰ ਕੀ ਲੋੜ ਹੈ? ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ 2012 ਦੀ ਵਿਧਾਨ ਸਭਾ ਚੋਣ ਸੀ, ਉਦੋਂ ਉਹਨਾਂ ਨੇ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਨੂੰ ਲਿਆਂਦਾ ਸੀ ਲੋਕ ਭਲਾਈ ਪਾਰਟੀ ਸਮਾਪਤ ਕਰਕੇ। ਇਲੈਕਸ਼ਨ ਉਹਨਾਂ ਨੇ ਲੜੀ ਪਰ ਹਾਰ ਗਏ। ਜਦੋਂ ਪਿਛਲੀ 2017 ਦੀ ਚੋਣ ਸੀ, ਉਦੋਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਬਹੁਤ ਨੇੜਲੇ ਰਿਸ਼ਤੇਦਾਰ ਕੈਪਟਨ ਤਜਿੰਦਰਪਾਲ ਸਿੰਘ, ਉਹਨਾਂ ਨੂੰ ਮੁਹਾਲੀ ਤੋਂ ਟਿਕਟ ਦਿੱਤੀ। ਉਹ ਤੀਜੇ ਨੰਬਰ ਤੇ ਆਏ ਸੀ। ਦੂਸਰੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ। 30,000 ਵੋਟਾਂ ਬਣੀਆਂ ਸੀ ਤੇ 62,000 ਵੋਟਾਂ ਬਲਵੀਰ ਸਿੰਘ ਸਿੱਧੂ ਨਹੀਂ ਸੀ, ਜਿਹੜੇ ਕਿ ਕਾਂਗਰਸ ਦੇ ਮੌਜੂਦਾ MLA ਤੇ ਸਾਬਕਾ ਕੈਬਨਿਟ ਮੰਤਰੀ ਹੈ।
ਯਾਨੀ ਅਕਾਲੀ ਦਲ ਨੂੰ ਇੱਥੋਂ ਕੋਈ ਵੱਡਾ ਉਮੀਦਵਾਰ ਚਾਹੀਦਾ ਹੈ ਜਿਹੜਾ ਵੋਟਾਂ ਲੈ ਸਕੇ, ਕਿਉਂਕਿ ਐਤਕੀ ਤਾਂ ਸੁਖਨਾ ਕੁਲਵੰਤ ਸਿੰਘ ਹੋਰੀ ਵੀ ਜਿਹੜੇ ਸਾਬਕਾ ਮੇਅਰ ਨੇ ਉਹ ਵੀ ਪਾਸੇ ਹੋਏ ਹੋ ਅਕਾਲੀ ਦਲ ਤੋਂ। ਇਸ ਕਰਕੇ ਉਹਨਾਂ ਨੂੰ ਕੋਈ ਚਿਹਰਾ ਚਾਹੀਦਾ, ਤੇ ਜੇ ਉਹਨਾਂ ਨੂੰ ਲੱਗਦਾ ਹੋਇਆ ਕਿ ਬੀਬੀ ਸੋਨੀਆ ਮਾਨ ਚਿਹਰਾ ਹੋ ਸਕਦੇ ਆ, ਉਹ ਕੋਸ਼ਿਸ਼ ਕਰਨਗੇ। ਪਰ ਦੂਸਰੇ ਪਾਸੇ ਤੁਹਾਨੂੰ ਯਾਦ ਹੋਣਾ ਕਿ ਕਈ ਵਾਰੀ ਇਹ ਚਰਚਾਵਾਂ ਆਈਆਂ ਸੀ ਬੀਬੀ ਸੋਨੀਆ ਮਾਨ ਦੀਆਂ, ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ, ਕਿਸਾਨ ਅੰਦੋਲਨ ਜਾਂਦੇ ਆ ਜੀ, ਦਿੱਲੀ ਜਾਂਦੇ ਆ ਜੀ, ਲਖੀਮਪੁਰ ਵੱਲ ਜਾਂਦੇ ਆ ਜੀ, ਯੂਪੀ ਵਾਲੇ ਪਾਸੇ ਜਾਂਦੇ ਆ। ਇੱਕ ਦੋ ਵੀਡੀਓ ਤੁਸੀਂ ਇਦਾਂ ਦੀਆਂ ਵੀ ਦੇਖੀਆਂ ਹੋਣੀਆਂ ਜਿਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਸ ਟਰੈਕ ਦੇ ਉੱਤੇ ਕਿਸੇ ਘਟਨਾ ਤੋਂ ਬਾਅਦ ਚੱਲਦਾ ਹੈ, ਬੀਬੀ ਸੋਨੀਆ ਮਾਨ ਹੋਰੀ ਜਿਹੜੇ ਨੇ ਉਹ ਥੋੜਾ ਜਿਹਾ ਹਟ ਕੇ ਵੀ ਚੱਲਦੇ ਰਹੇ ਆ। ਇੱਕ ਦੋ ਜਗ੍ਹਾ ਦੇ ਉੱਤੇ ਵੀਡੀਓ ਤੁਸੀਂ ਇਦਾਂ ਦੀਆਂ ਵੀ ਦੇਖੀਆਂ ਹੋਣੀਆਂ ਕਿ ਜਦੋਂ ਵੱਡੀ ਸਟੇਜ ਤੋਂ ਅਗਲੇ ਉੱਠ ਕੇ ਕਹਿੰਦੇ ਬੀਬੀ ਚਲੋ ਠੀਕ ਹੈ ਜੀ, ਹੁਣ ਤੁਸੀਂ ਵੀਡੀਓ ਦੇਖੀਆਂ ਹੋਣੀਆਂ। ਯਾਨੀ ਜੇ ਕੋਈ ਵੀ ਬੰਦਾ ਚੱਲਦੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਅੰਦੋਲਨ ਨੂੰ ਛੱਡ ਕੇ ਕਿਸੇ ਉਸ ਰਵਾਇਤੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਹੈ, ਜੇ ਇਸ ਰਵਾਇਤੀ ਪਾਰਟੀ ਦਾ ਅੱਜ ਤੱਕ ਉਹ ਠੋਕ ਕੇ ਵਿਰੋਧ ਕਰਦੇ ਰਹੇ ਆ, ਤਾਂ ਫਿਰ ਇਹਦਾ ਮਤਲਬ ਲੋਕ ਕੀ ਸਮਝਣਗੇ ਕਿ ਭਾਈ ਕਿਸਾਨ ਅੰਦੋਲਨ ਨੂੰ ਤੁਸੀਂ ਪ੍ਰਸਿੱਧੀ ਲਈ ਵਰਤਿਆ, ਕਿਸਾਨ ਅੰਦੋਲਨ ਨੂੰ ਤੁਸੀਂ ਸਿਰਫ ਇੱਕ ਪੌੜੀ ਦੇ ਰੂਪ 'ਚ ਵਰਤਿਆ ਕਿ ਉਹ ਕਿਸੇ ਨੇ ਪਛਾਣਨਾ ਨਹੀਂ, ਪਹਿਲਾਂ ਆਪਣੀ ਪਛਾਣ ਇੱਧਰਲੇ ਪਾਸੇ ਬਣਾ ਲਓ, ਮੁੜ ਕੇ ਉਡਾਰੀ ਮਾਰ ਕੇ ਛਤਰੀ ਹੋਰ ਤੇ ਬਹਿ ਜਾਓ। ਇਹ ਤਾਂ ਗੱਲ ਹੈਗੀ ਆ। ਦੇਖੋ ਇਹ ਗੱਲ ਕਾਫੀ ਡਿਟੇਲ 'ਚ ਕੀਤੀ ਜਾ ਸਕਦੀ ਹੈ, ਪਰ ਮੈਨੂੰ ਲੱਗਦਾ ਵੀ ਆਪਾਂ ਅੱਜ ਦਾ ਦਿਨ ਖਲੋਚੀਏ, ਅੱਜ ਇੱਕ ਵਾਰ ਦੇਖ ਲਈਏ, ਕਿਉਂਕਿ ਦੇਖੋ ਜਦੋਂ ਇਹ ਗੱਲ ਚਰਚਾ 'ਚ ਆਈ ਸੀ ਕੱਲੇ ਬੰਦੇ ਦੇ ਦਿਮਾਗ ਦੇ ਵਿੱਚ ਸਵਾਲ ਉਹੀ ਆਇਆ ਸੀ ਵੀ ਯਾਰ ਜਿਹੜੀ ਚੀਜ਼ ਮੈਂ ਉਦੋਂ ਕਿਤੇ ਸੋਚਦਾ ਸੀ ਜਾਂ ਮੈਂ ਸੋਚਦੀ ਸੀ, ਜਿਹੜਾ ਵੀ ਕੋਈ ਬੰਦਾ ਸੋਚਦਾ ਹੋਊਗਾ, ਲੈ ਵੀ ਉਹੀ ਹੋ ਗਈ। ਹੁਣ ਗੱਲ ਇਹ ਨਹੀਂ ਹੈਗੀ ਵੀ ਜੇ ਇਹ ਘਟਨਾ ਇਦਾਂ ਵਾਪਰਦੀ ਹੈ ਤੇ ਇਕੱਲੀ ਸੋਨੀਆ ਮਾਨ ਹੋਣਾ ਦਾ ਜ਼ਿਕਰ ਹੋਣਾ, ਇਹਦੇ ਨਾਲ ਲੋਕਾਂ ਨੂੰ ਬਹੁਤ ਸਾਰੇ ਚਿਹਰੇ ਜਿਹੜੇ 1 2 3 4 5 ਦੇ ਉੱਪਰ ਲੱਗਦੀ ਗੱਲ ਵੀ ਆ ਵੀ ਮੈਨੂੰ ਇਦਾਂ ਜਾਪਦਾ ਹੀ, ਹੋ ਸਕਦਾ ਵੀ ਉਹ ਹੋਰ ਗੂੜਾ ਕਰਕੇ ਨਾਂ ਲਿਖ ਲੈਣ ਵੀ ਲੈ ਵੀ ਇਦਾਂ ਹੋਊਗਾ। ਕਿਉਂਕਿ ਇਹ ਕਿਤੇ ਨਾ ਕਿਤੇ, ਮੈਂ ਨਹੀਂ ਕਹਿੰਦਾ ਵੀ ਸਾਰੇ ਦਾ ਸਾਰਾ, ਪਰ ਇਹ ਕਿਸਾਨ ਅੰਦੋਲਨ ਨੂੰ ਵੀ ਢਾਹ ਲੱਗਣ ਵਾਲੀ ਗੱਲ ਹੋਊਗੀ ਜੇ ਇਦਾਂ ਹੁੰਦਾ। ਤੇ ਦੇਖੋ ਇੱਕ ਗੱਲ ਬੜੀ ਕਲੀਅਰ ਹੈ, ਮੈਨੂੰ ਕਦੇ ਕਦੇ ਐਂ ਲੱਗਦਾ ਹੁੰਦਾ ਜੇ ਇੱਕ ਦੋ ਬੰਦੇ ਇਦਾਂ ਚਲੇ ਗਏ, ਉਹ ਢਾਹ ਲੱਗਣ ਦੀ ਜਗ੍ਹਾ ਦੇ ਉੱਤੇ ਕਿਸਾਨ ਅੰਦੋਲਨ ਨਿਖਰ ਜਾਊਗਾ। ਉਹ ਬੰਦੇ ਫਿਰ ਸਾਹਮਣੇ ਆ ਜਾਣੇ, ਕਿਉਂਕਿ ਇੱਕ ਪਾਸੇ ਤਾਂ ਬਜ਼ੁਰਗ ਲੀਡਰ ਨੇ ਜਿਹੜੇ ਕਹਿੰਦੇ ਜੀ ਨਾ ਅਸੀਂ ਸਿਆਸਤ ਕਰਨੀ ਹੈ, ਨਾ ਕੀਤੀ ਹੈ, ਚੋਣਾਂ ਵਾਲੇ ਪਾਸੇ ਨੂੰ ਅਸੀਂ ਤੁਰਨਾ ਹੀ ਨਹੀਂ, ਸਗੋਂ ਸਿਆਸੀ ਪਾਰਟੀਆਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਅੱਜ ਚੁੱਪ ਕਰਕੇ ਘਰੀ ਬੈਠੋ, ਸਿਰਫ ਕਿਸਾਨ ਅੰਦੋਲਨ ਨਾਲ ਜਾਓ। ਜੇ ਵੇਲੇ ਸਿਰ ਪਤਾ ਲੱਗ ਜਵੇ ਤੇ ਉਹਦੇ ਨਾਲ ਢਾਹ ਤਾਂ ਨਹੀਂ ਲੱਗਦੀ, ਉਹਦੇ ਨਾਲ ਕੰਮ ਨਿਖਰ ਜਾਊਗਾ। ਸਗੋਂ ਜਿਹੜੇ ਮੋਢੀ ਲੀਡਰ ਨੇ ਉਹਨਾਂ ਦੇ ਉੱਤੇ ਯਕੀਨ ਤੇ ਵਿਸ਼ਵਾਸ ਲੋਕਾਂ ਦਾ ਵਧੂਗਾ ਕਿ ਭਾਈ ਇਹ ਖਲੋਤੇ ਨੇ। ਹੋ ਸਕਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਲਾਹਾ ਲੈਣ ਦੇ ਲਈ ਇਧਰਲੇ ਪਾਸੇ ਨੂੰ ਤੁਰਦੇ ਆ। ਤਾਂ ਮੈਂ ਗੱਲ ਹੋਰ ਕਹਿ ਦਿਆਂ, ਮਤਲਬ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਕੱਪੜਛਾਣ ਹੋ ਜਾਊਗਾ, ਕੱਪੜਛਾਣ ਹੋ ਜਾਊਗਾ, ਬਿਲਕੁਲ ਚੰਗੇ ਤਰੀਕੇ ਦੇ ਨਾਲ ਨਿੱਤਰ ਕੇ ਚੀਜ਼ ਜਿਹੜੀ ਸਾਹਮਣੇ ਆ ਜਾਊਗੀ। ਅਜੇ ਕਿਸੇ ਨੇ ਵੀ ਕਨਫਰਮ ਨਹੀਂ ਕੀਤਾ ਸੀ, ਫਿਰ ਕਹਿੰਦੇ ਹਾਂ ਸਥਾਨਕ ਜਿਹੜੀਆਂ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਕਹਿਤਾ ਕਿ ਜੇ ਇਦਾਂ ਹੋਈ ਤਾਂ ਅਸੀਂ ਪਿੰਡ ਪਿੰਡ ਵਿਰੋਧ ਕਰਾਂਗੇ। ਹਾਂਜੀ ਉਹ ਤੇ ਹੋਣਾ ਹੀ ਆ, ਪਰ ਕੁੱਲ ਮਿਲਾ ਕੇ ਚਲੋ ਇਹ ਆਪਾਂ ਇਸ ਗੱਲ ਨੂੰ ਅਜੇ ਨਹੀਂ, ਅਸੀਂ ਤਾਂ ਕਰਕੇ ਜ਼ਿਆਦਾ ਨਹੀਂ ਕਰ ਰਹੇ ਵੀ ਕਿਉਂ ਜੇ ਅਜੇ ਘਟਨਾ ਵਾਪਰੀ ਨਹੀਂ। ਜਦੋਂ ਇਹ ਵਾਪਰ ਜੂਗੀ, ਜਦੋਂ ਗੱਲ ਹੋ ਜੂਗੀ, ਪਲੱਸ ਜਿਹੜੇ ਸੰਯੁਕਤ ਕਿਸਾਨ ਮੋਰਚੇ ਵਾਲੇ ਨੇ ਉਹਨਾਂ ਲੀਡਰਾਂ ਦੇ ਵੀ ਬਿਆਨ ਆ ਜਾਣਗੇ, ਉਦੋਂ ਬਾਅਦ ਆਪਾਂ ਉੱਤੇ ਗੱਲ ਕਰ ਸਕਦੇ ਹਾਂ। ਕਿਉਂਕਿ ਆਪਾਂ ਆਪਣੇ ਕੋਲ ਤਾਂ ਟਿੱਪਣੀ ਕਰਦੇ ਕੋਈ ਨਹੀਂ, ਆਪਾਂ ਤਾਂ ਉਹ ਕਹਿੰਦੇ ਆ ਜੋ ਹੋਇਆ ਹੁੰਦਾ। ਜਿੱਦਾਂ ਖਹਿਰਾ ਸਾਹਿਬ ਵਾਲਾ ਮਸਲਾ, ਖਹਿਰਾ ਸਾਹਿਬ ਦਾ ਤਾਂ ਸਮਝ ਨਹੀਂ ਲੱਗੀ, ਕਹਿੰਦੇ ਸੱਦਿਆ ਤੇ ਸਿਰਫ ਪੁੱਛ ਪੜਤਾਲ ਦੇ ਲਈ ਸੀਗਾ, ਉਦੋਂ ਘਰ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਫਿਰ ਨੇਰੇ ਅਦਾਲਤ ਤੇ ਵੀ ਪੇਸ਼ ਕਰ ਦਿੱਤਾ ਜਾਂਦਾ। ਦੇਖੋ ਇੱਕ ਦਿਨ ਤਾਂ ਰਿਮਾਂਡ ਮਿਲਿਆ, ਈਡੀ ਵਾਲਿਆਂ ਨੇ ਲਿਆ। ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਇੱਕ ਗ੍ਰਿਫਤਾਰੀ ਹੋਈ ਸੀ, ਉਹਦੇ ਤੋਂ ਬਾਅਦ ਬਹੁਤ ਸਾਰੀਆਂ ਕਾਲ ਡਿਟੇਲਸ ਦਾ ਰੌਲਾ ਪੈਂਦਾ ਸੀ। ਆ ਦੇਖੋ ਜੀ ਉਹਨਾਂ ਨੇ ਕਿੰਨੀ ਵਾਰੀ ਕਾਲਾਂ ਕੀਤੀਆਂ ਨੇ ਉਸ ਬੰਦੇ ਨੂੰ, ਤੇ ਉਹ ਕਹਿੰਦੇ ਜੀ ਮੇਰੇ ਹਲਕੇ ਦਾ ਬੰਦਾ, ਕਈ ਕੁਝ ਚੱਲਿਆ। ਹੁਣ ਕਾਲਾ ਧਨ, ਚਿੱਟਾ ਧਨ, ਮਨੀ ਲਾਂਡਰਿੰਗ, ਕਈ ਤਰ੍ਹਾਂ ਦੇ ਸ਼ਬਦ ਵਰਤੇ ਜਾ ਰਹੇ ਹੈ। ਫਿਰ ਮਾਰਚ ਮਹੀਨੇ ਦੇ ਵਿੱਚ ਇਦਾਂ ਹੀ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ, ਤੁਹਾਨੂੰ ਯਾਦ ਹੋਣਾ, ਉਦੋਂ ਖਹਿਰਾ ਸਾਹਿਬ ਉਹ ਆਪਣੀ ਪਾਰਟੀ ਦੇ ਵਿੱਚ ਹੀ ਸੀਗੇ। ਹੁਣ ਉਦੋਂ ਵੀ ਵਿਧਾਨ ਸਭਾ ਦੇ ਸੈਸ਼ਨ ਤੋਂ ਠੀਕ ਪਹਿਲਾਂ ਜਦ ਸੈਸ਼ਨ ਉਧਰ ਸ਼ੁਰੂ ਹੋਣ ਵਾਲਾ ਸੀ ਤੇ ਉਧਰਲੇ ਪਾਸੇ ਸੁਖਪਾਲ ਸਿੰਘ ਖਹਿਰਾ ਦੇ ਘਰੇ ਰੇਡ ਪੈ ਗਈ। ਤੇ ਜਦੋਂ ਸੁਖਪਾਲ ਸਿੰਘ ਖਹਿਰੇ ਦੇ ਘਰੇ ਰੇਡ ਪੈ ਗਈ ਤੇ ਉਹਨਾਂ ਨੇ ਉਦੋਂ ਵੀ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਅੱਜ ਤਾਂ ਭਾਈ ਮੈਂ ਜਾਣਾ ਸੀ ਉਧਰਲੇ ਪਾਸੇ ਨੂੰ, ਬੰਦੇ ਆਏ ਆ, ਮੈਂ ਉਹਨਾਂ ਨੂੰ ਸਾਰੀਆਂ ਕਾਪੀਆਂ ਦਿੱਤੀਆਂ। ਮੈਂ ਇਹ ਵੀ ਦੱਸ ਦਿੱਤਾ ਕਿ ਭਾਈ ਬੇਟੀ ਦੇ ਵਿਆਹ ਦੇ ਉੱਤੇ ਕੁਝ ਖਰਚੇ ਜਿਹੜੇ ਕੀਤੇ ਸੀ, ਜੇ ਕਿਤੇ ਨੋਟ ਵੀ ਕੀਤਾ ਤਾਂ ਪਰਿਵਾਰ ਦੇ ਵਿੱਚ ਫੰਕਸ਼ਨ ਸੀ ਤਾਂ ਅਸੀਂ ਨੋਟ ਕਰਕੇ ਸਾਰਾ ਕੁਝ ਰੱਖਦੇ ਆ। ਤੇ ਜੋ ਕਹਿੰਦੇ ਸੀ ਮੈਂ ਸਾਰਾ ਕੁਝ ਦੇ ਦਿੱਤਾ। ਫਿਰ ਪਾਸਪੋਰਟ ਦਾ ਬੜਾ ਰੌਲਾ ਪਿਆ ਸੀ ਉਦੋਂ, ਉਹ ਕਹਿੰਦੇ ਕੋਈ ਇਦਾਂ ਦੀ ਗੱਲ ਨਹੀਂ, ਕੋਈ ਹੋਰ ਪਾਸਪੋਰਟ ਨਹੀਂ ਲੱਭਾ, ਜਿਹੜੀ ਵੀ ਗੱਲ ਕਹਿਣਗੇ ਮੈਂ ਜਾਣ ਨੂੰ ਤਿਆਰ। ਇੱਕ ਦੋ ਵਾਰੀ ਸੱਦੇ ਸੀ ਵਿੱਚ ਵੀ, ਪਰ ਇਹ ਕਿਸੇ ਨੂੰ ਵੀ ਅਸਾਰ ਨਹੀਂ ਸੀ ਕਿ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੋਏਗਾ ਤੇ ਉਹ ਪੁੱਛਗਿੱਛ ਲਈ ਸਵਾਲਾਂ ਦਾ ਜਵਾਬ ਦੇਣ ਦੇ ਲਈ ਗਏ ਹੋਣਗੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਹਾਂ, ਜਾਂਦੇ ਜਾਂਦੇ ਉਹ ਕਹਿ ਗਏ, ਇੱਕ ਦਿਨ ਦਾ ਰਿਮਾਂਡ ਮਿਲਿਆ, ਉਹ ਕਹਿੰਦੇ ਜੀ ਮੈਂ ਨਿਰਦੋਸ਼ ਹਾਂ, ਸਿਆਸੀ ਤੌਰ ਤੇ ਫਸਾਇਆ ਜਾ ਰਿਹਾ, ਕਿਸਾਨ ਅੰਦੋਲਨ ਦੇ ਹੱਕ 'ਚ ਬੋਲਦਾ ਸੀ, ਇਦਾਂ ਦੀ ਗੱਲ ਕੋਈ ਨਹੀਂ। ਤੇ ਉਹਨਾਂ ਦੇ ਬੇਟੇ ਨੇ ਵੀ ਸੋਸ਼ਲ ਮੀਡੀਆ ਤੇ ਲਿਖ ਦਿੱਤਾ ਕਿ ਲੜਾਈ ਠੋਕ ਕੇ ਲੜਾਂਗੇ, ਸਿਆਸੀ ਬਦਲਾਖੋਰੀ ਹੈ। ਨਹੀਂ, ਇਹ ਵੈਸੇ ਜਿਸ ਹਿਸਾਬ ਨਾਲ ਇਹ ਕਹਾਣੀ ਜਿੱਧਰ ਨੂੰ ਨਿਕਲੀ ਆ, ਤੁਸੀਂ ਇਹ ਦੇਖੋ ਵੀ ਇਹਨੂੰ ਆਪਾਂ ਸਿਆਸਤ ਕਹਿ ਲਈਏ ਜਾਂ ਸਮਾਂ ਕਹਿ ਲਈਏ, ਕਿ ਜੇ ਆਪਾਂ ਇਸੇ ਸਰਕਾਰ ਦੇ ਚੱਲਦੇ ਰਹਿਣ ਦੀ ਗੱਲ ਕਰੀਏ ਤੇ ਜਦੋਂ 2017 ਚੜ੍ਹਿਆ ਸੀ
ਉਹ 2017 ਦੇ ਵਿੱਚ ਜੀ। ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਬਹਿੰਦੀ ਹੈ, ਪਹਿਲਾਂ ਚਲੋ ਫੂਲਕਾ ਸਾਹਿਬ ਸੀ, ਜਦੋਂ ਫੂਲਕਾ ਸਾਹਿਬ ਛੱਡ ਗਏ ਤੇ ਕੁਰਸੀ ਖਹਿਰਾ ਸਾਹਿਬ ਕੋਲ ਆਉਂਦੀ ਹੈ, ਉਦੋਂ ਖਹਿਰਾ ਸਾਹਿਬ ਦਾ ਟੌਰ ਕੀ ਸੀ? ਜਿੱਦਾਂ ਥਾਂ ਥਾਂ ਤੇ ਜਾ ਕੇ ਤੇ ਉਹਨਾਂ ਜਿਸ ਹਿਸਾਬ ਨਾਲ ਕੰਮ ਦਬੱਲਿਆ ਸੀ ਤੇ ਲੋਕੀ ਗੱਲਾਂ ਕਰਦੇ ਸੀ, ਯਾਰ ਵਿਰੋਧੀ ਧਿਰ ਦਾ ਲੀਡਰ ਹੋਵੇ ਤੇ ਇਦਾਂ ਦਾ ਹੋਵੇ। ਫਿਰ ਉਹ ਵੀ ਆਪਾਂ ਦੌਰ ਦੇਖਿਆ ਵੀ ਜਦੋਂ ਖਹਿਰਾ ਸਾਹਿਬ ਨੂੰ ਪਾਸੇ ਕਰ ਦਿੱਤਾ ਜਾਂਦਾ ਤੇ ਫਿਰ ਖਹਿਰਾ ਸਾਹਿਬ ਵੱਖਰੇ ਤੌਰ ਤੇ ਚੱਲ ਪੈਂਦੇ। ਉਹ ਵੀ ਚਰਚਾ ਆਪਾਂ ਚੱਲ ਪਈ ਜਦੋਂ ਉਹਨਾਂ ਨੇ 2019 ਵਾਲੀਆਂ ਇਲੈਕਸ਼ਨਾਂ ਵੱਖ ਹੋ ਕੇ ਲੜੀਆਂ ਨੇ। ਉਹ ਕਹਿੰਦੇ ਵੀ ਯਾਰ ਖਹਿਰਾ ਸਾਹਿਬ ਦੀ ਸਭ ਦੇ ਟੱਕਰ। ਫਿਰ ਉਹਦੇ ਬਾਅਦ ਜ਼ਿਮਨੀ ਚੋਣਾਂ ਆਉਂਦੀਆਂ, ਫਿਰ ਗੱਠਜੋੜ ਹੁੰਦਾ। ਖਹਿਰਾ ਸਾਹਿਬ ਯਾਨੀ ਕਿ ਉਸ ਸਮੇਂ ਦੇ ਉੱਪਰ ਜਦੋਂ ਆਪਾਂ ਰਾਜਨੀਤੀ ਦੀ ਗੱਲ ਕਰਦੇ ਪੰਜਾਬ ਦੀ ਤੇ 1 2 3 4 5 ਨਾਂ ਲਿਖੋ ਤੇ ਉਹਨਾਂ ਦੇ ਵਿੱਚੋਂ ਤੀਜਾ ਚੌਥਾ ਨਾਂ ਕਿਤੇ ਨਾ ਕਿਤੇ ਆ ਜਾਂਦਾ ਸੀ। ਐਂਡ ਉਹ ਵੀ ਚਰਚਾ ਚੱਲਣ ਲੱਗ ਪਈ, ਲੈ ਯਾਰ ਮੁੱਖ ਮੰਤਰੀ ਦੇ ਚਿਹਰੇ ਦੀ ਕਿਹੜੀ ਗੱਲ ਆ, ਜੇ ਬੈਂਸ ਭਰਾ ਕਹਿਣ ਦੇ ਮੈਂ ਪਿਛੜਨ ਨੂੰ ਤਿਆਰ ਆ, ਇਹਨਾਂ ਨੂੰ ਬਣਾ ਲਓ, ਪਰ ਕਰੀ ਆਪਾਂ ਪੰਜਾਬ ਦਾ ਕੁਛ ਨਾ ਕੁਛ, ਸਭ ਤੋਂ ਪਿੱਛੇ ਲੱਗੂ, ਹੈ ਨਾ। ਮਤਲਬ ਉਦੋਂ ਖਹਿਰਾ ਸਾਹਿਬ ਹਰ ਦੂਜੀ ਤੀਜੀ ਖਬਰ ਦਾ ਹਿੱਸਾ ਸੀ, ਭਾਵੇਂ ਸੱਜਿਓਂ ਖੱਬਿਓਂ ਕਿਸੇ ਪਾਸਿਓਂ। ਪਰ ਤੁਸੀਂ ਇਹ ਦੇਖੋ ਵੀ ਉਹ ਇੱਕ ਐਸਾ ਸਮਾਂ ਹੈਲੀਕਾਪਟਰ ਤੇ ਚੜ੍ਹਨ ਤੋਂ ਪਹਿਲਾਂ ਵਾਲਾ, ਕੈਪਟਨ ਸਾਹਿਬ ਨੂੰ ਮਿਲਣ ਵਾਲਾ, ਉਦੋਂ ਬਾਅਦ ਤੇ ਹੁਣ ਦਾ ਸਮਾਂ 5 ਸਾਲਾਂ ਦੇ ਵਿੱਚ ਹੀ ਕਿੰਨਾ ਕੁਛ ਬਦਲ ਗਿਆ। ਨਹੀਂ, ਬਹੁਤ ਕੁਝ ਬਦਲਿਆ ਸੰਧਾਲੀਆ ਸਾਹਿਬ, ਇੰਨਾ ਕੁਝ ਬਦਲ ਗਿਆ ਕਿ ਹੈਰਾਨੀ ਦੀ ਗੱਲ ਹੈ। ਹੁਣ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਭਵਿੱਖ ਦੇ ਉੱਤੇ ਕੀ ਕੁਝ ਪ੍ਰਭਾਵ ਪੈ ਜਾਊਗਾ, ਕਿਉਂਕਿ 1.5-2 ਮਹੀਨਿਆਂ ਬਾਅਦ ਤਾਂ ਹੁਣ ਨੋਮੀਨੇਸ਼ਨ ਪੇਪਰ ਵੀ ਫਾਈਲ ਹੋਣੇ ਆ। ਉਧਰ ਨੋਨੀ ਮਾਨ ਹੋਰਾਂ ਦੇ ਉੱਤੇ ਵੀ ਪਰਚਾ ਹੈ, ਵਰਦੇਵ ਸਿੰਘ ਹੋਰਾਂ ਦੇ ਉੱਤੇ, ਉਹਨਾਂ ਦੇ ਸਿਆਸੀ ਭਵਿੱਖ ਦੇ ਉੱਤੇ ਕੀ ਪ੍ਰਭਾਵ ਪਊਗਾ, ਬਹੁਤ ਸਾਰੀਆਂ ਗੱਲਾਂ ਨੇ। ਬਾਕੀ ਇੱਕ ਦਿਨ ਦਾ ਹੀ ਰਿਮਾਂਡ ਹੈ, ਜੇ ਅੱਜ ਹੀ ਜ਼ਮਾਨਤ ਮਿਲ ਗਈ ਤਾਂ ਹੋ ਸਕਦਾ ਅੱਜ ਹੀ ਬਾਹਰ ਆ ਜਾਣ। ਫਿਰ ਉਹ ਬਹੁਤ ਸਾਰੀਆਂ ਗੱਲਾਂ ਕਲੀਅਰ ਕਰਨਗੇ ਕਿ ਮੈਨੂੰ ਕੀ ਪੁੱਛਦੇ ਸੀ ਕਿ ਨਹੀਂ ਪੁੱਛਦੇ ਸੀ, ਆਪਾਂ ਉਧਰ ਛੱਡਦੇ ਹਾਂ। ਪਰ ਮੈਂ ਇੱਕ ਤੁਹਾਡੇ ਤੋਂ ਸਵਾਲ ਪੁੱਛਣਾ ਤੇ ਜਵਾਬ ਮੈਨੂੰ 1 2 ਜਾਂ ਵੱਧ ਤੋਂ ਵੱਧ 3 ਸ਼ਬਦਾਂ 'ਚ ਚਾਹੀਦਾ ਜੀ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, 5 ਨੰਬਰ ਦਾ ਸਵਾਲ ਹੈ, ਜੇ ਠੀਕ ਦਿਓਗੇ, ਭਾਰਤ ਕਿਹੜੇ ਸਾਲ ਦੇ ਵਿੱਚ ਆਜ਼ਾਦ ਹੋਇਆ ਸੀ? ਯਾਰ 1947 ਚ ਹੈ। ਕਿਉਂ ਕੋਈ ਨੰਬਰ ਨਹੀਂ ਮਿਲਣਾ ਇਹਦਾ ਗਾ ਯਾਰ, ਮੈਂ ਗੱਲ ਤੁਸੀਂ ਟਿੱਪਣੀ ਕਰਾ ਲੈਂਦੇ। ਮੈਂ ਜਦੋਂ ਹੁਣ ਟਿੱਪਣੀਆਂ ਕਰਾਈਆਂ, ਤੁਸੀਂ ਦੇਖੋ ਕਿ ਹੁਣ ਗੁਰਪ੍ਰੀਤ ਸੰਧਾਲੀਆ ਇੱਕ ਲੀਡਰ ਬੰਦਾ, ਉਹ ਸਹੀ ਆ ਜਾਂ ਪਦਮ ਸ਼੍ਰੀ ਬੀਬੀ ਕੰਗਣਾ ਰਣੌਤ ਸਹੀ ਹੈ? ਉਹ ਅੱਛਾ ਮੈਂ ਜਾਣੀ ਦੇਖੋ ਤੁਸੀਂ ਥੋੜੇ, ਮੈਂ ਮਾਫੀ ਚਾਹੁੰਦਾ ਨਾਲ, ਉਹ ਮੈਨੂੰ ਕਿਹੜਾ ਪਦਮ ਸ਼੍ਰੀ ਮਿਲਿਆ। ਦੇਖੋ ਸਤਿਕਾਰਯੋਗ ਬੀਬੀ ਕੰਗਣਾ ਰਣੌਤ ਜੀ, ਕਿਉਂਕਿ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ, ਦੇਸ਼ ਦਾ ਬਹੁਤ ਵੱਡਾ ਅਵਾਰਡ ਹੈ ਤੇ ਸਤਿਕਾਰਯੋਗ ਤਾਂ ਰਹਿਣਾ ਪਊਗਾ ਬੀਬੀ ਜੀ ਨੂੰ। ਬਿਲਕੁਲ ਸਹੀ। ਹੁਣ ਉਹਨਾਂ ਨੇ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਕਿਹਾ, ਹਾਂ ਕਹਿੰਦੇ ਉਹ ਤਾਂ ਭੀਖ ਵਰਗੀ ਆਜ਼ਾਦੀ ਸੀ ਜਿਹੜੀ 1947 ਚ ਮਿਲੀ। ਅਸਲੀ ਆਜ਼ਾਦੀ ਤਾਂ ਭਾਰਤ ਨੂੰ 2014 ਦੇ ਵਿੱਚ ਮਿਲੀ ਹੈ, ਜਦੋਂ ਮਾਣਯੋਗ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਿਆ। ਮੈਂ ਸੰਧਾਲੀਆ ਸਾਹਿਬ ਥੋੜ੍ਹਾ ਜਿਹਾ ਸੋਚਦਾ, ਠੀਕ ਹੈ ਬੀਬੀ ਜੀ ਦੇ ਆਪਣੇ ਵਿਚਾਰ ਨੇ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਭਾਈ। ਮੈਂ ਸੋਚਦਾ ਸੀ 5 ਸਾਲ ਤਾਂ ਲਗਾਤਾਰ ਮੇਰੇ ਖਿਆਲ ਵਾਜਪਾਈ ਸਾਹਿਬ ਨੇ ਵੀ ਰਾਜ ਕੀਤਾ। ਇਹਦਾ ਮਤਲਬ ਦੇਸ਼ ਉਹਨਾਂ ਤੋਂ ਵੀ ਚੰਗੇ ਤਰੀਕੇ ਆਜ਼ਾਦ ਨਹੀਂ ਕਰ ਹੋਇਆ, ਚੂੜੀ ਉਹਨਾਂ ਤੋਂ ਖੁੱਲੀ ਨਹੀਂ, ਨਟ ਉਹਨਾਂ ਨੇ ਮੈਨੂੰ ਲੱਗਦਾ ਚੰਡ ਦਿੱਤਾ, ਉਹ ਹਲੇ ਚੂੜੀ ਵਾਲਾ ਹਿਸਾਬ ਨਹੀਂ ਰੱਖਿਆ। ਦੂਸਰੀ ਗੱਲ, ਮੈਂ ਸੋਚ ਰਿਹਾ ਸੀ ਕਿ 10 ਲੱਖ ਦੇ ਕਰੀਬ ਬੰਦੇ ਜਿਹੜੇ ਨੇ ਉਹ ਭਾਰਤ ਪਾਕਿਸਤਾਨ ਦੀ ਵੰਡ ਦੇ ਦੌਰਾਨ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਆਉਂਦੇ ਰਾਹ ਦੇ ਵਿੱਚ ਮਾਰੇ ਗਏ ਸੀ। ਕਿੱਡਾ ਵੱਡਾ ਕਤਲੇਆਮ ਸੀ ਉਹ, ਦੇਸ਼ ਦੀ ਵੰਡ, ਉਹਨੂੰ ਦੰਗੇ ਕਹਿ ਲਓ, ਕੋਈ ਸ਼ਬਦ ਵਰਤ ਲਓ, ਅਜੇ ਤੱਕ ਵੀ ਟੱਸ ਟੱਸ ਕਰਦੀ ਹੈ ਚੀਸ ਲੋਕਾਂ ਦੀ। ਫਿਰ ਮੈਂ ਸੋਚਦਾ ਸੀ ਕਿ ਹਜ਼ਾਰਾਂ ਲੋਕਾਂ ਨੇ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਜ਼ਬਤ ਕਰਾ ਲਈਆਂ, ਸੈਂਕੜੇ ਲੋਕਾਂ ਨੂੰ ਫਾਂਸੀ ਹੋਈ, ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਜਿਹੜੀ ਹੈ ਅੰਡੇਮਾਨ ਨਿਕੋਬਾਰ ਦੀ, ਉਹ ਵੀ ਗਵਾਹ ਹੋਣੀ ਹੈ। ਜੱਲਿਆਂਵਾਲਾ ਬਾਗ ਮੈਨੂੰ ਲੱਗਦਾ ਕਿ ਸਾਰਿਆਂ ਵੇਖਿਆ ਹੋਣਾ, ਬੀਬੀ ਜੀ ਵੀ ਉੱਤਰ ਭਾਰਤ ਦੇ ਵਿੱਚ ਹੀ ਰਹਿੰਦੇ ਆ, ਸ਼ਾਇਦ ਉਹਨਾਂ ਵੀ ਵੇਖਿਆ ਹੋਵੇ। ਬੜੇ ਬੰਦੇ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਮੈਨੂੰ ਲੱਗਦਾ ਕਿ ਬੀਬੀ ਜੀ ਨੂੰ ਸ਼ਹੀਦ ਭਗਤ ਸਿੰਘ ਹੋਰਾਂ ਦਾ, ਸੁਭਾਸ਼ ਚੰਦਰ ਬੋਸ ਹੋਰਾਂ ਦਾ, ਮਹਾਤਮਾ ਗਾਂਧੀ ਹੋਰਾਂ ਦਾ, ਸ਼ਾਇਦ ਸਾਰਿਆਂ ਦਾ ਹੀ ਚੇਤਾ ਭੁੱਲ ਗਿਆ। ਇਹ ਕੈਲਕੂਲੇਸ਼ਨ ਥੋੜੀ ਜਿਹੀ ਗੜਬੜਾ ਨਹੀਂ ਹੋ ਗਈ ਕਿ 2014 ਤੱਕ ਉਹ ਲਿਆਏ? ਇਹ ਦੇਖੋ ਗੱਲ ਇਹ ਆ, ਆਪਾਂ ਮੈਂ ਨਾ ਵੀ ਚਲੋ ਰਾਜਨੀਤੀ ਵਾਲੇ ਪਾਸੇ ਨਹੀਂ ਜੋੜਦੇ। ਬੀਬੀ ਜੀ ਦਾ ਕੰਮ ਕਿਉਂਕਿ ਫਿਲਮ ਵਾਲਾ, ਆਪਾਂ ਫਿਲਮ ਵਾਲੇ ਪਾਸਿਓਂ ਗੱਲ ਕਰ ਲੈਂਦੇ ਹਾਂ। ਇੱਕ ਤਾਂ ਉਹਨਾਂ ਨੇ ਆਪ ਵੀ ਫਿਲਮ ਕੀਤੀ ਸੀ, ਉਹ ਖੂਬ ਲੜੀ ਮਰਦਾਨੀ ਉਹ ਝਾਂਸੀ ਵਾਲੀ ਰਾਨੀ ਥੀ, ਹੈ ਨਾ। ਹੁਣ ਮੇਰੇ ਖਿਆਲ ਨਾਲ ਜਦੋਂ ਫਿਲਮ ਕੀਤੀ ਹੋਊਗੀ, ਕੁਛ ਨਾ ਕੁਛ ਤੇ ਪੜ੍ਹਿਆ ਲਿਖਿਆ ਹੀ ਹੋਊਗਾ ਵੀ ਹਾਂ ਵੀ ਉਹ ਕੌਣ ਸੀ ਬੀਬੀ, ਕਿਉਂ ਲੜੀ ਸੀ, ਕਿਹਦੇ ਨਾਲ ਲੜੀ ਸੀ, ਕਿਹੜੀ ਗੱਲੋਂ ਲੜੀ ਸੀ। ਤੇ ਜੋ ਇੰਨਾ ਕੁਛ ਲੜੀ ਸੀ ਜਿਹਦੇ ਉੱਪਰ ਫਿਲਮ ਬਣਾਈ ਜਾ ਸਕਦੀ ਆ, ਤੇ ਉਦੋਂ ਬਾਅਦ ਦੇਸ਼ ਭਗਤੀ ਬੜੀ ਉਮੜ ਕੇ ਬਾਹਰ ਵੀ ਆਈ ਸੀਗੀ। ਇਹਦਾ ਮਤਲਬ ਫਿਰ ਉਹ ਝਾਂਸੀ ਵਾਲੀ ਰਾਣੀ ਵੀ ਵਿਚਾਰੀ ਐਵੇਂ ਕਮਲੀ ਛੇੜੀ ਲੜਦੀ ਰਹੀ। ਮੈਂ ਇਸ ਗੱਲੋਂ ਵੀ ਹੈਰਾਨ ਆ ਕਿ 62, 65, 71, 99 ਕਾਰਗਿਲ ਯੁੱਧ ਤੱਕ, ਕਿਉਂਕਿ ਉਹ ਸਾਰੀਆਂ 2014 ਤੋਂ ਪਹਿਲਾਂ ਦੀਆਂ ਗੱਲਾਂ, ਉਹਦੇ ਵਿੱਚ ਬਹੁਤ ਸਾਰੇ ਫੌਜੀ ਜਵਾਨ ਵੱਖ-ਵੱਖ ਸੂਬਿਆਂ ਦੇ ਸ਼ਹੀਦ ਹੋਏ। ਹੋਰ ਤਾਂ ਹੋਰ ਤੁਸੀਂ ਇਹ ਦੇਖੋ ਕਿ ਉਹਦੇ ਤੋਂ ਪਹਿਲਾਂ ਕਿੰਨਾ ਕੁਝ ਘਟ ਵਾਪਰ ਗਿਆ ਸੀ ਕਿ ਦੇਸ਼ ਦੇ ਉੱਤੇ ਕਈ ਵਾਰੀ ਆਫਤਾਂ ਆਈਆਂ, ਲੋਕਾਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ। ਤੁਸੀਂ ਹੋਰ ਦੇਖੋ ਕਿ ਇੱਕ ਸੰਵਿਧਾਨ ਕਮੇਟੀ ਬਣੀ ਸੀ, ਇਹਨੂੰ ਮਸੌਦਾ ਕਮੇਟੀ ਵੀ ਕਹੀ ਜਾਂਦਾ। ਡਾਕਟਰ BR ਅੰਬੇਦਕਰ ਤੇ ਉਹਨਾਂ ਦੇ ਸਾਥੀ
ਇਹਦਾ ਮਤਲਬ ਹੈ ਕਿ ਜਿਹੜੇ ਸਮੇਂ ਦੇ ਵਿੱਚ ਉਹ ਸੰਵਿਧਾਨ ਲਿਖਦੇ ਰਹੇ, ਜਿਹੜੇ ਸਮੇਂ ਦੇ ਵਿੱਚ ਸੰਵਿਧਾਨ ਲਾਗੂ ਹੋਇਆ, ਜਿਹੜੇ ਸਮੇਂ ਦੇ ਵਿੱਚ 5 ਸਾਲਾਂ ਯੋਜਨਾਵਾਂ ਬਣਦੀਆਂ ਸੀ, ਫਿਰ ਇਹਦਾ ਮਤਲਬ ਹੈ ਕਿ ਉਹ ਸਾਰਾ ਕੁਝ ਭੀਖ ਦੇ ਵਿੱਚ ਹੀ ਸੀਗਾ। ਹਾਂਜੀ, ਉਦੋਂ ਆਜ਼ਾਦ ਹੈ ਨਹੀਂ ਸੀ ਭਾਰਤ ਨਾ, ਉਹੀ ਤੇ ਗੱਲ ਮੈਂ ਕਰ ਰਿਹਾ। ਫਿਰ ਇੱਕ ਹੋਰ ਗੱਲ ਨੂੰ ਯਾਦ ਆ ਗਈ ਹੁਣੇ ਹੀ, ਫਿਲਮ ਵਾਲੀ ਉਦਾਹਰਨ ਇੱਕ ਹੋਰ ਦੇਣਾ, ਕਿਉਂਕਿ ਮੈਨੂੰ ਇਹ ਵੀ ਉਹਨਾਂ ਨੂੰ ਦੂਜੀਆਂ ਗੱਲਾਂ ਨਹੀਂ ਸਮਝ ਆਉਣੀਆਂ, ਕਿ ਜੇ ਉਹ ਸਮਝ ਹੁੰਦੀਆਂ ਤੇ ਪਹਿਲੀ ਗੱਲ ਤੇ ਬਿਆਨ ਨਹੀਂ ਦਿੱਤਾ ਜਾਣਾ। ਇਸ ਕਰਕੇ ਚਲੋ ਮੇਰਾ ਖਿਆਲ ਉਹ ਸਰਦਾਰ ਊਧਮ ਹੁਣੇ ਆਈ ਵਿੱਕੀ ਕੌਸ਼ਲ ਦੀ ਫਿਲਮ, ਮੇਰਾ ਖਿਆਲ ਹਰੇਕ ਨੇ ਦੇਖੀ ਹੋਣੀ, ਜੇ ਤੁਸੀਂ ਨਹੀਂ ਦੇਖੀ ਤਾਂ ਜ਼ਰੂਰ ਦੇਖਿਓ। ਹੁਣ ਫਿਰ ਸਰਦਾਰ ਊਧਮ ਦੇ ਵਿੱਚ ਊਧਮ ਸਿੰਘ, ਸ਼ਹੀਦ ਊਧਮ ਸਿੰਘ ਹੋਰਾਂ ਦਾ ਕਿਰਦਾਰ ਜਿਹਨਾਂ ਨੇ ਨਿਭਾਇਆ, ਉਹ ਦਹਾਕਿਆਂ ਬੱਧੀ ਆਪਣੇ ਦਿਲ ਦੇ ਵਿੱਚ ਜਿਹੜਾ ਉਹ ਕਹਿ ਲਓ ਬਦਲੇ ਦੀ ਅੱਗ ਲੈ ਕੇ ਤੇ ਉੱਥੋਂ ਤੱਕ ਪਹੁੰਚਿਆ, ਆਪੜਿਆ ਤੇ ਉਹਨੇ ਜਾ ਕੇ ਉੱਥੇ ਬਦਲਾ ਲਿਆ। ਉਹ ਫਿਰ ਦਹਾਕਿਆਂ ਤੱਕ ਇੰਤਜ਼ਾਰ ਕਰਦਾ ਰਿਹਾ ਵੀ ਮੈਂ ਭੀਖ ਲੈਣ ਜਾਵਾਂ ਉੱਥੇ। ਇਹ ਬੜਾ ਮੈਨੂੰ ਇਹ ਲੱਗਦਾ, ਅਸੀਂ ਉਮੀਦ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਾਂ ਦੇਸ਼ ਦੀ ਮੌਜੂਦਾ ਸੱਤਾਧਾਰੀ ਧਿਰ ਦੇ ਅੰਦਰ ਸਿਆਣੇ ਲੋਕ ਵੀ ਬਹੁਤ ਆ। ਉਹ ਜਿਹੜੇ ਸਿਆਣੇ ਲੋਕ ਆ ਉਹ ਇਸ ਮੁੱਦੇ ਦੇ ਉੱਤੇ ਸਾਹਮਣੇ ਆਉਣ, ਬੋਲਣ। ਇਸ ਮੁੱਦੇ ਤੇ ਬੋਲਣਾ ਚਾਹੀਦਾ। ਇਹ ਨਾ ਦੇਖਣ ਕਿ ਭਾਈ ਕਿਹਦੇ ਹੱਕ 'ਚ ਹੋ ਰਿਹਾ ਜਾਂ ਕਿਹਦੇ ਵਿਰੋਧ ਦੇ ਵਿੱਚ, ਕਿਉਂਕਿ ਜਦੋਂ ਮੂੰਹ ਕੰਨਾਂ ਤੱਕ ਪਾਟ ਜਾਣ ਨਾ ਤਾਂ ਫਿਰ ਬਹੁਤੀਆਂ ਗੱਲਾਂ ਦਰੁਸਤ ਨਹੀਂ ਹੁੰਦੀਆਂ। ਸੰਧਾਲੀਆ ਸਾਹਿਬ, ਬੜਾ ਕੁਝ ਦੇਖਿਆ, ਘੋਖਿਆ, ਮਾਪਿਆ ਗਿਆ, ਕਿਉਂਕਿ ਜੇ ਆਪਾਂ ਉਸ ਆਜ਼ਾਦੀ ਨੂੰ ਅੱਧੀ ਮਿਲੀ ਹੈ, ਪੌਣੀ ਮਿਲੀ ਹੈ, ਕੀ ਹੋਇਆ ਕੀ ਨਹੀਂ ਹੋਇਆ, ਪਰ ਉਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਦੇਸ਼ ਦੇ ਲਈ, ਜਿਨ੍ਹਾਂ ਨੇ ਸਰਹੱਦਾਂ ਦੇ ਉੱਤੇ ਜਾ ਕੇ ਰਾਖੀ ਕੀਤੀ ਹੈ, ਜਿਨ੍ਹਾਂ ਨੇ, ਕਿਉਂਕਿ ਬੀਬੀ ਜੀ ਨੂੰ ਸ਼ਾਇਦ ਯਾਦ ਨਹੀਂ, ਜਿਹੜੀ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਉੱਥੇ ਰਿਫਿਊਜੀਆਂ ਦੇ ਵੱਡੇ ਵੱਡੇ ਕੈਂਪ ਸੀਗੇ। ਉੱਥੇ ਬਹੁਤ ਸਾਰੇ ਲੋਕ ਦਿਨ ਰਾਤ ਮਿਹਨਤ ਕਰਦੇ ਰਿਹਾ ਕਿ ਭਾਈ ਇਹਨਾਂ ਨੂੰ ਰੋਟੀ ਮਿਲੇ, ਇਹਨਾਂ ਨੂੰ ਕੱਪੜਾ ਮਿਲੇ, ਇਹਨਾਂ ਨੂੰ ਮਾੜਾ ਮੋਟਾ ਟੈਂਟ ਮਿਲੇ। ਉਹਦੇ ਤੋਂ ਬਾਅਦ ਕਿੱਡੀ ਵੱਡੀ ਸਮੱਸਿਆ ਸੀ ਕਿ ਬੱਚਿਆਂ ਨੇ ਸਕੂਲ ਵੀ ਜਾਣਾ ਹੈ, ਲੋਕਾਂ ਨੂੰ ਖਾਣ ਨੂੰ ਵੀ ਦੇਣਾ ਹੈ, ਖੇਤੀਬਾੜੀ ਦਾ ਕੀ ਕਰੀਏ। ਉਹਦੇ ਤੋਂ ਬਾਅਦ ਹੀ ਜਿਹੜੇ ਇਸ ਸਮੇਂ ਨੂੰ ਬੀਬੀ ਜੀ ਕਹਿੰਦੇ ਕਿ ਭੀਖ ਵਾਲੀ ਆਜ਼ਾਦੀ ਸੀ, ਉਹਦੇ ਵਿੱਚ ਹਰੀ ਕ੍ਰਾਂਤੀ ਆਈ। ਸਾਡਾ ਪੰਜਾਬ, ਸਾਡਾ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਸੀਂ ਜ਼ਹਿਰੀਲਾ ਕਰ ਲਿਆ, ਪਾਣੀ ਥੱਲੇ ਚਲੇ ਗਿਆ। ਤੇ ਇਹਦੇ ਬਾਵਜੂਦ ਵੀ ਜੇ ਉਸ ਸਮੇਂ ਨੂੰ ਦੇਸ਼ ਆਤਮ ਨਿਰਭਰ ਹੋ ਗਿਆ ਸੀ ਅਨਾਜ ਦੇ ਮੁੱਦੇ ਤੇ ਜੇ ਅਸੀਂ ਉਸ ਸਮੇਂ ਨੂੰ ਕਹਿ ਦੇਵਾਂਗੇ ਭਾਈ ਕਿ 2014 ਤੋਂ ਪਹਿਲਾਂ ਤਾਂ ਜੋ ਕੁਝ ਸੀ ਉਹ ਭੀਖ ਦੇ ਵਿੱਚ ਹੀ ਸੀ, ਪਰ ਬੀਬੀ ਜੀ ਕਿਸੇ ਦਿਨ ਸਮਝਾਇਓ ਜ਼ਰੂਰ ਕਿ 2014 'ਚ ਐਡਾ ਵੀ ਕੀ ਪਰਿਵਰਤਨ ਹੋ ਗਿਆ ਸੀ, ਜਿਹੜੀਆਂ ਚੀਜ਼ਾਂ ਪਹਿਲਾਂ ਨਹੀਂ ਸੀ ਅੱਜ ਇਹ ਖਤਮ ਹੋ ਗਈਆਂ। ਤਾਂ ਨਹੀਂ, ਚਲੋ ਮੈਂ ਨਾ ਵੀ ਹੈ ਤੇ ਚਲੋ ਆਪਾਂ ਇਹ ਕਹਿੰਦੇ ਵੀ ਚਾਪਲੂਸੀ ਦਾ ਸਿਖਰ ਆ, ਕਰਨ ਜੀ ਸਦਕੇ ਆਪਾਂ ਕਿਸੇ ਨੂੰ ਰੋਕ ਥੋੜਾ ਸਕਦੇ ਜੇ ਕੋਈ ਬੰਦਾ ਕਰਨ ਤੇ ਆ ਹੀ ਜਾਵੇ। ਪਰ ਦੇਖੋ, ਜਿਨ੍ਹਾਂ ਦੀ ਪਾਰਟੀ ਹੈ ਜਾਂ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ, ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਬਹਿ ਕੇ ਸਮਝਾਉਣਾ ਚਾਹੀਦਾ ਵੀ ਯਾਰ ਤੂੰ ਸਾਡੀ ਵੈਸੇ ਹੀ ਨਿਗਾਹ 'ਚ ਹੈ, ਕੋਈ ਐਡੀ ਗੱਲ ਨਹੀਂ, ਟਿਕਟ ਚਾਹੀਦੀ ਮਿਲ ਜੂਗੀ, ਪਾਰਟੀ ਜੁਆਇਨ ਕਰਨੀ ਕੋਈ ਨਹੀਂ ਹੋ ਜੂਗੀ, ਪਰ ਘੱਟੋ ਘੱਟ ਇਹਨਾਂ ਚੀਜ਼ਾਂ ਨੂੰ ਇਸ ਪੱਧਰ ਤੱਕ ਨਾ ਜਾ ਕੇ ਜੋੜਿਆ ਜਾਵੇ ਵੀ ਜਿਹੜੇ ਲੋਕ, ਮੇਰਾ ਖਿਆਲ ਹੋ ਸਕਦਾ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਬੀਜੇਪੀ ਦੇ ਹੋਣ, ਬੀਜੇਪੀ ਦੇ ਹੱਕ 'ਚ ਹੋਣ, ਬੀਜੇਪੀ ਜਾਂ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਵੀ ਕੰਮ ਕਰਦੇ ਨੇ ਉਹ ਉਹਨਾਂ ਨੂੰ ਚੰਗਾ ਕਹਿੰਦੇ ਹੋਣ, ਪਰ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਇਸ ਬਿਆਨ ਨਾਲ ਵੀ ਸਹਿਮਤ ਨਹੀਂ ਹੋਣਗੇ। ਹਾਂ, ਨਹੀਂ, ਉਹ ਟਿੱਪਣੀਆਂ ਆਪਾਂ ਲੈ ਲੈਣੇ, ਕਿਉਂ ਸਹਿਮਤੀ ਤਾਂ ਬੜੀ ਅਜੀਬ ਸਥਿਤੀ ਹੈ। ਮੈਨੂੰ ਲੱਗਦਾ ਕਿ ਸਪਸ਼ਟੀਕਰਨ ਇਸ ਮੁੱਦੇ ਤੇ ਆ ਹੀ ਜਾਵੇ ਤਾਂ ਚੰਗਾ। ਬਾਕੀ ਪਦਮਸ਼੍ਰੀ ਦੀਆਂ ਵਧਾਈਆਂ। ਆਹੋ ਤਾਂ ਫਿਰ ਬਣਦੀਆਂ ਹੀ। ਚਲੀਏ, ਧੰਨਵਾਦ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਜ਼ਰੂਰ ਭੇਜਦੇ ਰਿਹਾ ਕਰੋ। ਇੱਕ ਤੁਸੀਂ ਟਿੱਪਣੀ ਕਰਨ ਵੇਲੇ ਜ਼ਰੂਰ ਭਾਸ਼ਾ ਦਾ ਚੰਗੀ ਚੋਣ ਕਰਦੇ ਹੋ, ਉਹਦੇ ਲਈ ਧੰਨਵਾਦੀ ਹਾਂ। ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਿਆਲ ਰੱਖਿਆ ਕਰਨਾ। ਇੱਕ ਲਾਈਕ ਵਾਲਾ ਬਟਨ ਦੱਬਦੇ ਰਿਹਾ ਕਰੋ, ਅੱਗੇ ਸ਼ੇਅਰ ਕਰਦੇ ਰਹਿਣਾ ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।